ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਨਾਲ ਮਹਾਰਾਜਾ ਰਣਜੀਤ ਸਿੰਘ ਪਿੱਛੋਂ ਸਿੱਖ ਰਾਜ ਦਾ ਕਿਵੇਂ ਖਾਤਮਾ ਹੋਇਆ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰ ਰਹੀ ਹਾਂ। ਇਸ ਸਿਲਸਿਲੇ ਵਿੱਚ ਜਿਹੜੀਆਂ ਘਟਨਾਵਾਂ ਸਿੱਖ ਰਾਜ ਦੇ ਖਾਤਮੇ ਦਾ ਕਾਰਨ ਬਣੀਆਂ ਉਹਨਾਂ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਇਸ ਸਿਲਸਿਲੇ ਵਿੱਚ ਸ਼ਾਹ ਮੁਹੰਮਦ ਦਾ ਜੰਗਨਾਮਾ ਜਾਂ ਫਤਿਹਨਾਮਾ ਜਿਹੜਾ 1846 ਦੇ ਆਸ-ਪਾਸ ਲਿਖਿਆ ਗਿਆ ਬਹੁਤ ਹੀ ਮਹੱਤਵਪੂਰਨ ਹੈ, ਕਿਉਂਕਿ ਸ਼ਾਹ ਮੁਹੰਮਦ ਦੇ ਨਜ਼ਦੀਕੀ ਰਿਸ਼ਤੇਦਾਰ ਇਸ ਜੰਗ ਵਿੱਚ ਸ਼ਾਮਲ ਸਨ। ਇਸ ਲਈ ਇਸ ਰਚਨਾ ਦਾ ਬਿਆਨ ਸੱਚਾਈ ਦੇ ਬਹੁਤ ਨੇੜੇ ਹੈ। ਉਹ ਲਿਖਦਾ ਹੈ, ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ, ਮੁਲਤਾਨ ਕਸ਼ਮੀਰ ਪਿਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਨਿਵਾਏ ਗਿਆ, ਤਿੱਬਤ ਦੇਸ਼ ਲਦਾਖ ਤੇ ਚੀਨ ਤੋੜੀ ਸਿੱਕਾ ਆਪਣੇ ਨਾਮ ਚਲਾਏ ਗਿਆ, ਸ਼ਾਹ ਮੁਹੰਮਦਾ ਜਾਨ 50 ਬਰਸਾਂ ਹੱਛਾ ਰੱਜ ਕੇ ਰਾਜ ਕਮਾਏ ਗਿਆ, ਸ਼ਾਹ ਮੁਹੰਮਦਾ ਜਾਨ 50 ਬਰਸਾਂ ਹੱਛਾ ਰੱਜ ਕੇ ਰਾਜ ਕਮਾਏ ਗਿਆ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਏਕਤਾ ਇੱਕ ਮਹਾਨ ਸ਼ਕਤੀ ਹੈ। ਏਕਤਾ ਨਾਲ ਹੀ ਔਖੀਆਂ ਤੋਂ ਔਖੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਜਿਨ੍ਹਾਂ ਕੌਮਾਂ ਵਿੱਚ ਏਕਤਾ ਨਹੀਂ ਰਹਿੰਦੀ ਉਹ ਮਲੀਆਂ ਮੇਟ ਹੋ ਜਾਂਦੀਆਂ ਹਨ। ਜੋ ਏਕਤਾ ਮਹਾਰਾਜਾ ਰਣਜੀਤ ਸਿੰਘ ਨੇ ਅਡੋਲ ਮਿਹਨਤ ਅਤੇ ਦ੍ਰਿੜਤਾ ਨਾਲ ਕਾਇਮ ਕੀਤੀ ਉਹ ਉਹਨਾਂ ਦੀ ਮੌਤ ਨਾਲ ਹੀ ਖਤਮ ਹੋ ਗਈ। ਉਹਨਾਂ ਦੀ ਮੌਤ ਤੋਂ ਪਿੱਛੋਂ ਵਾਲੇ 10 ਸਾਲਾਂ ਦੀ ਇੱਕ ਇੱਕ ਘੜੀ ਮਿੱਤਰ ਤਰੋਈ, ਖੁਦਗਰਜ਼ੀ, ਕੁਟਲਤਾ, ਆਪੋ ਤਾਪ, ਲੁੱਟ ਖਸੁੱਟ ਅਤੇ ਕਤਲੋ ਗਾਰਤ ਦੀ ਇੱਕ ਦਿਲ ਦੁਖਵੀਂ ਦਾਸਤਾਨ ਹੈ, ਜਿਸ ਨੂੰ ਪੜ੍ਹ ਕੇ ਕੋਈ ਵੀ ਗੈਰ ਦੋ ਹੰਝੂ ਕੇਰ ਨੂੰ ਨਹੀਂ ਰਹਿ ਸਕਦਾ। ਜਿਵੇਂ ਰਾਜਪੂਤਾਂ ਦੀ ਫੁੱਟ ਨੇ ਵਿਦੇਸ਼ੀ ਹਮਲਾਵਰ ਮੁਹੰਮਦ ਗੌਰੀ ਨੂੰ ਭਾਰਤ ਨੂੰ ਗੁਲਾਮ ਬਣਾਉਣ ਲਈ ਸੱਦਾ ਦਿੱਤਾ, ਇਵੇਂ ਹੀ ਸਿੱਖ ਸਰਦਾਰਾਂ ਦੀ ਫੁੱਟ ਅਤੇ ਖੁਦਗਰਜ਼ੀ ਨੇ ਪੰਜਾਬ ਨੂੰ ਅਤੇ ਅਸੀਂ ਕਹਿ ਸਕਦੇ ਹਾਂ ਸਮੁੱਚੇ ਭਾਰਤ ਨੂੰ ਅੰਗਰੇਜ਼ਾਂ ਦੇ ਹਵਾਲੇ ਕੀਤਾ। ਇਸ ਦੇ ਉਲਟ 2-2.5 ਹਜ਼ਾਰ ਦੇ ਘਰੋਂ ਬੇਘਰ ਹੋਏ ਯਹੂਦੀਆਂ ਦੀ ਏਕਤਾ ਨੇ ਉਹਨਾਂ ਨੂੰ ਆਪਣੇ ਦੇਸ਼ ਇਜ਼ਰਾਈਲ ਦਾ ਰਾਜ ਮੁੜ ਸੌਂਪ ਦਿੱਤਾ। ਇਹਨਾਂ ਗੱਲਾਂ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਏਕਤਾ ਕੌਮ ਦੀ ਜਿੰਦ ਜਾਨ ਹੁੰਦੀ ਹੈ ਤੇ ਇਸ ਲਈ ਵੱਡੀ ਤੋਂ ਵੱਡੀ ਕੁਰਬਾਨੀ ਵੀ ਤੁੱਛ ਹੈ। ਅੱਜ ਅਸੀਂ ਮਹਾਰਾਜਾ ਖੜਕ ਸਿੰਘ, ਕੰਵਰ ਨੌਨਿਹਾਲ, ਰਾਣੀ ਚੰਦ ਕੌਰ, ਮਹਾਰਾਜਾ ਸ਼ੇਰ ਸਿੰਘ, ਰਾਜਾ ਧਿਆਨ ਸਿੰਘ ਡੋਗਰਾ, ਰਾਜਾ ਗੁਲਾਬ ਸਿੰਘ ਡੋਗਰਾ, ਰਾਜਾ ਹੀਰਾ ਸਿੰਘ ਡੋਗਰਾ ਬਾਰੇ ਮਹੱਤਵਪੂਰਨ ਤੇ ਇਤਿਹਾਸਕਾਰੀ ਜਾਣਕਾਰੀ ਹਾਸਲ ਕਰਾਂਗੇ। ਮਹਾਰਾਜਾ ਰਣਜੀਤ ਸਿੰਘ ਦਾ ਵਿਸ਼ਾਲ ਰਾਜ ਕਿਵੇਂ ਖਤਮ ਹੋ ਗਿਆ ਬਾਰੇ ਸ਼ਾਹ ਮੁਹੰਮਦ ਲਿਖਦਾ ਹੈ, ਜਦੋਂ ਹੋਏ ਸਰਕਾਰ ਦੇ ਸਾਸ ਪੂਰੇ, ਜਦੋਂ ਹੋਏ ਸਰਕਾਰ ਦੇ ਸਾਸ ਪੂਰੇ, ਜਮ੍ਹਾਂ ਹੋਏ ਨੀ ਸਭ ਸਰਦਾਰ ਮੀਆਂ, ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ, ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ, ਖੜਕ ਸਿੰਘ ਮਹਾਰਾਜ ਨੇ ਢਾਹ ਮਾਰੀ, ਮੋਇਆ ਮੁੱਢ ਕਦੀਮ ਦਾ ਯਾਰ ਮੀਆਂ, ਸ਼ਾਹ ਮੁਹੰਮਦਾ ਅਸਾਂ ਵੀ ਨਾਲ ਮਰਨਾ, ਸਾਡਾ ਇਹ ਸੀ ਕੌਲ ਕਰਾਰ ਮੀਆਂ, ਸ਼ਾਹ ਮੁਹੰਮਦਾ ਅਸਾਂ ਵੀ ਨਾਲ ਮਰਨਾ, ਸਾਡਾ ਇਹ ਸੀ ਕੌਲ ਕਰਾਰ ਮੀਆਂ। ਮਹਾਰਾਜਾ ਖੜਕ ਸਿੰਘ, ਜਿਵੇਂ ਅਸੀਂ ਜਾਣਦੇ ਹਾਂ ਕਿ 27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਚਲਾਣਾ ਕਰ ਗਏ। ਉਹਨਾਂ ਨੇ ਆਪਣੇ ਅੰਤਲੇ ਸਮੇਂ ਇਹ ਵੀ ਇੱਛਾ ਪ੍ਰਗਟ ਕੀਤੀ ਕਿ ਉਹਨਾਂ ਦਾ ਸਭ ਤੋਂ ਵੱਡਾ ਲੜਕਾ ਖੜਕ ਸਿੰਘ ਤਖਤ 'ਤੇ ਬੈਠੇ। ਮਹਾਰਾਜਾ ਨੇ ਰਾਣੀਆਂ ਦੀ ਇਸ ਗੱਲ ਦੀ ਹਮਾਇਤ ਕੀਤੀ ਅਤੇ ਖੜਕ ਸਿੰਘ ਅਤੇ ਰਾਜਾ ਧਿਆਨ ਸਿੰਘ ਨੂੰ, ਜੋ ਮਹਾਰਾਜਾ ਰਣਜੀਤ ਸਿੰਘ ਦਾ ਵੱਡਾ ਵਜ਼ੀਰ ਸੀ, ਇੱਕ ਦੂਜੇ ਦੀ ਸਲਾਹ ਨਾਲ ਰਾਜ ਪ੍ਰਬੰਧ ਚਲਾਉਣ ਲਈ ਕਿਹਾ ਗਿਆ। ਮਹਾਰਾਜਾ ਖੜਕ ਸਿੰਘ ਦਾ ਮਤਰੇਆ ਭਰਾ ਕੰਵਰ ਸ਼ੇਰ ਸਿੰਘ ਗੱਦੀ 'ਤੇ ਆਪਣਾ ਵਧੇਰੇ ਹੱਕ ਸਮਝਦਾ ਸੀ। ਆਪਣੇ ਪਿਤਾ ਦੀ ਮੌਤ ਦੀ ਖਬਰ ਸੁਣਦਿਆਂ ਹੀ ਉਹਨੇ ਇੱਕ ਤਾਂ ਅੰਗਰੇਜ਼ਾਂ ਨਾਲ ਸਾਜ਼ਬਾਜ਼ ਕਰਨੀ ਸ਼ੁਰੂ ਕਰ ਦਿੱਤੀ ਅਤੇ ਦੂਜੇ ਉਹਨੇ ਕਾਂਗੜੇ ਦੇ ਕਿਲ੍ਹੇਦਾਰ ਨੂੰ ਕਿਹਾ ਕਿ ਉਹ ਕਿਲ੍ਹਾ ਉਹਨਾਂ ਦੇ ਹਵਾਲੇ ਕਰ ਦੇ, ਤਾਂ ਜੋ ਆਪਣੀ ਸਥਿਤੀ ਨੂੰ ਮਜ਼ਬੂਤ ਕਰਕੇ ਤਾਕਤ ਦੇ ਬਲਬੂਤੇ ਖੜਕ ਸਿੰਘ ਪਾਸੋਂ ਰਾਜ ਖੋਹ ਸਕੇ। ਇੱਕ ਤਾਂ ਅੰਗਰੇਜ਼ਾਂ ਨੇ ਉਹਨੂੰ ਕੋਈ ਸੰਤੋਸ਼ਜਨਕ ਉੱਤਰ ਨਾ ਦਿੱਤਾ, ਦੂਜਾ ਰਾਜਾ ਧਿਆਨ ਸਿੰਘ ਨੇ ਬੜੀ ਹੁਸ਼ਿਆਰੀ ਨਾਲ ਮੌਕੇ ਨੂੰ ਸਾਂਭਿਆ ਅਤੇ ਸ਼ੇਰ ਸਿੰਘ ਦੀਆਂ ਚਾਲਾਂ ਨੂੰ ਸਿਰੇ ਨਾ ਚੜ੍ਹਨ ਦਿੱਤਾ। ਮਹਾਰਾਜਾ ਰਣਜੀਤ ਸਿੰਘ ਦੀ ਅੰਤਮ ਕਿਰਿਆ ਦੇ 2 ਮਹੀਨੇ ਪਿੱਛੋਂ 1 ਸਤੰਬਰ 1839 ਨੂੰ ਖੜਕ ਸਿੰਘ ਪੂਰੀ ਸੱਜ ਧੱਜ ਨਾਲ ਗੱਦੀ 'ਤੇ ਬਿਠਾਇਆ ਗਿਆ। ਗੰਗਾ ਜਲ ਅਤੇ ਭਾਰਤ ਦੇ ਹੋਰ 7 ਦਰਿਆਵਾਂ ਦੇ ਜਲ ਨਾਲ ਉਸ ਨੂੰ ਇਸ਼ਨਾਨ ਕਰਵਾ ਕੇ ਅਤੇ ਸਫੈਦ ਬਸਤਰ ਪਵਾ ਕੇ ਦਰਬਾਰ ਵਿੱਚ ਲਿਆਂਦਾ ਗਿਆ। ਇਸ ਸਮੇਂ ਉਹਦੀ ਬਾਂਹ 'ਤੇ ਜਗਤ ਪ੍ਰਸਿੱਧ ਹੀਰਾ ਕੋਹਿਨੂਰ ਸੱਜਿਆ ਹੋਇਆ ਸੀ। ਪਾਠ ਪੂਜਾ ਪਿੱਛੋਂ ਪੁਰੋਹਿਤ ਨੇ ਖੜਕ ਸਿੰਘ ਦੇ ਮੱਥੇ 'ਤੇ ਤਿਲਕ ਲਾਇਆ ਅਤੇ ਦਰਬਾਰੀਆਂ ਨੇ ਉਹਨੂੰ ਪ੍ਰਣਾਮ ਕਰਕੇ ਆਪਣਾ ਮਹਾਰਾਜਾ ਸਵੀਕਾਰ ਕੀਤਾ। ਮਹਾਰਾਜ ਖੜਕ ਸਿੰਘ ਭਾਵੇਂ ਮਹਾਰਾਜ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਲੜਕਾ ਸੀ ਅਤੇ ਉਹਨਾਂ ਨੇ ਉਹਨੂੰ ਗੁਰਗੱਦੀ ਦਾ
ਵਾਪਸ ਵਾਰਸ ਮੁਕਰਰ ਕੀਤਾ ਸੀ, ਪਰ ਉਹਦੇ ਵਿੱਚ ਉਹ ਗੁਣ ਨਹੀਂ ਸਨ ਜਿਹੜੇ ਕਿ ਇੱਕ ਸੁਲਝੇ ਹੋਏ ਅਤੇ ਉੱਚ ਪੱਧਰ ਦੇ ਨੇਤਾ ਵਿੱਚ ਹੋਣੇ ਚਾਹੀਦੇ ਹਨ। ਰਾਜਨੀਤਿਕ ਸੂਝ-ਬੂਝ ਹੋਣੀ, ਲੋਕ ਭਲਾਈ ਨੂੰ ਮੁੱਖ ਰੱਖਦਿਆਂ ਆਪਣੇ ਨਿੱਜੀ ਹਿੱਤਾਂ ਨੂੰ ਵਾਰ ਦੇਣਾ, ਚਰਿੱਤਰ ਦਾ ਉੱਚਾ ਹੋਣਾ ਤੇ ਚਾਪਲੂਸਾਂ ਤੇ ਝੋਲੀ ਚੁੱਕਾਂ ਦੀਆਂ ਚਾਲਾਂ ਤੋਂ ਚੁਕੰਨੇ ਰਹਿਣਾ ਇੱਕ ਸਿਆਣੇ ਤੇ ਸੁਚੱਜੇ ਹੁਕਮਰਾਨ ਦੇ ਕਰਤੱਵ ਹਨ। ਖੜਕ ਸਿੰਘ ਵਿੱਚ ਇਹਨਾਂ ਵਿੱਚੋਂ ਇੱਕ ਵੀ ਗੁਣ ਨਹੀਂ ਸੀ, ਇੱਥੋਂ ਤੱਕ ਕਿ ਉਹਦਾ ਆਪਣਾ ਲੜਕਾ ਕੰਵਰ ਨੌਨਿਹਾਲ ਸਿੰਘ ਵੀ ਉਹਨੂੰ ਮਹਾਰਾਜੇ ਦੀ ਪਦਵੀ ਦੇ ਯੋਗ ਨਹੀਂ ਸੀ ਸਮਝਦਾ। ਮਹਾਰਾਜਾ ਖੜਕ ਸਿੰਘ ਦਾ ਚੇਤ ਸਿੰਘ ਨਾਮੀ ਇੱਕ ਮਿੱਤਰ ਸੀ। ਇਹ ਬੜਾ ਛਟੱਲੀ, ਬਦਕਾਰ ਤੇ ਚਰਿੱਤਰਹੀਣ ਬੰਦਾ ਸੀ। ਚੰਗੀ ਸ਼ਕਲ ਸੂਰਤ ਹੋਣ ਤੋਂ ਸਿਵਾ ਉਹਦੇ ਵਿੱਚ ਹੋਰ ਕੋਈ ਵੀ ਗੁਣ ਨਹੀਂ ਸੀ। ਉਹਦੀ ਸੰਗਤ ਵਿੱਚ ਪੈ ਕੇ ਮਹਾਰਾਜਾ ਸ਼ਰਾਬੀ, ਅਫੀਮੀ ਤੇ ਵਿਲਾਸੀ ਬਣ ਗਿਆ। ਮਹਾਰਾਜਾ ਸਰਕਾਰੀ ਮਾਮਲਿਆਂ ਵਿੱਚ ਉਸ ਤੋਂ ਬਿਨਾਂ ਕਿਸੇ ਹੋਰ ਦੀ ਸਲਾਹ ਨਹੀਂ ਸੀ ਲੈਂਦਾ ਤੇ ਖੁੱਲ੍ਹਮ ਖੁੱਲ੍ਹਾ ਦਰਬਾਰ ਵਿੱਚ ਉਹਦੀਆਂ ਸਿਫਤਾਂ ਦੇ ਪੁੱਲ ਬੰਨ੍ਹਦਾ ਰਹਿੰਦਾ ਸੀ। ਬਾਕੀ ਰਾਜ ਅਧਿਕਾਰੀ, ਖਾਸ ਕਰਕੇ ਰਾਜਾ ਧਿਆਨ ਸਿੰਘ, ਖੜਕ ਸਿੰਘ ਦੇ ਇਸ ਵਤੀਰੇ ਨੂੰ ਪਸੰਦ ਨਹੀਂ ਸਨ ਕਰਦੇ। ਇਸ ਲਈ ਉਹ ਸਦਾ ਚੇਤ ਸਿੰਘ ਨੂੰ ਗਲੋਂ ਲਾਉਣ ਦੀਆਂ ਵਿਉਂਤਾਂ ਸੋਚਦੇ ਰਹਿੰਦੇ ਸਨ। ਰਾਜਾ ਧਿਆਨ ਸਿੰਘ ਨੇ ਮਹਾਰਾਜ ਖੜਕ ਸਿੰਘ ਦੀ ਪਟਰਾਣੀ ਨੂੰ ਇਸ ਗੱਲ 'ਤੇ ਸਹਿਮਤ ਕਰ ਲਿਆ ਕਿ ਖੜਕ ਸਿੰਘ ਮਹਾਰਾਜੇ ਦੀ ਪਦਵੀ ਦੇ ਯੋਗ ਨਹੀਂ। ਇਸ ਲਈ ਉਹਦੀ ਥਾਂ ਉਹਦੇ ਵੱਡੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੂੰ ਤਖਤ ਬਿਠਾਉਣ ਨਾਲ ਹੀ ਰਾਜ ਪ੍ਰਬੰਧ ਸੁਰੱਖਿਅਤ ਰਹਿ ਸਕੇਗਾ। ਇਸ ਪਿੱਛੋਂ ਰਾਜਾ ਧਿਆਨ ਸਿੰਘ ਕੁਝ ਹੋਰ ਸਰਦਾਰਾਂ ਨੂੰ ਨਾਲ ਲੈ ਕੇ ਕੰਵਰ ਨੌਨਿਹਾਲ ਸਿੰਘ ਕੋਲ ਗਿਆ ਤੇ ਉਹਨੂੰ ਕਿਹਾ ਕਿ ਉਹ ਚੇਤ ਸਿੰਘ ਦੀਆਂ ਆਪ ਖੁਦਰੀਆਂ ਹਰਕਤਾਂ ਨੂੰ ਤੇ ਰਾਜਸੀ ਮਾਮਲਿਆਂ ਵਿੱਚ ਦਖਲ ਦੇਣ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰ ਸਕਦੇ। ਜਾਂ ਤਾਂ ਕੰਵਰ ਦਿਨ ਬ ਦਿਨ ਵਿਗੜ ਰਹੀ ਹਾਲਤ 'ਤੇ ਕਾਬੂ ਪਾਏ ਜਾਂ ਉਹਨਾਂ ਦੇ ਅਸਤੀਫੇ ਲੈ ਲਵੇ। ਕੰਵਰ ਨੌਨਿਹਾਲ ਸਿੰਘ ਨੇ ਉਹਨਾਂ ਨੂੰ ਪੂਰਾ ਯਕੀਨ ਦਿਵਾਇਆ ਕਿ ਇਸ ਮਾਮਲੇ ਵੱਲ ਪੂਰਾ ਧਿਆਨ ਦੇਵੇਗਾ। ਇਸ ਘਟਨਾ ਤੋਂ ਜਲਦੀ ਹੀ ਪਿੱਛੋਂ ਧਿਆਨ ਸਿੰਘ ਨੇ ਇੱਕ ਦਿਨ ਸਵੇਰੇ ਸਵੇਰ ਰਾਜ ਮਹਿਲ ਦੇ ਗਿਰਦ ਆਪਣੀ ਗਾਰਡ ਦਾ ਪਹਿਰਾ ਲਵਾ ਦਿੱਤਾ ਤੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਮਹਾਰਾਜ ਖੜਕ ਸਿੰਘ ਦੇ ਸੌਣ ਵਾਲੇ ਕਮਰੇ ਅੰਦਰ ਜ਼ਬਰਦਸਤੀ ਦਾਖਲ ਹੋ ਗਿਆ ਤੇ ਉਸ ਤੋਂ ਮੰਗ ਕੀਤੀ ਕਿ ਉਹ ਚੇਤ ਸਿੰਘ ਨੂੰ ਉਹਨਾਂ ਦੇ ਹਵਾਲੇ ਕਰ ਦੇਵੇ। ਚੇਤ ਸਿੰਘ ਲਾਗੇ ਹੀ ਇੱਕ ਪਲੰਗ 'ਤੇ ਸੁੱਤਾ ਪਿਆ ਸੀ। ਖੜਕ ਸਿੰਘ ਨੇ ਉਹਨੂੰ ਬਚਾਉਣ ਲਈ ਉਹਨੂੰ ਖਿੱਚ ਕੇ ਗਲ ਨਾਲ ਲਾ ਲਿਆ, ਪਰ ਧਿਆਨ ਸਿੰਘ ਨੇ ਚੇਤ ਸਿੰਘ ਨੂੰ ਧੂ ਕੇ ਉੱਥੇ ਹੀ ਚਿੱਤ ਕਰ ਦਿੱਤਾ। ਇਸ ਪਿੱਛੋਂ ਉਹਨਾਂ ਨੇ ਖੜਕ ਸਿੰਘ ਨੂੰ ਬਰਤਰਫ ਕਰਕੇ ਕੰਵਰ ਨੌਨਿਹਾਲ ਸਿੰਘ ਨੂੰ ਆਪਣੇ ਪਿਤਾ ਦੇ ਨਾਂ 'ਤੇ ਰਾਜ ਪ੍ਰਬੰਧ ਚਲਾਉਣ ਲਈ ਸਥਾਪਿਤ ਕਰ ਦਿੱਤਾ। ਇਹ ਆਮ ਰਾਏ ਹੈ ਕਿ ਜੇ ਮਹਾਰਾਜਾ ਖੜਕ ਸਿੰਘ ਚੇਤ ਸਿੰਘ ਵਰਗੇ ਚਰਿੱਤਰਹੀਣ ਬੰਦਿਆਂ ਦੇ ਟੇਟੇ ਨਾ ਚੜ੍ਹਦਾ ਤੇ ਰਾਜਾ ਧਿਆਨ ਸਿੰਘ ਵਰਗੇ ਸਮਝਦਾਰ ਅਤੇ ਨੀਤੀਵਾਨ ਬੰਦਿਆਂ ਦੀ ਸਲਾਹ 'ਤੇ ਚੱਲਦਾ ਤਾਂ ਰਾਜ ਪ੍ਰਬੰਧ ਬੜੇ ਚੰਗੇ ਢੰਗ ਨਾਲ ਚੱਲਦਾ ਰਹਿਣਾ ਸੀ। ਮਹਾਰਾਜਾ ਖੜਕ ਸਿੰਘ ਨੂੰ ਮਜਬੂਰਨ ਗੱਦੀ ਤੋਂ ਇੱਕ ਪਾਸੇ ਹੋਣਾ ਪਿਆ ਸੀ, ਪਰ ਉਹ ਅੰਦਰੋਂ ਅੰਦਰ ਗੱਦੀ ਖੁੱਸ ਜਾਣ 'ਤੇ ਬੜਾ ਦੁਖੀ ਸੀ ਤੇ 1839 ਦੇ ਅੰਤ ਤੱਕ ਤੱਕੋ ਜ਼ੋਰੀ ਕਿਲ੍ਹੇ ਵਿੱਚ ਰਹਿੰਦਾ ਤੇ ਦਰਬਾਰ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਰਿਹਾ। ਰਾਜਾ ਧਿਆਨ ਸਿੰਘ ਨੇ ਉਹਦਾ ਪੱਖ ਲੈਣ ਵਾਲੇ ਦਰਬਾਰੀ ਮਿਸਰ ਬੇਲੀ ਰਾਮ ਨੂੰ ਵੀ ਕੈਦ ਵਿੱਚ ਰੱਖਿਆ ਹੋਇਆ ਸੀ। ਖੜਕ ਸਿੰਘ ਨੇ ਉਹਨੂੰ ਰਿਹਾ ਕਰਵਾਉਣ ਲਈ ਬੜਾ ਜ਼ੋਰ ਲਾਇਆ, ਪਰ ਉਹਦੀ ਇੱਕ ਨਾ ਚੱਲੀ। ਇਸ ਗੱਲ ਦਾ ਵੀ ਉਹਨੂੰ ਬੜਾ ਰੋਸ ਸੀ। ਇਸ ਲਈ ਕਈ ਵਾਰ ਉਹ ਗੁੱਸੇ ਨਾਲ ਪਾਗਲ ਹੋ ਕੇ ਊਂਟ ਪਟਾਂਗ ਬੋਲਦਾ ਰਹਿੰਦਾ ਸੀ ਤੇ ਕਹਿੰਦਾ ਸੀ ਕਿ ਉਹ ਅੰਗਰੇਜ਼ਾਂ ਦੀ ਮਦਦ ਨਾਲ ਮਿਸਰ ਬੇਲੀ ਰਾਮ ਨੂੰ ਛੁਡਵਾ ਲਵੇਗਾ। ਜਦ ਉਹਨੂੰ ਅੰਗਰੇਜ਼ ਦੂਤ ਸਰ ਜੌਨ ਕੀਨ ਨੇ ਲਾਹੌਰ ਆਉਣ ਦੀ ਖਬਰ ਮਿਲੀ ਤਾਂ ਉਹਨੇ ਉਸ ਰਾਹੀਂ ਅੰਗਰੇਜ਼ਾਂ ਦੀ ਮਦਦ ਮੰਗਣ ਦੀ ਗੱਲਬਾਤ ਕਰਨੀ ਚਾਹੀ। ਰਾਜਾ ਧਿਆਨ ਸਿੰਘ ਨੇ ਖੜਕ ਸਿੰਘ ਨੂੰ ਇਸ ਅੰਗਰੇਜ਼ ਉੱਤਰਾਧਿਕਾਰੀ ਨਾਲ ਮਿਲਣ ਨਾ ਦਿੱਤਾ। ਇਸ 'ਤੇ ਖੜਕ ਸਿੰਘ ਬਿਨਾਂ ਕਿਸੇ ਨੂੰ ਦੱਸਿਆਂ ਚੁੱਪਚਾਪ ਸ਼ੇਖੂਪੁਰੇ ਵੱਲ ਖਿਸਕ ਗਿਆ। ਇਸ ਗੱਲ ਦਾ ਪਤਾ ਲੱਗਣ 'ਤੇ ਕੰਵਰ ਨੌਨਿਹਾਲ ਸਿੰਘ ਨੇ ਆਪਣੇ ਪਿਤਾ ਨੂੰ ਉੱਥੋਂ ਵਾਪਸ ਲਾਹੌਰ ਲਿਆਂਦਾ। ਕੰਵਰ ਇਹ ਨਹੀਂ ਚਾਹੁੰਦਾ ਸੀ ਕਿ ਲੋਕਾਂ ਨੂੰ ਪਿਓ ਪੁੱਤ ਦੀ ਇਸ ਫੁੱਟ ਦਾ ਪਤਾ ਲੱਗੇ। ਉਹਨੂੰ ਡਰ ਸੀ ਕਿ ਇਸ ਫੁੱਟ ਦੇ ਬਹਾਨੇ ਅੰਗਰੇਜ਼ੀ ਸਰਕਾਰ, ਜੋ ਹਮੇਸ਼ਾ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਤਾੜ ਵਿੱਚ ਰਹਿੰਦੀ ਸੀ, ਉਹਨਾਂ ਦੇ ਮਾਮਲਿਆਂ ਵਿੱਚ ਕਿਤੇ ਦਖਲ ਦੇਣਾ ਸ਼ੁਰੂ ਨਾ ਕਰ ਦੇਵੇ। ਉਹ ਹਰ ਮੁਮਕਿਨ ਕੋਸ਼ਿਸ਼ ਕਰਦਾ ਸੀ ਕਿ ਪਿਓ ਪੁੱਤ ਦੀ ਸਾਂਝ ਦਾ ਵਿਖਾਵਾ ਬਣਿਆ ਰਹੇ। ਇਸੇ ਲਈ ਉਹਨੇ ਆਪਣੇ ਪਿਤਾ ਨੂੰ ਰਾਜ਼ੀ ਕਰਨ ਲਈ ਧਿਆਨ ਸਿੰਘ ਦੀ ਮਰਜ਼ੀ ਦੇ ਵਿਰੁੱਧ ਵੀ ਮਿਸਰ ਬੇਲੀ ਰਾਮ ਨੂੰ ਕੈਦ ਵਿੱਚੋਂ ਰਿਹਾ ਕਰਵਾ ਦਿੱਤਾ। ਮਹਾਰਾਜਾ ਖੜਕ ਸਿੰਘ ਇੱਕ ਤਾਂ ਰਾਜਪਾਟ ਖੁੱਸ ਜਾਂਦੇ, ਦੁੱਖ ਕਰਨ ਅਤੇ ਦੂਜੇ ਬਹੁਤ ਸ਼ਰਾਬ ਪੀਣ ਅਤੇ ਇਹੋ ਜਿਹੇ ਹੋਰ ਕਾਰਨਾਂ ਕਰਕੇ ਬਿਮਾਰ ਰਹਿਣ ਲੱਗ ਪਿਆ। 1843 ਵਿੱਚ ਸਤੰਬਰ ਦੇ ਮਹੀਨੇ ਉਹਦੀ ਹਾਲਤ ਬਹੁਤ ਹੀ ਨਾਜ਼ੁਕ ਹੋ ਗਈ ਤੇ ਉਹਦੇ ਬਚਣ ਦੀ ਕੋਈ ਆਸ ਨਾ ਰਹੀ। ਦੀਵਾਲੀ ਦੇ ਮੌਕੇ ਸਭ ਅਹਿਲਕਾਰਾਂ ਸਮੇਤ ਕੰਵਰ ਨੌਨਿਹਾਲ ਸਿੰਘ, ਉਸ ਦੀ ਮਾਤਾ ਰਾਣੀ ਚਾਂਦ ਕੌਰ ਅਤੇ ਪਿਤਾ ਮਹਾਰਾਜਾ ਖੜਕ ਸਿੰਘ ਅੰਮ੍ਰਿਤਸਰ ਗਏ। ਵਾਪਸੀ 'ਤੇ ਰਾਣੀ ਚੰਦ ਕੌਰ ਅਤੇ ਨੌਨਿਹਾਲ ਸਿੰਘ ਕੁਝ ਦਿਨਾਂ ਲਈ ਫਤਿਹਗੜ੍ਹ ਆਪਣੇ ਨਾਨਕੇ ਚਲੇ ਗਏ ਤੇ ਮਹਾਰਾਜਾ ਖੜਕ ਸਿੰਘ ਨੂੰ ਇਕੱਲਿਆਂ ਲਾਹੌਰ ਭੇਜ ਦਿੱਤਾ ਗਿਆ। ਮੇਲੇ ਦੀ ਭੀੜ ਭਾੜ ਅਤੇ ਸਫ਼ਰ ਦੀ ਥਕਾਵਟ ਕਾਰਨ ਮਹਾਰਾਜਾ ਦੀ ਹਾਲਤ ਹੋਰ ਵੀ ਪਤਲੀ ਹੋ ਗਈ ਤੇ ਉਹ 5 ਨਵੰਬਰ ਦੀ ਸਵੇਰ ਨੂੰ ਚਲਾਣਾ ਕਰ ਗਿਆ। ਕੰਵਰ ਨੌਨਿਹਾਲ ਸਿੰਘ
ਕੰਵਰ ਨੌ ਨਿਹਾਲ ਸਿੰਘ ਮਹਾਰਾਜ ਖੜਕ ਸਿੰਘ ਦਾ ਇੱਕੋ ਇੱਕ ਲੜਕਾ ਸੀ। ਇਹਦਾ ਚਰਿੱਤਰ ਇਹਦੇ ਪਿਤਾ ਦੇ ਬਿਲਕੁਲ ਉਲਟ ਸੀ। ਇਹ ਬੜਾ ਸੋਹਣਾ ਸਜੀਲਾ ਜਵਾਨ ਸੀ। ਜਿੰਨੀ ਪ੍ਰਭਾਵਸ਼ਾਲੀ ਇਹਦੀ ਸ਼ਖਸੀਅਤ ਸੀ, ਇਹ ਉਤਨਾ ਹੀ ਯੋਗ, ਬੁੱਧੀਮਾਨ ਅਤੇ ਦੂਰਅੰਦੇਸ਼ ਸੀ। ਇਹ ਰਾਜਨੀਤੀ ਨੂੰ ਚੰਗੀ ਤਰ੍ਹਾਂ ਸਮਝਦਾ ਸੀ ਅਤੇ ਜਾਣਦਾ ਸੀ ਕਿ ਦੇਸ਼ ਦੀ ਭਲਾਈ ਕਿਹਨਾਂ ਗੱਲਾਂ 'ਤੇ ਨਿਰਭਰ ਹੈ। ਅਨੁਮਾਨ ਲਾਇਆ ਜਾਂਦਾ ਹੈ ਕਿ ਜੇ ਕੁਝ ਸਮਾਂ ਇਹ ਹੋਰ ਜਿਉਂਦਾ ਰਹਿੰਦਾ ਤਾਂ ਇਹਨੇ ਸਿੱਖ ਰਾਜ ਨੂੰ ਪੱਕੇ ਪੈਰਾਂ 'ਤੇ ਖੜੇ ਕਰ ਦੇਣਾ ਸੀ। ਪਰ ਪੰਜਾਬ ਦੀ ਬਦਕਿਸਮਤੀ ਸਮਝੋ ਕਿ ਹੋਣੀ ਨੇ ਇਸ ਦਾ ਸਾਥ ਨਾ ਦਿੱਤਾ ਅਤੇ ਇਹ ਇੱਕ ਟੁੱਟਦੇ ਤਾਰੇ ਵਾਂਗ ਪੰਜਾਬ ਦੇ ਆਕਾਸ਼ ਵਿੱਚ ਇੱਕ ਪਲ ਦੇ ਪਲ ਲਈ ਆਪਣੀ ਚਮਕ ਵਿਖਾ ਕੇ ਸਦਾ ਲਈ ਅਲੋਪ ਹੋ ਗਿਆ। ਨੌ ਨਿਹਾਲ ਸਿੰਘ 19 ਸਾਲ ਦਾ ਹੀ ਸੀ ਜਦ ਰਾਜ ਭਾਗ ਨੂੰ ਸੰਭਾਲਣ ਦੀ ਸਾਰੀ ਜ਼ਿੰਮੇਵਾਰੀ ਉਹਦੇ ਸਿਰ 'ਤੇ ਆ ਪਈ। ਬਾਹਰੋਂ ਸਿੱਖ ਰਾਜ ਦੇ ਵੈਰੀ ਅੰਗਰੇਜ਼ ਸਿੱਖ ਰਾਜ ਨੂੰ ਨਸ਼ਟ ਕਰਨ 'ਤੇ ਤੁਲੇ ਹੋਏ ਸਨ ਅਤੇ ਅੰਦਰੋਂ ਰਾਜ ਦਰਬਾਰੀਆਂ ਅਤੇ ਸਿੱਖ ਸਰਦਾਰਾਂ ਦੀ ਖੁਦਗਰਜ਼ੀ ਅਤੇ ਇੱਕ ਦੂਜੇ ਵਿਰੁੱਧ ਸਾਜ਼ਿਸ਼ਾਂ ਰਾਜ ਸੰਗਠਨ ਵਿੱਚ ਤਰੇੜਾਂ ਪਾ ਰਹੀਆਂ ਸਨ। ਰਾਜਾ ਧਿਆਨ ਸਿੰਘ ਬੜਾ ਦੂਰਅੰਦੇਸ਼ ਨੇਤਾ ਸੀ। ਉਹ ਸਮਝਦਾ ਸੀ ਕਿ ਜੇ ਰਾਜ ਭਾਗ ਥੋੜ੍ਹਾ ਚਿਰ ਹੋਰ ਖੜਕ ਸਿੰਘ ਦੇ ਹੱਥ ਰਿਹਾ ਤਾਂ ਇੱਕਦਮ ਖੇਰੂ ਹੋ ਜਾਏਗਾ। ਇਸ ਲਈ ਉਹਨੇ ਕੰਵਰ ਨੌ ਨਿਹਾਲ ਸਿੰਘ ਨੂੰ ਆਪਣੇ ਵਿਸਾਹ ਵਿੱਚ ਲਿਆ ਅਤੇ ਮਜਬੂਰ ਕੀਤਾ ਕਿ ਮਹਾਰਾਜਾ ਖੜਕ ਸਿੰਘ ਨੂੰ ਕਠਪੁਤਲੀ ਬਣਾ ਕੇ ਕੰਵਰ ਨੌ ਨਿਹਾਲ ਸਿੰਘ ਨੂੰ ਰਾਜ ਪ੍ਰਬੰਧ ਆਪਣੇ ਹੱਥ ਲੈ ਲਵੇ। ਨਿੱਜੀ ਹਿੱਤਾਂ ਨੂੰ ਤਿਆਗਦਿਆਂ ਅਤੇ ਦੇਸ਼ ਭਲਾਈ ਨੂੰ ਮੁੱਖ ਰੱਖਦਿਆਂ ਕੰਵਰ ਨੇ ਇਹ ਸਲਾਹ ਮੰਨ ਲਈ। ਜਿੰਨਾ ਚਿਰ ਵੀ ਕੰਵਰ ਜਿਉਂਦਾ ਰਿਹਾ, ਉਹ ਰਾਜ ਪ੍ਰਬੰਧ ਨੂੰ ਬੜੀ ਸਮਝ ਅਤੇ ਨਿਰਪੱਖਤਾ ਨਾਲ ਚਲਾਉਂਦਾ ਰਿਹਾ। ਉਹ ਵਿਦੇਸ਼ੀ ਮਾਮਲਿਆਂ ਵਿੱਚ ਆਪਣੇ ਵਜ਼ੀਰਾਂ ਰਾਜਾ ਧਿਆਨ ਸਿੰਘ ਅਤੇ ਫਕੀਰ ਅਜ਼ੀਜ਼ੁਦੀਨ ਦੀ ਸਲਾਹ 'ਤੇ ਚੱਲਦਾ ਸੀ, ਪਰ ਅੰਦਰੂਨੀ ਮਾਮਲਿਆਂ ਵਿੱਚ ਉਹ ਫੈਸਲੇ ਆਪਣੀ ਸਮਝ ਅਨੁਸਾਰ ਹੀ ਕਰਦਾ ਸੀ। ਉਹ ਆਪਣੇ ਦੇਸ਼ ਵਿੱਚ ਕਿਤੇ ਵੀ ਹੋਈ ਗੜਬੜ ਨੂੰ ਸਖਤੀ ਨਾਲ ਦਬਾਉਂਦਾ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਪਿੱਛੋਂ ਅਟਕ ਤੋਂ ਪਰਲੇ ਪਾਸੇ ਦੇ ਪਠਾਨਾਂ ਅਤੇ ਹਜ਼ਾਰੇ ਦੇ ਸਰਦਾਰਾਂ ਨੇ ਸਿਰ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਆਸ-ਪਾਸ ਦੇ ਇਲਾਕੇ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ। ਕੰਵਰ ਨੇ ਉੱਥੇ ਫੌਜ ਭੇਜ ਕੇ ਵਿਦਰੋਹ ਨੂੰ ਸਖਤੀ ਨਾਲ ਦਬਾ ਦਿੱਤਾ। ਇਸੇ ਤਰ੍ਹਾਂ ਡੋਗਰਾ ਜਰਨੈਲ ਜ਼ੋਰਾਵਰ ਸਿੰਘ ਨੇ ਕੰਵਰ ਦੀ ਆਗਿਆ ਨਾਲ ਸਕਾਰਦੂ ਦੇ ਇਲਾਕੇ ਨੂੰ ਸਿੱਖ ਰਾਜ ਦੀ ਬਾਜ਼ਗੁਜ਼ਾਰ ਰਿਆਸਤ ਬਣਾ ਲਿਆ ਅਤੇ ਰਾਜ ਵਿੱਚ ਵਾਧਾ ਕੀਤਾ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਰਾਜਸੀ ਹਲਕਿਆਂ ਵਿੱਚ ਹਫੜਾ ਦਫੜੀ ਮਚ ਜਾਣ ਕਰਕੇ ਸਕਾਰਦੂ ਨੇ ਖਰਾਜ ਦੇਣਾ ਬੰਦ ਕਰ ਦਿੱਤਾ ਸੀ। ਇਸ ਲਈ ਖਜ਼ਾਨੇ ਨੂੰ ਘਾਟਾ ਪੈ ਰਿਹਾ ਸੀ। ਕੰਵਰ ਨੇ ਫੌਜ ਭੇਜ ਕੇ ਉਹਨਾਂ ਰਾਜਿਆਂ ਨੂੰ ਮਜਬੂਰ ਕੀਤਾ ਕਿ ਉਹ ਆਪਣੀ ਪਿਛਲੀ ਰਕਮ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਅਤੇ ਅੱਗੇ ਤੋਂ ਸਿੱਧੀ ਤਰ੍ਹਾਂ ਵੇਲੇ ਸਿਰ ਖਰਾਜ ਭੇਜਦੇ ਰਹਿਣ। ਲਾਹੌਰ ਦਰਬਾਰ ਵਿੱਚ ਆਪੋ ਤਪ ਪੈ ਜਾਣ ਕਰਕੇ ਲਾਹੌਰ ਰਾਜ ਦੇ ਆਪਣੇ ਗੁਆਂਢੀ ਰਾਜਾਂ ਖਾਸ ਕਰਕੇ ਅੰਗਰੇਜ਼ਾਂ ਨਾਲ ਸਬੰਧ ਵਿਗੜ ਗਏ ਸਨ। ਇਹਨਾਂ ਸਬੰਧਾਂ ਨੂੰ ਠੀਕ ਕਰਨਾ ਵੀ ਵਿਦੇਸ਼ੀ ਨੀਤੀ ਦਾ ਇੱਕ ਜ਼ਰੂਰੀ ਹਿੱਸਾ ਸੀ। ਕੰਵਰ ਨੇ ਇਸ ਸਮੱਸਿਆ ਵੱਲ ਖਾਸ ਧਿਆਨ ਦਿੱਤਾ। ਇਸ ਵਿੱਚ ਤਕੜਾਈ ਅਤੇ ਸਿਆਣਪ ਦੀ ਲੋੜ ਸੀ। ਅੰਗਰੇਜ਼ ਉੱਤਰ ਪੱਛਮੀ ਸਰਹੱਦ ਦੇ ਪਠਾਨਾਂ ਨੂੰ ਸਿੱਖ ਰਾਜ ਦੇ ਵਿਰੁੱਧ ਉਕਸਾਉਣ ਲੱਗ ਪਏ। ਨਾਲੇ ਉਹ ਆਪਣੀਆਂ ਫੌਜਾਂ ਲਈ ਪੰਜਾਬ ਵਿੱਚੋਂ ਅਫਗਾਨਿਸਤਾਨ ਤੱਕ ਆਉਣ ਜਾਣ ਦਾ ਰਾਹ ਲੈਣ ਦੀ ਆਗਿਆ ਲੱਗ ਰਹੇ ਸਨ। ਇਹਨਾਂ ਮਾਮਲਿਆਂ ਨੂੰ ਨੌ ਨਿਹਾਲ ਸਿੰਘ ਨੇ ਬੜੇ ਸੁਚੱਜੇ ਢੰਗ ਨਾਲ ਨਿਪਟਾਇਆ ਅਤੇ ਉਹ ਅੰਗਰੇਜ਼ਾਂ ਦੀ ਦੁਸ਼ਮਣੀ ਨੂੰ ਮਿੱਤਰਤਾ ਵਿੱਚ ਬਦਲਣ ਲਈ ਕਾਮਯਾਬ ਹੋ ਗਿਆ। ਘਰੇਲੂ ਮਾਮਲਿਆਂ ਵਿੱਚ ਕੰਵਰ ਲਈ ਸਭ ਤੋਂ ਵੱਡੀ ਸਮੱਸਿਆ ਇਹ ਸੀ ਕਿ ਉਹ ਆਪਣੇ ਪਿਤਾ ਖੜਕ ਸਿੰਘ ਨੂੰ ਕਿਵੇਂ ਖੁਸ਼ ਰੱਖੇ। ਮਹਾਰਾਜਾ ਖੜਕ ਸਿੰਘ ਆਪਣੀ ਬਰਤਰਫੀ 'ਤੇ ਨਾਰਾਜ਼ ਸੀ ਅਤੇ ਆਏ ਦਿਨ ਕੰਵਰ ਲਈ ਔਕੜਾਂ ਖੜੀਆਂ ਕਰ ਛੱਡਦਾ ਸੀ। ਰਾਜਨੀਤੀ ਕਹਿੰਦੀ ਸੀ ਕਿ ਇਹ ਅੰਦਰੋਂ ਅੰਦਰ ਭਖ ਰਹੀਆਂ ਗੱਲਾਂ ਲੋਕਾਂ ਤੱਕ ਨਾ ਪਹੁੰਚਣ, ਸੋ ਉਹਨੇ ਆਪਣੇ ਪਿਤਾ ਦੀਆਂ ਕਈ ਸ਼ਿਕਾਇਤਾਂ ਨੂੰ ਆਪਣੇ ਮੰਤਰੀ ਧਿਆਨ ਸਿੰਘ ਦੀ ਵਿਰੋਧਤਾ ਦੇ ਬਾਵਜੂਦ ਵੀ ਦੂਰ ਕੀਤਾ। ਉਹਨੇ ਆਪਣੇ ਪਿਤਾ ਦੇ ਹਿੱਤੂ ਮਿਸਰ ਬੇਲੀ ਰਾਮ ਨੂੰ ਰਿਹਾ ਕਰਨ ਦਾ ਹੁਕਮ ਦੇ ਦਿੱਤਾ ਅਤੇ ਉਸ ਤੋਂ ਅਗਾਂਹ ਪਿਛਲੀਆਂ ਭੁੱਲਾਂ ਦੀ ਮੁਆਫੀ ਵੀ ਮੰਗਵਾ ਲਈ। ਇਸੇ ਤਰ੍ਹਾਂ ਸ਼ੇਰ ਸਿੰਘ ਜੋ ਰਾਜਗੱਦੀ 'ਤੇ ਧੱਕੋ ਜ਼ੋਰੀ ਆਪਣਾ ਹੱਕ ਜਮਾਉਂਦਾ ਸੀ, ਅੰਗਰੇਜ਼ਾਂ ਨਾਲ ਸਾਜ਼ਬਾਜ਼ ਕਰਦਾ ਰਹਿੰਦਾ ਸੀ। ਉਹਨੇ ਕੰਵਰ ਕੋਲੋਂ ਹਰਿਦੁਆਰ ਦੀ ਯਾਤਰਾ ਲਈ 1 ਮਹੀਨੇ ਦੀ ਛੁੱਟੀ ਮੰਗੀ ਤਾਂ ਜੋ ਛੁੱਟੀ ਦੇ ਬਹਾਨੇ ਸਤਲੁਜੋਂ ਪਾਰ ਅੰਗਰੇਜ਼ਾਂ ਨਾਲ ਗੰਢ ਤੁਪ ਕਰ ਰਹੇ। ਕੰਵਰ ਨੇ ਸ਼ੇਰ ਸਿੰਘ ਦੀ ਚਾਲ ਤਾੜ ਲਈ ਅਤੇ ਉਹਦੀ ਛੁੱਟੀ ਮਨਜ਼ੂਰ ਨਾ ਕੀਤੀ। ਮਿਸਰ ਬੇਲੀ ਰਾਮ ਦੀ ਰਿਹਾਈ 'ਤੇ ਧਿਆਨ ਸਿੰਘ ਕੰਵਰ ਨਾਲ ਨਾਰਾਜ਼ ਹੋ ਗਿਆ ਤਾਂ ਪਤਾ ਲੱਗਾ ਕਿ ਊਧਮ ਸਿੰਘ ਤਾਂ ਬਿਲਕੁਲ ਖਤਮ ਹੋ ਚੁੱਕਾ ਸੀ, ਪਰ ਕੰਵਰ ਦੇ ਸਿਰ 'ਤੇ ਬਾਹਾਂ 'ਤੇ ਸੱਟ ਲੱਗਣ ਨਾਲ ਸਖਤ ਫੱਟੜ ਹੋ ਗਿਆ ਹੈ। ਹਕੀਮ ਗੋਬਿੰਦ ਰਾਮ ਨੇ ਕੰਵਰ ਦੀ ਨਬਜ਼ ਟੋਕ ਕੇ ਦੱਸਿਆ ਕਿ ਉਹ ਕੁਝ ਪਲਾਂ ਦਾ ਪ੍ਰਾਹੁਣਾ ਹੈ। ਕੰਵਰ ਨੂੰ ਚੁੱਕ ਕੇ ਹਜ਼ੂਰੀ ਬਾਗ ਦੀ ਬਾਰਾਂਦਰੀ ਵਿੱਚ ਲੈ ਜਾਂਦਾ ਗਿਆ। ਲੋਕਾਂ ਨੇ ਆਲੇ ਦੁਆਲੇ ਬੜੀ ਭੀੜ ਪਾਈ ਹੋਈ ਸੀ। ਮਿਸਰ ਬੇਲੀ ਰਾਮ ਦੀ ਰਿਹਾਈ 'ਤੇ ਧਿਆਨ ਸਿੰਘ ਕੰਵਰ ਸਿੰਘ ਨਾਲ ਨਾਰਾਜ਼ ਹੋ ਗਿਆ ਅਤੇ ਉਹ ਛੁੱਟੀ ਲੈ ਕੇ ਜੰਮੂ ਵੱਲ ਚਲਾ ਗਿਆ। ਪਿੱਛੋਂ ਬਾਕੀ ਦਰਬਾਰੀਆਂ ਨੇ ਧਿਆਨ ਸਿੰਘ ਦੇ ਵਿਰੁੱਧ ਕੰਵਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਪਰ ਕੰਵਰ ਲਾਈਲੱਗ ਨਹੀਂ ਸੀ।
कंवर उन्हां दी एक ना सुनी बल्कि उन्हां ते ध्यान सिंह की योग्यता ते राजनीतिक सूझबूझ का प्रभाव पाया। उधर कंवर ने ध्यान सिंह के दरबार तो गैर हाज़री के अवसर नूं अपने पिता दियां अपने अते ध्यान सिंह बारे पईयां कई गलतफहमियां दूर करने लई वरतिया ते आपस विच मन मनवा कर लिया। उपर लिखियां गल्लां साफ दसदियां हन कि कंवर अपनी छोटी उम्र विच ही बड़ी सूझबूझ का मालिक सी अते सब दे गुस्से गिले वैर विरोध दूर करके राज नूं खुशहाल बनाउणा चाहुंदा सी। ਉਹ नरमी वेले नरमी सख्ती वेले सख्ती वरत सकदा सी। ਉਹਦਾ ਨਿਸ਼ਾਨਾ केवल ਤੇ केवल ਇਹ ਸੀ ਕਿ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੀ ਸ਼ਾਨ ਤੋਂ ਵੀ ਵੱਧ ਚਮਕੇ ਤੇ ਇਸ ਦਾ ਬੋਲਬਾਲਾ ਹੋਵੇ। ਉਹਦੇ ਸਮਕਾਲੀਆਂ ਦੀ ਰਾਏ ਸੀ ਕਿ ਜੇ ਪਰਮਾਤਮਾ ਨੂੰ ਲੰਮੀ ਉਮਰ ਬਖਸ਼ਦਾ ਤਾਂ ਰਣਜੀਤ ਸਿੰਘ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਉਹ ਸਿੱਖ ਰਾਜ ਦੀ ਨੀਂਹ ਪੱਕੀ ਕਰ ਦਿੰਦਾ ਤੇ ਰਾਜ ਦਾ ਇਹ ਹਾਲ ਨਾ ਹੁੰਦਾ ਜੋ ਉਹਦੀ ਮੌਤ ਤੋਂ ਪਿੱਛੋਂ ਹੋਇਆ। महाराजा खड़क सिंह की मौत समय कंवर कुछ दिनों लिए अपनी माता के नाल अपने नानके गया होया सी। इस खबर नूं सुनदियां ही वो अपने पिता के संस्कार करने लई एकदम लाहौर पहुंचिया। हाली चिखा बल ही रही सी कि कंवर नौ निहाल सिंह की तबीयत अचानक खराब हो गई। उन्होंने सख्त पेट दर्द के नाल कैयां आनियां शुरू हो गई, इसलिए उन्हें चुक के महाराजा रणजीत सिंह की समाध को ले जाया गया तो उस वेले सरकारी हकीमां नूं सद्दिया गया जिन्हां दे इलाज नाल कंवर जल्दी ही 9 बार 9 हो गया। जब सब मातमी इकट्ठे होकर इशनान लई रावी वल जा रहे सन तां कंवर उन्हां नाल जाण दे योग हो चुका सी। इस समय जदों राजा गुलाब सिंह के लड़के मियाँ उधम सिंह नाल हत्थ विच हत्थ पा के शहर के वड्डे दरवाजे थल्लों लंघ रहा सी तां अचानक छज्जा थल्ले आ पिया ते दोवें जणे थल्ले दब्बे गए। राजा ध्यान सिंह अते दीवान चंद भी फट्टड़ हो गए। जदों उन्हां नूं हफड़ा दफड़ी विच थल्लों कढ़िया गया तां पता लगा कि उधम सिंह तां बिल्कुल खत्म हो चुका सी, पर कंवर दे सिर ते बाहां सट लगन नाल सख्त फट्टड़ हो गया है। हकीम गोबिंद राम ने कंवर दी नबज टोक के दस्सिया ਉਹ ਕੁਝ ਪਲਾਂ ਦਾ ਹੀ ਪ੍ਰਾਹੁਣਾ ਹੈ। ਕੰਵਰ ਨੂੰ ਚੁੱਕ ਕੇ ਹਜ਼ੂਰੀ ਬਾਗ ਦੀ ਬਾਰਾਂਦਰੀ ਵਿੱਚ ਲੈ ਜਾਂਦਾ ਗਿਆ। ਲੋਕਾਂ ਨੇ ਆਲੇ ਦੁਆਲੇ ਬੜੀ ਭੀੜ ਪਾਈ ਹੋਈ ਸੀ। ਉਹਨਾਂ ਨੂੰ ਧੱਕ ਕੇ ਉੱਥੋਂ ਪਰੇ ਕੀਤਾ ਗਿਆ ਤੇ ਬਾਗ ਦਾ ਦਰਵਾਜ਼ਾ ਬੰਦ ਕਰ ਦਿੱਤਾ ਗਿਆ। ਉੱਥੇ ਕੇਵਲ ਫਕੀਰ ਅਜ਼ੀਜ਼ੁਦੀਨ, ਨੂਰਦੀਨ ਅਤੇ ਜਮਾਦਾਰ ਖੁਸ਼ਹਾਲ ਸਿੰਘ ਆਦਿ ਹੀ ਠਹਿਰੇ ਰਹੇ। ਮੰਤਰੀ ਮੰਡਲ ਦੀ ਇੱਕ ਉਚੇਚੀ ਬੈਠਕ ਬੁਲਾਈ ਗਈ ਜਿਸ ਵਿੱਚ ਕੰਵਰ ਦੀ ਮੌਤ ਪਿੱਛੋਂ ਪੈਦਾ ਹੋਈ ਹਾਲਤ ਅਤੇ ਰਾਜ ਪ੍ਰਬੰਧ ਬਾਰੇ ਫੈਸਲੇ ਕੀਤੇ ਗਏ, ਜਿਨ੍ਹਾਂ ਅਨੁਸਾਰ ਆਰਜੀ ਰਾਜ ਪ੍ਰਬੰਧ ਰਾਜਾ ਧਿਆਨ ਸਿੰਘ ਨੂੰ ਸੌਂਪਿਆ ਗਿਆ। ਕੰਵਰ ਦੀ ਮੌਤ ਦੀ ਖਬਰ ਨੂੰ ਲੋਕਾਂ ਕੋਲੋਂ ਲੁਕਾ ਕੇ ਰੱਖਿਆ ਗਿਆ ਤੇ ਰਾਤੋਂ ਰਾਤ ਸ਼ੇਰ ਸਿੰਘ ਵੱਲ, ਜੋ ਉਸ ਵੇਲੇ ਕੁਝ ਦੂਰ ਸ਼ਿਕਾਰ ਖੇਡਣ ਗਿਆ ਹੋਇਆ ਸੀ, ਹਰਕਾਰੇ ਭੇਜੇ ਗਏ। ਸ਼ੇਰ ਸਿੰਘ ਦੇ ਅਗਲੇ ਦਿਨ ਲਾਹੌਰ ਪਹੁੰਚਣ ਤੇ ਨੌ ਨਿਹਾਲ ਸਿੰਘ ਦੀ ਮੌਤ ਦੀ ਖਬਰ ਸਰਕਾਰੀ ਤੌਰ ਤੇ ਦਿੱਤੀ ਗਈ ਤੇ ਉਸੇ ਦਿਨ ਉਹਦਾ ਸੰਸਕਾਰ ਕਰ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਪਿੱਛੋਂ ਇਹ ਸਿੱਖ ਰਾਜ ਨੂੰ ਇੱਕ ਵੱਡੀ ਸੱਟ ਸੀ। ਨੌ ਨਿਹਾਲ ਸਿੰਘ ਦੇ ਚਲਾਣੇ ਨਾਲ ਹੀ ਸਿੱਖ ਰਾਜ ਦੀ ਮੁੜ ਉਸਾਰੀ ਦੀਆਂ ਆਸਾਂ, ਜੋ ਉਹਦੇ ਰਾਜ ਭਾਗ ਸੰਭਾਲਦਿਆਂ ਹੀ ਜਾਗ ਪਈਆਂ ਸਨ, ਸਦਾ ਲਈ ਖਤਮ ਹੋ ਗਈਆਂ। ਰਾਣੀ ਚੰਦ ਕੌਰ। ਸਿੱਖ ਰਾਜ ਦਾ ਪਤਨ ਲਿਆਉਣ ਵਿੱਚ ਜਿੰਨਾ ਹਿੱਸਾ ਰਾਜ ਘਰਾਣੇ ਦੀਆਂ ਇਸਤਰੀਆਂ, ਖਾਸ ਕਰਕੇ ਰਾਣੀ ਚੰਦ ਕੌਰ ਤੇ ਰਾਣੀ ਜਿੰਦ ਕੌਰ ਦਾ ਹੈ, ਉਤਨਾ ਸ਼ਾਇਦ ਕਿਸੇ ਹੋਰ ਦਾ ਨਾ ਹੋਵੇ। ਇਹਨਾਂ ਦੀ ਖੁਦਗਰਜ਼ੀ, ਬੇਸਮਝੀ, ਹਵਸ ਅਤੇ ਬਦਲਾ ਲਓ ਨੀਤੀ ਨੇ ਇਹਨਾਂ ਨੂੰ ਇਤਨਾ ਅੰਨਾ ਕਰ ਦਿੱਤਾ ਸੀ ਕਿ ਇਹਨਾਂ ਨੇ ਰਾਜ ਦੇ ਹਿੱਤਾਂ ਨੂੰ ਬਿਲਕੁਲ ਤਿਆਗ ਦਿੱਤਾ ਅਤੇ ਉਹ ਰਾਜ ਜਿਹੜਾ ਇਹਨਾਂ ਨੇ ਵੱਡੇ ਵਡੇਰਿਆਂ ਦੇ ਖੂਨ ਪਸੀਨੇ ਅਤੇ ਕੁਰਬਾਨੀਆਂ ਦੀਆਂ ਨੀਹਾਂ 'ਤੇ ਉਸਾਰਿਆ ਸੀ, ਇਹਨਾਂ ਨੇ ਆਪਣੇ ਨਿਕਟ ਦ੍ਰਿਸ਼ਟੀ ਅਤੇ ਮੂਰਖਤਾ ਕਾਰਨ ਤਬਾਹ ਕਰਕੇ ਰੱਖ ਦਿੱਤਾ। ਇਹਨਾਂ ਦੀ ਕਹਾਣੀ ਪੜ੍ਹ ਕੇ ਮਨੁੱਖ ਹੈਰਾਨ ਹੁੰਦਾ ਹੈ ਕਿ ਮਨੁੱਖ ਦੇ ਆਚਰਣ ਵਿੱਚ ਵੀ ਕਦੀ ਇਤਨੀ ਗਿਰਾਵਟ ਆ ਸਕਦੀ ਹੈ। ਖੜਕ ਸਿੰਘ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ ਵੱਖ-ਵੱਖ ਰਾਣੀਆਂ ਤੋਂ 6 ਲੜਕੇ ਹਨ। ਸ਼ੇਰ ਸਿੰਘ, ਤਾਰਾ ਸਿੰਘ, ਪਸ਼ੌਰਾ ਸਿੰਘ, ਕਸ਼ਮੀਰਾ ਸਿੰਘ, ਸੁਲਤਾਨਾ ਸਿੰਘ ਤੇ ਦਲੀਪ ਸਿੰਘ। ਇਹਨਾਂ ਸਭਨਾਂ ਵਿੱਚੋਂ ਸ਼ੇਰ ਸਿੰਘ ਵੱਡਾ ਸੀ। ਇਹਨੇ ਖੜਕ ਸਿੰਘ ਦੇ ਗੱਦੀ 'ਤੇ ਬੈਠਣ ਵੇਲੇ ਵੀ ਆਪਣਾ ਹੱਕ ਜਮਾਉਣ ਲਈ ਬੜੇ ਹੱਥ ਪੈਰ ਮਾਰੇ ਸਨ। ਕੰਵਰ ਨੌ ਨਿਹਾਲ ਸਿੰਘ ਦੀ ਮੌਤ ਪਿੱਛੋਂ ਰਾਜ ਦੇ ਮੁਖੀਆਂ ਦੀ ਬਹੁਸੰਮਤੀ ਨੇ ਇਹਦਾ ਹੱਕ ਸਵੀਕਾਰ ਕਰਕੇ ਗੱਦੀ ਇਹਨੂੰ ਸੌਂਪ ਦਿੱਤੀ। ਨੌ ਨਿਹਾਲ ਸਿੰਘ ਦੀ ਮਾਤਾ ਰਾਣੀ ਚੰਦ ਕੌਰ ਦੀ ਸ਼ੇਰ ਸਿੰਘ ਨਾਲ ਪੁਰਾਣੀ ਖਾਰ ਸੀ। ਉਹ ਸੰਧਾ ਵਾਲੀਆ ਸਰਦਾਰਾਂ ਦੀ ਚੁੱਕ ਵਿੱਚ ਆ ਕੇ ਸ਼ੇਰ ਸਿੰਘ ਦਾ ਵਿਰੋਧ ਕਰਦੀ ਰਹੀ ਤੇ ਉਹਨੇ ਉਸ ਦੀ ਥਾਂ ਕੰਵਰ ਨੌ ਨਿਹਾਲ ਸਿੰਘ ਦੀ ਗਰਭਵਤੀ ਵਿਧਵਾ ਰਾਣੀ ਸਾਹਿਬ ਕੌਰ ਦੇ ਹੋਣ ਵਾਲੇ ਬੱਚੇ ਦੇ ਹੱਕ ਵਿੱਚ ਅੰਦੋਲਨ ਸ਼ੁਰੂ ਕਰ ਦਿੱਤਾ। ਉਹਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜਿੰਨੀ ਦੇਰ ਤੱਕ ਬੱਚਾ ਬਾਲਗ ਨਹੀਂ ਹੋ ਜਾਂਦਾ, ਉਹ ਰਾਜ ਭਾਗ ਆਪ ਹੀ ਸੰਭਾਲੇਗੀ। ਇਸ ਨਾਲ ਰਾਜ ਦਰਬਾਰੀਆਂ ਵਿੱਚ 2 ਧੜੇ ਬਣ ਗਏ। ਭਾਵੇਂ ਸਭ ਇਸ ਗੱਲ 'ਤੇ ਸਹਿਮਤ ਸਨ ਕਿ ਸ਼ੇਰ ਸਿੰਘ ਨਾਲੋਂ ਹੋਣ ਵਾਲੇ ਬੱਚੇ ਦਾ ਗੱਦੀ 'ਤੇ ਵਧੇਰਾ ਹੱਕ ਹੈ, ਪਰ ਇਸ ਸਵਾਲ 'ਤੇ ਸਖਤ ਫੁੱਟ ਪੈ ਗਈ। ਉਤਨੀ ਦੇਰ ਤੱਕ ਸਰਪ੍ਰਸਤ ਸ਼ੇਰ ਸਿੰਘ ਬਣਿਆ ਰਹੇ ਜਾਂ ਚੰਦ ਕੌਰ। ਚੰਦ ਕੌਰ ਦੇ ਵਿਰੋਧੀਆਂ ਦਾ ਖਿਆਲ ਇਹ ਸੀ ਕਿ ਇਸ ਵੇਲੇ ਜਦ ਦੇਸ਼ ਅੰਦਰ ਫੁੱਟ ਵੱਧ ਰਹੀ ਹੈ ਤੇ ਬਾਹਰ ਵਿਦੇਸ਼ੀ ਹਕੂਮਤਾਂ ਸਿੱਖ ਰਾਜ ਨੂੰ ਖਤਮ ਕਰਨ 'ਤੇ ਤੁਲੀਆਂ ਹੋਈਆਂ ਹਨ, ਰਾਜ ਪ੍ਰਬੰਧ ਇੱਕ ਇਸਤਰੀ ਦੇ ਹਵਾਲੇ ਕਰਨਾ ਉਚਿਤ ਨਹੀਂ।
ਉਧਰ ਚੰਦ ਕੌਰ ਇਸ ਗੱਲ 'ਤੇ ਤੁਲੀ ਹੋਈ ਸੀ ਕਿ ਜੇ ਪੂਰੀ ਤਾਕਤ ਉਹਦੇ ਹੱਥ ਨਾ ਦਿੱਤੀ ਗਈ ਤਾਂ ਉਹ ਅੰਗਰੇਜ਼ਾਂ ਦੀ ਮਦਦ ਲੈਣ 'ਤੇ ਮਜਬੂਰ ਹੋ ਜਾਏਗੀ। ਇਸ ਹੱਠ ਧਰਮੀ ਅੱਗੇ ਬਾਕੀ ਸਰਦਾਰਾਂ ਨੂੰ ਝੁਕਣਾ ਪਿਆ ਤੇ ਅੰਤ ਨੂੰ ਫੈਸਲਾ ਹੋਇਆ ਕਿ ਜਿੰਨਾ ਚਿਰ ਤੱਕ ਬੱਚਾ ਜਨਮ ਨਹੀਂ ਲੈਂਦਾ ਉਤਨੀ ਦੇਰ ਤੱਕ ਸ਼ੇਰ ਸਿੰਘ ਇੱਕ ਪਾਸੇ ਹੋ ਜਾਏ ਤੇ ਰਾਣੀ ਚੰਦ ਕੌਰ, ਰਾਜਾ ਧਿਆਨ ਸਿੰਘ, ਅਤਰ ਸਿੰਘ ਸੰਧਾਵਾਲੀਆ, ਜਮਾਂਦਾਰ ਖੁਸ਼ਹਾਲ ਸਿੰਘ ਅਤੇ ਲਹਿਣਾ ਸਿੰਘ ਸਹਾਇਤਾ ਨਾਲ ਰਾਜ ਪ੍ਰਬੰਧ ਚਲਾਏ। ਚਾਹੀਦਾ ਤਾਂ ਇਹ ਸੀ ਕਿ ਸਾਂਝੇ ਭਲੇ ਨੂੰ ਮੁੱਖ ਰੱਖਦਿਆਂ ਸਭ ਜਣੇ ਰਲ ਮਿਲ ਕੇ ਰਾਜ ਪ੍ਰਬੰਧ ਚਲਾਉਂਦੇ, ਪਰ ਚੰਦ ਕੌਰ ਦੇ ਪੱਖੀ ਸਰਦਾਰ ਧਿਆਨ ਸਿੰਘ ਨਾਲ ਅੰਦਰੋਂ ਅੰਦਰ ਲੱਗਦੇ ਸਨ ਅਤੇ ਉਹਦੇ ਰਾਹ ਵਿੱਚ ਅੜਿੱਕੇ ਖੜੇ ਕਰਨੇ ਉਹਨਾਂ ਦਾ ਨੇਮ ਬਣਿਆ ਹੋਇਆ ਸੀ। ਇਸ ਹਾਲਤ ਤੋਂ ਤੰਗ ਆ ਕੇ ਧਿਆਨ ਸਿੰਘ ਛੁੱਟੀ ਲੈ ਕੇ ਜੰਮੂ ਵੱਲ ਚਲਾ ਗਿਆ। ਉੱਥੇ ਜਾ ਕੇ ਉਹਨੇ ਸ਼ੇਰ ਸਿੰਘ ਨੂੰ ਲਿਖਿਆ ਕਿ ਉਹ ਰਾਣੀ ਨਾਲ ਦੋ ਹੱਥ ਕਰਨ ਲਈ ਤਿਆਰ ਰਹੇ। ਰਾਜਾ ਧਿਆਨ ਸਿੰਘ ਦਾ ਫੌਜ ਵਿੱਚ ਚੰਗਾ ਅਸਰ ਰਸੂਖ ਸੀ, ਸੋ ਇਸ ਕੰਮ ਵਿੱਚ ਉਹਨੇ ਫੌਜ ਦੇ ਯੂਰਪੀਅਨ ਅਫਸਰਾਂ ਦੀ ਮਦਦ ਹਾਸਲ ਕਰ ਲਈ। ਉਧਰ ਧਿਆਨ ਸਿੰਘ ਦੇ ਲਾਹੌਰ ਤੋਂ ਚਲੇ ਜਾਣ ਨਾਲ ਰਾਜ ਪ੍ਰਬੰਧ ਬਿਲਕੁਲ ਵਿਗੜ ਗਿਆ। ਚੰਦ ਕੌਰ ਨੇ ਮਜਬੂਰ ਹੋ ਕੇ ਧਿਆਨ ਸਿੰਘ ਨੂੰ ਮੁੜ ਆਉਣ ਲਈ ਬੜੇ ਹਾੜੇ ਪਾਏ ਤੇ ਯਕੀਨ ਦਿਵਾਇਆ ਕਿ ਰਾਜ ਪ੍ਰਬੰਧ ਵਿੱਚ ਉਹਦੀ ਸਲਾਹ 'ਤੇ ਚੱਲਿਆ ਜਾਏਗਾ, ਪਰ ਮਾਮਲਾ ਬਹੁਤ ਵਿਗੜ ਚੁੱਕਾ ਸੀ। ਧਿਆਨ ਸਿੰਘ ਜਿਸ ਮੌਕੇ ਦੀ ਉਡੀਕ ਵਿੱਚ ਸੀ ਉਹ ਆ ਚੁੱਕਾ ਸੀ। ਉਹਨੇ ਸ਼ੇਰ ਸਿੰਘ ਨੂੰ ਫੌਰਨ ਲਾਹੌਰ ਅਪਣਾਉਣ ਲਈ ਲਿਖ ਭੇਜਿਆ। ਸ਼ੇਰ ਸਿੰਘ ਆਪਣੇ ਸਿਪਾਹੀਆਂ ਦਾ ਇੱਕ ਮਜ਼ਬੂਤ ਦਸਤਾ ਲੈ ਕੇ ਝੱਬਦੇ ਹੀ ਲਾਹੌਰ ਦੀ ਫੌਜੀ ਛਾਉਣੀ ਲਾਗੇ ਪਹੁੰਚ ਗਿਆ। ਧਿਆਨ ਸਿੰਘ ਨੇ ਪਹਿਲਾਂ ਹੀ ਫੌਜੀ ਅਫਸਰਾਂ ਨੂੰ ਆਪਣੇ ਵੱਲ ਕੀਤਾ ਹੋਇਆ ਸੀ, ਇਸ ਲਈ ਉਹਨਾਂ ਨੇ ਸ਼ੇਰ ਸਿੰਘ ਦਾ ਨਿੱਘਾ ਸਵਾਗਤ ਕੀਤਾ। ਉਧਰ ਰਾਣੀ ਚੰਦ ਕੌਰ ਵੀ ਆਉਣ ਵਾਲੀ ਸਥਿਤੀ ਨੂੰ ਭਾਂਪ ਗਈ ਸੀ। ਉਹਨੇ ਧਿਆਨ ਸਿੰਘ ਦੇ ਭਰਾ ਰਾਜਾ ਗੁਲਾਬ ਸਿੰਘ ਨੂੰ ਲਾਰੇ ਦੇ ਕੇ ਆਪਣੇ ਵੱਲ ਕਰ ਲਿਆ ਤੇ ਕਿਲੇ ਲਾਗੇ ਠਹਿਰੀਆਂ ਹੋਈਆਂ ਫੌਜਾਂ ਨੂੰ ਸ਼ਹਿਰ ਦੀ ਕਿਲ੍ਹਾਬੰਦੀ ਮਜ਼ਬੂਤ ਕਰ ਲਈ। ਸ਼ੇਰ ਸਿੰਘ ਆਪਣੀ ਫੌਜ ਦੀ ਅਗਵਾਈ ਕਰਦਾ ਹੋਇਆ ਸ਼ਾਮ ਵੇਲੇ ਸ਼ਹਿਰ ਅੰਦਰ ਦਾਖਲ ਹੋ ਗਿਆ। ਗਿਣੀ ਮਿੱਥੀ ਸਾਜ਼ਿਸ਼ ਦੇ ਅਧੀਨ ਦਰਵਾਜ਼ਿਆਂ ਦੀ ਰਾਖੀ ਕਰਨ ਵਾਲੇ ਦਸਤਿਆਂ ਨੇ ਸ਼ਹਿਰ ਦੇ ਬੂਹੇ ਚੌੜ ਚਪੱਟ ਖੋਲ੍ਹ ਦਿੱਤੇ। ਸ਼ੇਰ ਸਿੰਘ ਨੇ ਚੰਦ ਕੌਰ ਦੀਆਂ ਫੌਜਾਂ ਨੂੰ ਹਥਿਆਰ ਸੁੱਟਣ ਲਈ ਕਿਹਾ। ਰਾਣੀ ਦੇ ਇਸ ਮੰਗ ਨੂੰ ਠੁਕਰਾ ਦੇਣ 'ਤੇ ਸ਼ੇਰ ਸਿੰਘ ਨੇ ਕਿਲੇ 'ਤੇ ਗੋਲਾਬਾਰੀ ਸ਼ੁਰੂ ਕਰ ਦਿੱਤੀ। ਹਮਲਾਵਰਾਂ ਨੇ ਦੋ ਹੱਲੇ ਕੀਤੇ, ਪਰ ਦੋਵੇਂ ਹੀ ਪਛਾੜ ਦਿੱਤੇ ਗਏ। ਰਾਣੀ ਨੇ ਅੰਗਰੇਜ਼ਾਂ ਨੂੰ ਪੇਸ਼ਕਸ਼ ਕੀਤੀ ਕਿ ਜੇ ਉਹ ਉਹਨਾਂ ਦੀ ਮਦਦ 'ਤੇ ਆ ਜਾਣ ਤਾਂ ਕਸ਼ਮੀਰ ਉਹਨਾਂ ਦੇ ਹਵਾਲੇ ਕਰ ਦੇਵੇਗੀ। ਉਧਰ ਸ਼ੇਰ ਸਿੰਘ ਨੇ ਕਿਲੇ 'ਤੇ ਕੀਤੇ ਗਏ ਹਮਲੇ ਦੇ ਪਸਪਾ ਹੋਣ ਕਰਕੇ ਧਿਆਨ ਸਿੰਘ ਨੂੰ ਜੰਮੂ ਬੁਲਾ ਭੇਜਿਆ। ਉਹਦੇ ਆਉਣ 'ਤੇ ਲੜਾਈ ਦੀ ਸਥਿਤੀ ਬਿਲਕੁਲ ਬਦਲ ਗਈ। ਧਿਆਨ ਸਿੰਘ ਨੇ ਆਉਂਦਿਆਂ ਹੀ ਸੁਲ੍ਹਾ ਦੀ ਪੇਸ਼ਕਸ਼ ਕੀਤੀ, ਜਿਸ ਵਿੱਚ ਉਹਨੇ ਰਾਣੀ ਨੂੰ ਮਜਬੂਰ ਕੀਤਾ ਕਿ ਉਹ ਗੱਦੀ 'ਤੇ ਆਪਣਾ ਹੱਕ ਛੱਡ ਦੇਵੇ, ਜਿਸ ਦੇ ਬਦਲੇ ਵਿੱਚ ਉਹਨੂੰ 9 ਲੱਖ ਦੀ ਜ਼ਗੀਰ ਦਿੱਤੀ ਜਾਵੇਗੀ ਤੇ ਉਹਨੂੰ ਉਹਦੀ ਹੈਸੀਅਤ ਮੁਤਾਬਕ ਸਨਮਾਨ ਦਿੱਤਾ ਜਾਏਗਾ। ਬੁਰੀ ਤਰ੍ਹਾਂ ਘਿਰੀ ਹੋਈ ਰਾਣੀ ਨੂੰ ਇਹ ਤਜਵੀਜ਼ ਮਜਬੂਰਨ ਮੰਨਣੀ ਪਈ ਤੇ ਉਹਨੇ ਕਿਲ੍ਹਾ ਖਾਲੀ ਕਰ ਦਿੱਤਾ। ਰਾਣੀ ਦੇ 10 ਹਫ਼ਤਿਆਂ ਦੇ ਰਾਜ ਦੀ ਬਦਅਮਨੀ ਅਤੇ ਬਦ ਇੰਤਜ਼ਾਮੀ ਖਤਮ ਹੋ ਗਈ ਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਰਾਣੀ ਦੀ ਅੰਗਰੇਜ਼ਾਂ ਕੋਲੋਂ ਸ਼ੇਰ ਸਿੰਘ ਵਿਰੁੱਧ ਮਦਦ ਮੰਗਣ ਦੀ ਪੇਸ਼ਕਸ਼ ਨੇ ਅੰਗਰੇਜ਼ਾਂ ਅੱਗੇ ਸਿੱਖਾਂ ਦੀ ਫੁੱਟ ਦਾ ਭੇਦ ਖੋਲ੍ਹ ਦਿੱਤਾ। ਇਤਿਹਾਸ ਦੱਸਦਾ ਹੈ ਕਿ ਭਾਵੇਂ ਕੌਮ ਕਿਤਨੀ ਵੀ ਛੋਟੀ ਕਿਉਂ ਨਾ ਹੋਵੇ, ਜਦ ਤੱਕ ਉਸ ਵਿੱਚ ਏਕਤਾ ਹੈ, ਵੈਰੀ ਉਸ ਦੇ ਲਾਗੇ ਵੀ ਨਹੀਂ ਫੜਕ ਸਕਦਾ। ਪਰ ਆਪੋ ਵਿੱਚ ਫੁੱਟ ਗੁਲਾਮੀ ਕਬੂਲ ਕਰਨ ਅਤੇ ਵੈਰੀ ਨੂੰ ਸੱਦਾ ਦੇਣ ਦੇ ਬਰਾਬਰ ਹੁੰਦੀ ਹੈ। ਅੰਗਰੇਜ਼ਾਂ ਨੂੰ ਸਿੱਖਾਂ ਦੀ ਇਸ ਕਮਜ਼ੋਰੀ ਦਾ ਪਤਾ ਲੱਗ ਗਿਆ ਤੇ ਉਹਨਾਂ ਨੇ ਇਸ ਕਮਜ਼ੋਰੀ ਤੋਂ ਲਾਭ ਉਠਾ ਕੇ ਹੋਰ ਡੂੰਘਾ ਪਾੜ ਪਾ ਕੇ ਸਿੱਖ ਤਾਕਤ ਨੂੰ ਮਲੀਆ ਮੇਟ ਕਰਕੇ ਅੰਤ ਵਿੱਚ ਸਾਰੇ ਦੇ ਸਾਰੇ ਪੰਜਾਬ ਨੂੰ ਹੜੱਪ ਕਰ ਲਿਆ। ਦੂਜੇ ਸ਼ੇਰ ਸਿੰਘ ਅਤੇ ਚੰਦ ਕੌਰ ਨੇ ਆਪੋ ਆਪਣੀਆਂ ਫੌਜਾਂ ਵਿੱਚ ਪੈਸੇ ਵੰਡ ਕੇ ਉਹਨਾਂ ਨੂੰ ਭੂਏ ਕਰ ਲਿਆ ਤੇ ਹੌਲੀ ਹੌਲੀ ਜ਼ਬਤ ਤੋਂ ਬਾਹਰ ਹੁੰਦੀਆਂ ਗਈਆਂ ਤੇ ਨਾ ਕੇਵਲ ਉਹ ਮਨਮਾਨੀਆਂ ਕਰਨ ਲੱਗ ਪਈਆਂ, ਬਲਕਿ ਉਹਨਾਂ ਨੇ ਹਰ ਔਕੜ ਵੇਲੇ ਸੌਦਾਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਜਿੱਤ ਪਿੱਛੋਂ ਸ਼ੇਰ ਸਿੰਘ ਨੇ ਆਪਣੀ ਫੌਜ ਵਿੱਚ ਧਨ ਵੰਡਣ ਦਾ ਇਕਰਾਰ ਕੀਤਾ ਹੋਇਆ ਸੀ, ਪਰ ਰਾਣੀ ਚੰਦ ਕੌਰ ਕਿਲ੍ਹਾ ਖਾਲੀ ਕਰਨ ਲੱਗਿਆਂ ਸਾਰਾ ਖਜ਼ਾਨਾ ਆਪਣੇ ਨਾਲ ਹੀ ਲੈ ਗਈ ਸੀ। ਇਸ ਲਈ ਸ਼ੇਰ ਸਿੰਘ ਫੌਜ ਨਾਲ ਆਪਣਾ ਇਕਰਾਰ ਪੂਰਾ ਨਾ ਕਰ ਸਕਿਆ। ਇਸ 'ਤੇ ਫੌਜੀ ਸ਼ਹਿਰ ਵਿੱਚ ਲੁੱਟ ਖਸੁੱਟ ਕਰਨ ਲੱਗ ਪਏ ਤੇ ਸ਼ੇਰ ਸਿੰਘ ਨੂੰ ਧਮਕੀਆਂ ਦੇਣ ਲੱਗ ਪਏ ਕਿ ਜੇ ਉਹਨੇ ਆਪਣਾ ਇਕਰਾਰ ਪੂਰਾ ਨਾ ਕੀਤਾ ਤਾਂ ਉਹ ਚੰਦ ਕੌਰ ਦੀ ਹਮਾਇਤ 'ਤੇ ਆ ਜਾਣਗੇ। ਇਸ ਤਰ੍ਹਾਂ ਕਾਫੀ ਸਮਾਂ ਸ਼ਹਿਰ ਵਿੱਚ ਬਦਅਮਨੀ ਫੈਲੀ ਰਹੀ। ਸ਼ੇਰ ਸਿੰਘ ਭਾਵੇਂ ਗੱਦੀ 'ਤੇ ਬੈਠ ਗਿਆ ਸੀ, ਪਰ ਉਹਦੀ ਸਥਿਤੀ ਮਜ਼ਬੂਤ ਨਹੀਂ ਸੀ। ਉਹਨੂੰ ਸਦਾ ਡਰ ਰਹਿੰਦਾ ਸੀ ਕਿ ਜੇ ਨੌਨਿਹਾਲ ਸਿੰਘ ਦੀ ਵਿਧਵਾ ਪਤਨੀ ਸਾਹਿਬ ਕੌਰ ਦੇ ਘਰ ਲੜਕਾ ਪੈਦਾ ਹੋ ਗਿਆ ਤਾਂ ਕਿਤੇ ਉਹਦੀ ਆਪਣੀ ਪਦਵੀ ਨਾ ਖੁੱਸ ਜਾਏ। ਇਸ ਲਈ ਉਹਨੇ ਨੌਕਰਾਈ ਰਾਹੀਂ ਸਾਹਿਬ ਕੌਰ ਨੂੰ ਕੋਈ ਐਸੀ ਦੁਆ ਖਵਾ ਦਿੱਤੀ ਜਿਸ ਨਾਲ ਉਹਦਾ ਗਰਭ ਡਿੱਗ ਪਿਆ। ਉੱਧਰ ਰਾਣੀ ਚੰਦ ਕੌਰ ਨੇ ਭਾਵੇਂ ਸੁਲ੍ਹਾ ਦੀਆਂ ਸ਼ਰਤਾਂ ਮੰਨ ਲਈਆਂ ਸਨ, ਪਰ ਵਿੱਚੋਂ ਵਿੱਚ ਉਹ ਸ਼ੇਰ ਸਿੰਘ ਦੇ ਵਿਰੁੱਧ ਰੋਸ ਭਖਦਾ ਹੀ ਰਿਹਾ ਤੇ ਉਹ ਤਾਕਤ ਮੁੜ ਹਾਸਲ ਕਰਨ ਲਈ ਅੰਗਰੇਜ਼ਾਂ ਨਾਲ ਸਾਜ਼ਬਾਜ਼ ਕਰਦੀ ਰਹੀ। ਦੂਜੇ ਹੱਥ ਆਏ ਖਜ਼ਾਨੇ ਦੇ ਬਲਬੂਤੇ 'ਤੇ ਨਾ ਕੇਵਲ ਉਹ ਸਰਦਾਰਾਂ ਨੂੰ ਬਲਕਿ ਫੌਜ ਨੂੰ ਵੀ ਸ਼ੇਰ ਸਿੰਘ ਦੇ ਵਿਰੁੱਧ ਭੜਕਾਉਂਦੀ ਰਹੀ। ਹਾਲਤ ਇੱਥੋਂ ਤੱਕ ਵਿਗੜ ਗਈ ਕਿ ਇੱਕ ਵਾਰ ਫੌਜਾਂ ਨੇ ਸ਼ੇਰ ਸਿੰਘ ਨੂੰ ਆਪਣੇ ਘੇਰੇ ਵਿੱਚ ਲੈ ਲਿਆ।
उस वेले तो शेर सिंह ने हुशियारी नाल फौजियां नूं गलों लाया, पर उहदे मन विच चांद कौर नूं सदा लई गलों लाउण दा पक्का मन बना लिया। शिकार दे बहाने ਉਹ ਲਾਹੌਰੋਂ ਬਾਹਰ ਚਲਾ ਗਿਆ। ਪਿੱਛੋਂ ਧਿਆਨ ਸਿੰਘ ਨੇ ਚੰਦ ਕੌਰ ਦੀ ਨੌਕਰਾਨੀ ਨੂੰ ਲਾਲਚ ਦੇ ਕੇ ਉਹਨੂੰ ਜਾਨੋਂ ਮਾਰਨ ਲਈ ਤਿਆਰ ਕਰ ਲਿਆ। ਉਹਨੇ ਸ਼ਰਬਤ ਵਿੱਚ ਜ਼ਹਿਰ ਮਿਲਾ ਕੇ ਰਾਣੀ ਨੂੰ ਪੀਣ ਲਈ ਦਿੱਤਾ, ਪਰ ਰਾਣੀ ਨੇ ਸ਼ਰਬਤ ਪੀਣੋਂ ਨਾ ਕਰ ਦਿੱਤੀ। ਇਸ ਚਾਲ ਦੇ ਅਸਫਲ ਹੋਣ 'ਤੇ ਉਹਨੇ ਇੱਕ ਹੋਰ ਚਾਲ ਚੱਲੀ। ਰਾਤ ਵੇਲੇ ਜਦ ਰਾਣੀ ਸੁੱਤੀ ਪਈ ਸੀ ਤਾਂ ਪੱਥਰ ਨਾਲ ਉਹਦਾ ਸਿਰ ਫੇਹ ਦਿੱਤਾ ਗਿਆ, ਜਿਸ ਨਾਲ ਉਹਨੇ ਉੱਥੇ ਹੀ ਦਮ ਤੋੜ ਦਿੱਤਾ। ਮਹਾਰਾਜਾ ਸ਼ੇਰ ਸਿੰਘ। ਸ਼ੇਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਲੜਕਿਆਂ ਵਿੱਚੋਂ ਦੂਜੀ ਥਾਂ 'ਤੇ ਸੀ। ਇਹਨੇ ਨਾ ਹੀ ਉਚਿਤ ਵਿੱਦਿਆ ਪ੍ਰਾਪਤ ਕੀਤੀ ਸੀ ਅਤੇ ਨਾ ਹੀ ਇਹਨੂੰ ਰਾਜਨੀਤਿਕ ਮਾਮਲਿਆਂ ਬਾਰੇ ਬਹੁਤੀ ਸੋਝੀ ਸੀ, ਪਰ ਫਿਰ ਵੀ ਦਿਮਾਗੀ ਤੌਰ 'ਤੇ ਉਹ ਖੜਕ ਸਿੰਘ ਕੋਲੋਂ ਜ਼ਿਆਦਾ ਚੇਤਨ ਸੀ। ਉਹਦੀ ਫੌਜੀ ਹਲਕਿਆਂ ਵਿੱਚ ਵੀ ਕਾਫੀ ਇੱਜ਼ਤ ਸੀ ਅਤੇ ਇਸ ਫੌਜ ਦੇ ਯੂਰਪੀਅਨ ਅਫਸਰ ਵੀ ਉਹਨੂੰ ਜ਼ਿਆਦਾ ਪਸੰਦ ਕਰਦੇ ਸਨ। ਇਹਦਾ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਹੋਣ 'ਤੇ ਵੀ ਸ਼ੱਕ ਕੀਤਾ ਜਾਂਦਾ ਹੈ। ਇਹ ਆਮ ਮਸ਼ਹੂਰ ਸੀ ਕਿ ਰਾਣੀ ਸਾਹਿਬ ਕੌਰ ਦੇ ਘਰ ਕੋਈ ਔਲਾਦ ਨਹੀਂ ਸੀ। ਉਹਨੇ ਇੱਕ ਲਲਾਰੀ ਦੇ ਨਵੇਂ ਲੜਕੇ ਨੂੰ ਮਹਾਰਾਜਾ ਦੱਸਿਆ ਕਿ ਉਹਦੀ ਕੁੱਖ ਤੋਂ ਪੈਦਾ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਜਦ ਉਹਦੇ ਵੱਡੇ ਲੜਕੇ ਖੜਕ ਸਿੰਘ ਨੂੰ ਗੱਦੀ ਸੌਂਪੀ ਗਈ ਤਾਂ ਸ਼ੇਰ ਸਿੰਘ ਨੂੰ ਚਾਹੀਦਾ ਸੀ ਕਿ ਖਿੜੇ ਮੱਥੇ ਸਰਬਸੰਮਤੀ ਦੇ ਫੈਸਲੇ ਨੂੰ ਕਬੂਲ ਕਰਦਾ ਅਤੇ ਆਪਣੇ ਵੱਡੇ ਭਰਾ ਦੀ ਵਫਾਦਾਰੀ ਦਾ ਦਮ ਭਰਦਾ, ਪਰ ਇਹ ਇੱਕਦਮ ਉਹਨੂੰ ਗੱਦੀ ਤੋਂ ਲਾਹੁਣ ਦੀਆਂ ਸਾਜ਼ਿਸ਼ਾਂ ਘੜਨ ਲੱਗ ਪਿਆ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਸਮੇਂ ਉਹ ਆਪਣੀ ਮੁਕੇਰੀਆਂ ਵਾਲੀ ਜਾਗੀਰ 'ਤੇ ਠਹਿਰਿਆ ਹੋਇਆ ਸੀ। ਉਹਨੇ ਉਸੇ ਵੇਲੇ ਆਪਣੇ ਕਾਇਮ ਮੁਕਾਮ ਫੌਜੀ ਦਸਤੇ ਦੀ ਗਿਣਤੀ 1500 ਤੱਕ ਵਧਾ ਲਈ ਅਤੇ ਕਾਂਗੜੇ ਦੇ ਕਿਲ੍ਹੇਦਾਰ ਨੂੰ ਕਿਲ੍ਹਾ ਆਪਣੇ ਹਵਾਲੇ ਕਰ ਦੇਣ ਦੀ ਕਿਹਾ। ਉੱਧਰ ਉਹਨੇ ਲੁਧਿਆਣੇ ਅੰਗਰੇਜ਼ਾਂ ਨਾਲ ਮਦਦ ਲਈ ਸੌਦੇਬਾਜ਼ੀ ਕੀਤੀ ਅਤੇ ਲਿਖਿਆ ਕਿ ਉਹ ਇਸ ਮਦਦ ਦੇ ਬਦਲੇ ਰਾਜ ਦਾ ਕੁਝ ਹਿੱਸਾ ਉਹਨਾਂ ਨੂੰ ਸੌਂਪ ਦੇਵੇਗਾ, ਪਰ ਇਹਦੀਆਂ ਦੋਵੇਂ ਚਾਲਾਂ ਰਾਜਾ ਧਿਆਨ ਸਿੰਘ ਨੇ ਸਫਲ ਨਾ ਹੋਣ ਦਿੱਤੀਆਂ। ਫਿਰ ਵੀ ਉਹ ਗਾਹੇ ਬਗਾਏ ਅੰਗਰੇਜ਼ਾਂ ਨਾਲ ਸਾਜ਼ਿਸ਼ਾਂ ਕਰਦਾ ਰਿਹਾ ਅਤੇ ਨੌ ਨਿਹਾਲ ਸਿੰਘ ਦੇ ਅੰਗਰੇਜ਼ਾਂ ਨਾਲ ਤੁਅੱਲਕ ਸੰਤੋਸ਼ਜਨਕ ਨਹੀਂ ਸਨ। ਸ਼ੇਰ ਸਿੰਘ ਇਹਨਾਂ ਮਤਭੇਦਾਂ ਨੂੰ ਆਪਣੇ ਜ਼ਾਤੀ ਲਾਭਾਂ ਲਈ ਵਰਤਣਾ ਚਾਹੁੰਦਾ ਸੀ। ਉਹਨੇ ਇੱਕ ਵਾਰ ਹਰਿਦੁਆਰ ਜਾਣ ਦੇ ਬਹਾਨੇ ਅੰਗਰੇਜ਼ਾਂ ਨਾਲ ਗੱਲਬਾਤ ਕਰਨੀ ਚਾਹੀ, ਪਰ ਰਾਜਾ ਧਿਆਨ ਸਿੰਘ ਉਹਦੀ ਇਹ ਚਾਲ ਤਾੜ ਗਿਆ ਅਤੇ ਉਹਨੇ ਸ਼ੇਰ ਸਿੰਘ ਨੂੰ ਪੰਜਾਬੋਂ ਬਾਹਰ ਨਾ ਜਾਣ ਦਿੱਤਾ। ਨੌ ਨਿਹਾਲ ਸਿੰਘ ਦੀ ਅਚਾਨਕ ਮੌਤ ਨਾਲ ਸ਼ੇਰ ਸਿੰਘ ਨੂੰ ਗੱਦੀ ਸੰਭਾਲਣ ਦਾ ਮੌਕਾ ਮਿਲ ਗਿਆ। ਬਾਕੀ ਹੋਰ ਰਾਜਕੁਮਾਰਾਂ ਵਿੱਚੋਂ ਦੂਜੀ ਥਾਂ ਹੋਣ ਕਰਕੇ ਇਹਦਾ ਹੱਕ ਜ਼ਿਆਦਾ ਬਣਦਾ ਸੀ, ਇਸ ਲਈ ਇਹਨੂੰ ਗੱਦੀ 'ਤੇ ਬਿਠਾ ਦਿੱਤਾ ਗਿਆ। ਪਰ ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ, ਰਾਣੀ ਚੰਦ ਕੌਰ ਨੇ ਸੰਧਾ ਵਾਲੀਆ ਸਰਦਾਰਾਂ ਦੀ ਹਮਾਇਤ ਦੇ ਬਲਬੂਤੇ 'ਤੇ ਆਪਣੀ ਗਰਭਵਤੀ ਨੂੰਹ ਦੇ ਹੋਣ ਵਾਲੇ ਬੱਚੇ ਦੇ ਹੱਕ ਵਿੱਚ ਅੰਦੋਲਨ ਸ਼ੁਰੂ ਕਰ ਦਿੱਤਾ। ਦੋਹਾਂ ਧੜਿਆਂ ਨੂੰ ਆਪੋ ਵਿੱਚ ਰਾਜ਼ੀ ਕਰਨ ਲਈ ਰਾਜਾ ਧਿਆਨ ਸਿੰਘ ਨੇ ਕਈ ਤਜਵੀਜ਼ਾਂ ਪੇਸ਼ ਕੀਤੀਆਂ, ਪਰ ਉਹਨਾਂ ਵਿੱਚੋਂ ਕੋਈ ਤਜਵੀਜ਼ ਵੀ ਕਾਰਗਰ ਸਿੱਧ ਨਾ ਹੋਈ। ਅੰਤ ਸ਼ੇਰ ਸਿੰਘ ਨੂੰ ਮੁੜ ਆਪਣੀ ਜਾਗੀਰ 'ਤੇ ਜਾਣਾ ਪਿਆ ਅਤੇ ਰਾਜਸੀ ਤਾਕਤ ਨਿਰੋਲ ਚੰਦ ਕੌਰ ਦੇ ਹੱਥ ਆ ਗਈ। ਇਸ ਪਿੱਛੋਂ ਜਿਵੇਂ ਪਹਿਲਾਂ ਜ਼ਿਕਰ ਆ ਚੁੱਕਾ ਹੈ, ਧਿਆਨ ਸਿੰਘ ਦੀ ਮਦਦ ਨਾਲ ਸ਼ੇਰ ਸਿੰਘ ਨੇ ਰਾਣੀ ਚੰਦ ਕੌਰ ਕੋਲੋਂ ਲਾਹੌਰ ਦਾ ਕਿਲ੍ਹਾ ਖਾਲੀ ਕਰਵਾ ਲਿਆ। ਸ਼ੇਰ ਸਿੰਘ ਗੱਦੀ ਦਾ ਮਾਲਕ ਬਣ ਗਿਆ। ਉਹਨੇ ਗੱਦੀ 'ਤੇ ਬੈਠਦਿਆਂ ਹੀ ਗਰਭਵਤੀ ਰਾਣੀ ਸਾਹਿਬ ਕੌਰ ਨੂੰ ਜਾਨੋਂ ਮਰਵਾ ਦਿੱਤਾ ਤਾਂ ਜੋ ਰਾਜਗੱਦੀ ਦਾ ਕੋਈ ਹੱਕਦਾਰ ਬਾਕੀ ਨਾ ਰਹਿ ਜਾਏ। ਰਾਣੀ ਚੰਦ ਕੌਰ ਦੇ ਲਾਹੌਰ ਦਾ ਕਿਲ੍ਹਾ ਖਾਲੀ ਕਰਨ ਅਤੇ ਉਹਨੂੰ ਆਪਣੇ ਗੁਜ਼ਾਰੇ ਲਈ ਜਾਗੀਰ ਦਿੱਤੀ ਗਈ ਸੀ ਅਤੇ ਸ਼ੇਰ ਸਿੰਘ ਨੇ ਉਸ ਨਾਲ ਵਿਆਹ ਕਰਵਾਉਣ ਦੀ ਵੀ ਕੀਤੀ ਸੀ, ਪਰ ਇਹਨਾਂ ਦੋਹਾਂ ਗੱਲਾਂ 'ਤੇ ਉਹ ਅੰਦਰੋਂ ਰਾਜੀ ਨਹੀਂ ਸੀ। ਉਹਨੂੰ ਸ਼ਹਿਰ ਤੋਂ ਚਲੇ ਜਾਣ ਦੀ ਥਾਂ ਉੱਥੇ ਹੀ ਆਪਣੀ ਹਵੇਲੀ ਵਿੱਚ ਰਹਿਣ ਦਾ ਬਹਾਨਾ ਮਿਲ ਗਿਆ ਸੀ। ਉਹਨੇ ਉੱਪਰੋਂ ਇਹ ਜ਼ਾਹਰ ਕੀਤਾ ਕਿ ਉਹ ਵਿਆਹ ਲਈ ਰਜ਼ਾਮੰਦ ਹੈ ਅਤੇ ਜਦ ਤੱਕ ਵਿਆਹ ਦੀ ਰਸਮ ਨਹੀਂ ਹੁੰਦੀ ਉਹ ਆਪਣੀ ਹਵੇਲੀ ਵਿੱਚ ਠਹਿਰਨਾ ਪਸੰਦ ਕਰੇਗੀ। ਪਰ ਉਹ ਅੰਦਰਗਤੀ ਅੰਗਰੇਜ਼ਾਂ ਨਾਲ ਰਾਜ ਨੂੰ ਮੁੜ ਖੋਹਣ ਲਈ ਗੱਲਬਾਤ ਕਰਦੀ ਰਹੀ ਅਤੇ ਫੌਜ ਨੂੰ ਵੀ ਸ਼ੇਰ ਸਿੰਘ ਦੇ ਵਿਰੁੱਧ ਭੜਕਾਉਂਦੀ ਰਹੀ। ਜਦ ਸ਼ੇਰ ਸਿੰਘ ਹੋਲੀ ਦੇ ਤਿਉਹਾਰ ਤੋਂ ਅੰਮ੍ਰਿਤਸਰੋਂ ਵਾਪਸ ਆਇਆ ਤਾਂ ਸਿੱਖ ਸਿਪਾਹੀਆਂ ਨੇ ਉਹਦੇ ਮਹੱਲ ਨੂੰ ਘੇਰ ਲਿਆ ਅਤੇ ਉਹਨੂੰ ਧਮਕੀ ਦਿੱਤੀ ਕਿ ਉਹ ਉਹਨਾਂ ਦੀ ਬਦੌਲਤ ਹੀ ਗੱਦੀ 'ਤੇ ਬੈਠਾ ਹੈ ਅਤੇ ਜੇ ਉਹ ਫੌਜ ਦੇ ਅਧੀਨ ਹੋ ਕੇ ਨਾ ਚੱਲਿਆ ਤਾਂ ਉਹਨੂੰ ਗੱਦੀਆਂ ਉਤਾਰ ਕੇ ਗੱਦੀ ਚੰਦ ਕੌਰ ਦੇ ਹਵਾਲੇ ਕਰ ਦੇਣਗੇ। ਸ਼ੇਰ ਸਿੰਘ ਨੇ ਇਹ ਮੌਕਾ ਤਾਂ ਹੁਸ਼ਿਆਰੀ ਨਾਲ ਸਾਂਭ ਲਿਆ, ਪਰ ਉਹਨੇ ਇਸ ਸ਼ਰਾਰਤ ਦੀ ਜੜ ਰਾਣੀ ਚੰਦ ਕੌਰ ਨੂੰ ਸਦਾ ਲਈ ਖਤਮ ਕਰਨ ਦਾ ਇਰਾਦਾ ਕਰ ਲਿਆ। ਇਸ ਤੋਂ ਜਲਦੀ ਹੀ ਪਿੱਛੋਂ ਉਹਨੇ ਰਾਣੀ ਨੂੰ ਮਰਵਾ ਦਿੱਤਾ। ਮਹਾਰਾਜਾ ਰਣਜੀਤ ਸਿੰਘ ਹਰ ਕੰਮ ਖਾਲਸਾ ਪੰਥ ਦੇ ਨਾਂ 'ਤੇ ਕਰਦਾ ਸੀ, ਇੱਥੋਂ ਤੱਕ ਕਿ ਉਹਦੇ ਸਿੱਕਿਆਂ 'ਤੇ ਵੀ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦਾ ਨਾਂ ਹੁੰਦਾ ਸੀ। ਇਹ ਹੀ ਰੀਤ ਖੜਕ ਸਿੰਘ ਅਤੇ ਕੰਵਰ ਨੌ ਨਿਹਾਲ ਸਿੰਘ ਨੇ ਚਲਾਈ ਰੱਖੀ, ਪਰ ਸ਼ੇਰ ਸਿੰਘ ਨੇ ਸਿੱਕੇ ਆਪਣੇ ਨਾਂ 'ਤੇ ਚਲਾਉਣੇ ਸ਼ੁਰੂ ਕਰ ਦਿੱਤੇ। ਹੋ ਸਕਦਾ ਹੈ ਕਿ ਫੌਜ ਅਤੇ ਸਰਦਾਰਾਂ ਨੇ ਇਸ ਗੱਲ ਨੂੰ ਬੁਰਾ ਵੀ ਮਨਾਇਆ ਹੋਵੇ ਅਤੇ ਉਹਨਾਂ ਦੀ ਵਿਰੋਧਤਾ ਦਾ ਇੱਕ ਕਾਰਨ ਇਹ ਵੀ ਹੋਵੇ। ਆਪਣੀ ਤਾਕਤ ਨੂੰ ਮਜ਼ਬੂਤ ਕਰਨ ਲਈ ਸ਼ੇਰ ਸਿੰਘ ਨੇ ਅੰਗਰੇਜ਼ਾਂ ਨੂੰ ਕਾਬਲ ਦੀ ਹਕੂਮਤ ਦੇ ਵਿਰੁੱਧ ਮਦਦ ਦਿੱਤੀ, ਜਿਸ ਦੀ ਉਸਨੇ ਬੜੀ ਪ੍ਰਸ਼ੰਸਾ ਕੀਤੀ। ਇਸ ਨਾਲ ਸ਼ੇਰ ਸਿੰਘ ਨੂੰ ਯਕੀਨ ਹੋ ਗਿਆ ਕਿ ਅੰਗਰੇਜ਼ ਅਗਾਂਹ ਤੋਂ ਪੰਜਾਬ ਦੇ ਘਰੇਲੂ ਮਾਮਲਿਆਂ ਵਿੱਚ ਦਖਲ ਦੇਣਾ
ਬੰਦ ਕਰਨਗੇ। ਸੰਧਾਵਾਲੀਆ ਖਾਨਦਾਨ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਡੂੰਘਾ ਸਬੰਧ ਅਤੇ ਨਜ਼ਦੀਕੀ ਰਿਸ਼ਤਾ ਸੀ। ਉਹਨਾਂ ਦਾ ਰਾਜ ਦਰਬਾਰ ਵਿੱਚ ਵੀ ਚੰਗਾ ਰਸੂਖ ਸੀ ਅਤੇ ਉਹ ਵੱਡੀਆਂ ਵੱਡੀਆਂ ਜਗੀਰਾਂ ਦੇ ਮਾਲਕ ਵੀ ਸਨ। ਅਤਰ ਸਿੰਘ ਸੰਧਾਵਾਲੀਆ ਨਾ ਕੇਵਲ ਆਪਣੇ ਖਾਨਦਾਨ ਦਾ ਮੋਹਰੀ ਸੀ ਬਲਕਿ ਮੰਨਿਆ ਪ੍ਰਮੰਨਿਆ ਜਰਨੈਲ ਵੀ ਸੀ। ਸੰਧਾਵਾਲੀਏ ਸਰਦਾਰਾਂ ਦੀ ਸ਼ੇਰ ਸਿੰਘ ਨਾਲ ਸ਼ੁਰੂ ਤੋਂ ਹੀ ਅਣਬਣ ਰਹੀ। ਇਹਨੂੰ ਇੱਕ ਲਲਾਰੀ ਦਾ ਲੜਕਾ ਹੋਣ 'ਤੇ ਸ਼ੱਕ 'ਤੇ ਸਦਾ ਕੋਈ ਕੋਝੀ ਨਜ਼ਰ ਨਾਲ ਵੇਖਦੇ, ਇਸ ਲਈ ਉਹ ਸਦਾ ਘਰੇਲੂ ਝਗੜੇ ਵਿੱਚ ਰਾਣੀ ਚੰਦ ਕੌਰ ਦਾ ਪੱਖ ਕਰਦੇ ਸਨ। ਜਦ ਚੰਦ ਕੌਰ ਦੀ ਮੌਤ ਪਿੱਛੋਂ ਰਾਜ ਸ਼ਕਤੀ ਸ਼ੇਰ ਸਿੰਘ ਦੇ ਹੱਥ ਆ ਗਈ ਤਾਂ ਅਤਰ ਸਿੰਘ ਨੱਸ ਕੇ ਊਨੇ ਚਲਾ ਗਿਆ। ਸ਼ੇਰ ਸਿੰਘ ਨੇ ਵੀ ਉਹਨਾਂ ਕੋਲੋਂ ਬਦਲਾ ਲੈਣ ਦੀ ਖਾਤਰ ਉਹਦੇ ਭਰਾ ਲਹਿਣਾ ਸਿੰਘ ਨੂੰ, ਜੋ ਕਾਂਗੜੇ ਦਾ ਕਿਲ੍ਹੇਦਾਰ ਸੀ, ਕੈਦ ਕਰ ਲਿਆ ਅਤੇ ਉਹਦੀ ਜਾਗੀਰ ਖੋਹ ਲਈ। ਧਿਆਨ ਸਿੰਘ ਰਾਜ ਪ੍ਰਬੰਧ ਨੂੰ ਬੜੇ ਸੁਚੱਜੇ ਢੰਗ ਨਾਲ ਚਲਾਉਂਦਾ ਸੀ। ਉਹ ਮਹਾਰਾਜਾ ਸ਼ੇਰ ਸਿੰਘ ਨੂੰ ਮਨਮਾਨੀਆਂ ਨਹੀਂ ਸੀ ਕਰਨ ਦਿੰਦਾ। ਸੰਧਾਵਾਲੀਆ ਸਰਦਾਰਾਂ ਅਤੇ ਚੰਦ ਕੌਰ ਦੇ ਖਤਰੇ ਕਰਕੇ ਪਹਿਲਾਂ ਤਾਂ ਸ਼ੇਰ ਸਿੰਘ ਧਿਆਨ ਸਿੰਘ ਦੇ ਵਤੀਰੇ ਨੂੰ ਸਹਾਰਦਾ ਰਿਹਾ, ਪਰ ਰਾਣੀ ਚੰਦ ਕੌਰ ਦੀ ਮੌਤ ਪਿੱਛੋਂ ਜਦ ਇਹ ਖਤਰਾ ਦੂਰ ਹੋ ਗਿਆ ਤਾਂ ਉਹ ਧਿਆਨ ਸਿੰਘ ਦੀ ਸ਼ਕਤੀ ਨੂੰ ਕੁਚਲਣ ਦੇ ਸਾਧਨ ਸੋਚਣ ਲੱਗ ਪਿਆ। ਸੰਧਾਵਾਲੀਆ ਸਰਦਾਰਾਂ ਨੇ ਵੀ ਉੱਪਰੋਂ ਸ਼ੇਰ ਸਿੰਘ ਨਾਲ ਮਨਾਮਨ ਕਰ ਲਿਆ ਅਤੇ ਉਹ ਆਪਣੇ ਅਸਲੀ ਦੁਸ਼ਮਣ ਧਿਆਨ ਸਿੰਘ ਨਾਲ ਨਜਿੱਠਣ ਅਤੇ ਡੋਗਰਾ ਸ਼ਕਤੀ ਨੂੰ ਸਦਾ ਲਈ ਕੁਚਲਣ ਦੀਆਂ ਵਿਉਂਤਾਂ ਘੜਨ ਲੱਗ ਪਏ। ਪੰਜਾਬ ਵਿੱਚ ਧਿਆਨ ਸਿੰਘ ਹੀ ਇੱਕ ਯੋਗ ਨੇਤਾ ਰਹਿ ਗਿਆ ਸੀ, ਜੋ ਦਿਨ ਬ ਦਿਨ ਵਿਗੜ ਰਹੀ ਹਾਲਤ ਨੂੰ ਹੋਰ ਜ਼ਿਆਦਾ ਵਿਗੜਨ ਤੋਂ ਬਚਾ ਸਕਦਾ ਸੀ। ਸਿੱਖ ਰਾਜ ਨੂੰ ਕਮਜ਼ੋਰ ਕਰਨ ਲਈ ਅੰਗਰੇਜ਼ ਵੀ ਚਾਹੁੰਦੇ ਸਨ ਕਿ ਧਿਆਨ ਸਿੰਘ ਨੂੰ ਖਤਮ ਕਰ ਦਿੱਤਾ ਜਾਏ। ਇਸ ਲਈ ਉਹ ਵੀ ਸੰਧਾਵਾਲੀਆ ਸਰਦਾਰਾਂ ਨੂੰ ਉਹਨਾਂ ਦੇ ਵਿਰੁੱਧ ਸਾਜ਼ਿਸ਼ਾਂ ਲਈ ਉਕਸਾਉਂਦੇ ਰਹੇ। ਨਤੀਜਾ ਇਹ ਹੋਇਆ ਕਿ ਤਿੰਨੇ ਸ਼ੇਰ ਸਿੰਘ, ਸੰਧਾਵਾਲੀਆ ਸਰਦਾਰ ਅਤੇ ਅੰਗਰੇਜ਼ ਵੱਖ-ਵੱਖ ਕਾਰਨਾਂ ਕਰਕੇ ਧਿਆਨ ਸਿੰਘ ਦੇ ਵਿਰੁੱਧ ਸਾਂਝੀਵਾਲ ਬਣ ਗਏ। ਸੰਧਾਵਾਲੀਆ ਸਰਦਾਰ ਸ਼ੇਰ ਸਿੰਘ ਵੱਲੋਂ ਉਹਨਾਂ ਨਾਲ ਕੀਤੇ ਗਏ ਪਿਛਲੇ ਵਤੀਰੇ ਕਾਰਨ ਅੰਦਰੋਂ ਅੰਦਰੀ ਉਹਦੇ ਨਾਲ ਦੁਖੀ ਵੀ ਸਨ ਅਤੇ ਬਦਲਾ ਲੈਣ ਦਾ ਮੌਕਾ ਤਾੜ ਰਹੇ ਸਨ। ਮਹਾਰਾਜਾ ਸ਼ੇਰ ਸਿੰਘ ਅਜੀਤ ਸਿੰਘ ਸੰਧਾਵਾਲੀਆ ਦਾ ਬਚਪਨ ਦਾ ਜਾਣੂ ਸੀ। ਦੋਵੇਂ ਐਸ਼ ਇਸ਼ਰਤ ਦੇ ਜੀਵਨ ਨੂੰ ਪਸੰਦ ਕਰਦੇ ਸਨ। ਸ਼ੇਰ ਸਿੰਘ ਅਜੀਤ ਸਿੰਘ ਦੀ ਸੰਗਤ ਵਿੱਚ ਪੈ ਕੇ ਰਾਜਸੀ ਮਾਮਲਿਆਂ ਵੱਲ ਬਿਲਕੁਲ ਗਫਲਤ ਕਰਨ ਲੱਗ ਪਿਆ। ਧਿਆਨ ਸਿੰਘ ਦੀ ਅਗਵਾਈ ਵਿੱਚ ਦਰਬਾਰ ਦੇ ਸਰਦਾਰਾਂ ਨੇ ਜਦ ਸ਼ੇਰ ਸਿੰਘ ਨੂੰ ਉਹਦੇ ਰਾਜਸੀ ਮਾਮਲਿਆਂ ਵੱਲੋਂ ਲਾਪਰਵਾਹੀ ਕਰਨ 'ਤੇ ਕੋਸਿਆ ਤਾਂ ਇਸ ਦੀ ਬਜਾਏ ਆਪਣੇ ਆਪ ਨੂੰ ਸਵਾਰਦਾ ਉਹ ਧਿਆਨ ਸਿੰਘ ਦੇ ਹੋਰ ਵੀ ਖਿਲਾਫ ਹੋ ਗਿਆ। ਦੋਹਾਂ ਵਿੱਚ ਇਹ ਪਾੜ ਦਿਨ ਬ ਦਿਨ ਵੱਧਦਾ ਗਿਆ। ਸੰਧਾਵਾਲੀਆ ਸਰਦਾਰ ਬੜੇ ਚੁਕੰਨੇ ਹੋ ਕੇ ਇਸ ਪਾੜ ਨੂੰ ਵਧਾਉਣ ਅਤੇ ਦੋਹਾਂ ਨੂੰ ਗਲੋਂ ਲਾਹੁਣ ਦੇ ਮੌਕੇ ਦੀ ਸਦਾ ਉਡੀਕ ਵਿੱਚ ਰਹਿੰਦੇ ਸਨ। ਇਹ ਮੌਕਾ ਉਹਨਾਂ ਨੂੰ ਜਲਦੀ ਹੀ ਮਿਲ ਗਿਆ। ਅਜੀਤ ਸਿੰਘ ਸੰਧਾਵਾਲੀਆ ਨੇ ਮਹਾਰਾਜੇ ਨੂੰ ਕਿਹਾ ਕਿ ਅੰਗਰੇਜ਼ ਸਰਕਾਰ ਉਹਦੇ ਚਾਚੇ ਅਤਰ ਸਿੰਘ ਸੰਧਾਵਾਲੀਆ ਨੂੰ, ਜਿਹਨੇ ਅੰਗਰੇਜ਼ਾਂ ਦੀ ਸ਼ਰਨ ਲਈ ਹੋਈ ਸੀ, ਵਾਪਸ ਲਾਹੌਰ ਭੇਜ ਰਹੇ ਹਨ ਅਤੇ ਮਹਾਰਾਜੇ ਨੂੰ ਚਾਹੀਦਾ ਹੈ ਕਿ ਉਹਦੇ ਸਵਾਗਤ ਲਈ ਆਪ ਸੀਮਾ 'ਤੇ ਜਾਏ। ਅੱਗੋਂ ਮਹਾਰਾਜਾ ਸ਼ੇਰ ਸਿੰਘ ਨੇ ਇਹ ਗੱਲ ਕਹਿ ਕੇ ਨਾ ਕਰ ਦਿੱਤੀ ਕਿ ਰਾਜਾ ਧਿਆਨ ਸਿੰਘ ਇਸ ਗੱਲ ਨੂੰ ਰਾਜਸੀ ਸ਼ਾਨ ਦੇ ਵਿਰੁੱਧ ਸਮਝਦਾ ਹੈ ਕਿ ਮਹਾਰਾਜਾ ਆਪ ਇੱਕ ਭਗੌੜੇ ਦਾ ਸਵਾਗਤ ਕਰਨ ਲਈ ਜਾਏ। ਅਜੀਤ ਸਿੰਘ ਨੇ ਉੱਤਰ ਦਿੱਤਾ ਕਿ ਧਿਆਨ ਸਿੰਘ ਦਾ ਕੀ ਹੈ, ਜੇ ਮਹਾਰਾਜਾ ਕੇਵਲ ਇਸ਼ਾਰਾ ਹੀ ਕਰੇ ਤਾਂ ਉਹਨੂੰ ਖਤਮ ਕੀਤਾ ਜਾ ਸਕਦਾ ਹੈ। ਮਹਾਰਾਜਾ ਪਹਿਲਾਂ ਹੀ ਇਹ ਗੱਲ ਚਾਹੁੰਦਾ ਸੀ, ਪਰ ਉਹ ਇਹ ਹੱਤਿਆ ਮੜਨੀ ਕਿਸੇ ਹੋਰ ਦੇ ਸਿਰ ਚਾਹੁੰਦਾ ਸੀ। ਇਸ ਲਈ ਉਹਨੇ ਅਜੀਤ ਸਿੰਘ ਸੰਧਾਵਾਲੀਆ ਨੂੰ ਧਿਆਨ ਸਿੰਘ ਨੂੰ ਖਤਮ ਕਰਨ ਲਈ ਹਰੀ ਝੰਡੀ ਦੇ ਦਿੱਤੀ, ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਇਹ ਉਹਦੀ ਆਪਣੀ ਮੌਤ ਦੀ ਵੀ ਹਰੀ ਝੰਡੀ ਸਾਬਤ ਹੋਵੇਗੀ। ਵਿਸਾਖਾਤੀ ਅਜੀਤ ਸਿੰਘ ਇੱਕ ਦਿਨ ਆਪਣੇ ਕੁਝ ਹਥਿਆਰਬੰਦ ਰੱਖਿਅਕ ਨਾਲ ਲੈ ਕੇ ਮਹਾਰਾਜਾ ਸ਼ੇਰ ਸਿੰਘ ਨੂੰ ਮਿਲਣ ਲਈ ਗਿਆ, ਜੋ ਉਸ ਵੇਲੇ ਸ਼ਾਹ ਬਿਲਾਵਲ ਦੇ ਬਾਗ ਵਿੱਚ ਫੌਜ ਦੇ ਮੁਆਇਨੇ ਲਈ ਗਿਆ ਹੋਇਆ ਸੀ। ਪਰੇਡ ਖਤਮ ਹੋਣ ਪਿੱਛੋਂ ਉਹਨੇ ਇੱਕ ਦੁਨਾਲੀ ਬੰਦੂਕ ਇਸ ਤਰ੍ਹਾਂ ਸ਼ੇਰ ਸਿੰਘ ਵੱਲ ਕੀਤੀ ਜਿਵੇਂ ਕਿ ਉਹ ਇਹ ਬੰਦੂਕ ਮਹਾਰਾਜੇ ਦੀ ਭੇਟਾ ਕਰਨ ਲੱਗਾ ਹੈ। ਜਿਵੇਂ ਹੀ ਸ਼ੇਰ ਸਿੰਘ ਨੇ ਬੰਦੂਕ ਨੂੰ ਲੈਣ ਲਈ ਹੱਥ ਅਗਾਂਹ ਵਧਾਇਆ, ਅਜੀਤ ਸਿੰਘ ਨੇ ਬੰਦੂਕ ਦਾ ਘੋੜਾ ਦਬਾ ਦਿੱਤਾ, ਜਿਸ ਨਾਲ ਸ਼ੇਰ ਸਿੰਘ ਮੁੱਦਾ ਹੋ ਕੇ ਥੱਲੇ ਜਾ ਪਿਆ। ਇਸ ਪਿੱਛੋਂ ਉਹਨੇ ਤਲਵਾਰ ਧੂ ਕੇ ਸ਼ੇਰ ਸਿੰਘ ਦਾ ਸਿਰ ਧੜ ਨਾਲੋਂ ਅਲੱਗ ਕਰ ਦਿੱਤਾ। ਉੱਧਰ ਉਹਦੇ ਚਾਚੇ ਅਜੀਤ ਸਿੰਘ ਨੇ ਸ਼ੇਰ ਸਿੰਘ ਦੇ ਲੜਕੇ ਕੰਵਰ ਪ੍ਰਤਾਪ ਸਿੰਘ ਨੂੰ, ਜੋ ਜਵਾਲਾ ਸਿੰਘ ਦੇ ਬਾਗ ਵਿੱਚ ਗਰੀਬ ਗੁਰਬਿਆਂ ਨੂੰ ਦਾਨ ਦੇ ਰਿਹਾ ਸੀ, ਇੱਕੋ ਵਾਰ ਨਾਲ ਕਤਲ ਕਰ ਦਿੱਤਾ। ਸ਼ੇਰ ਸਿੰਘ ਦੀ ਮੌਤ ਤੋਂ ਪਿੱਛੋਂ ਇਹ ਸਿੱਖਿਆ ਮਿਲਦੀ ਹੈ ਕਿ ਨਿੱਜੀ ਲਾਭ ਲੈਣ ਲਈ ਜੇ ਕੋਈ ਕਿਸੇ ਦੇ ਵਿਰੁੱਧ ਟੋਏ ਪੁੱਟੇ, ਉਹਨਾਂ ਵਿੱਚੋਂ ਪਹਿਲਾਂ ਉਹ ਆਪ ਹੀ ਡਿੱਗਦਾ ਹੈ। ਦੋਵੇਂ ਕਾਤਲ ਗਿਣੀ ਮਿੱਥੀ ਚਾਲ ਅਨੁਸਾਰ ਫਿਰ ਮਜ਼ਬੂਤ ਹਥਿਆਰਬੰਦ ਦਸਤੇ ਨਾਲ ਲੈ ਕੇ ਧਿਆਨ ਸਿੰਘ ਦੀ ਭਾਲ ਵਿੱਚ ਤੁਰ ਪਏ, ਜੋ ਇਹਨਾਂ ਦੁਰਘਟਨਾਵਾਂ ਤੋਂ ਨਾਵਾਕਫ ਇਕੱਲਿਆਂ ਹੀ ਮਹਾਰਾਜਾ ਸ਼ੇਰ ਸਿੰਘ ਨੂੰ ਇੱਕ ਜ਼ਰੂਰੀ ਕੰਮ ਲਈ ਮਿਲਣ ਲਈ ਸ਼ਾਹ ਬਿਲਾਵਲ ਦੇ ਬਾਗ ਵੱਲ ਜਾ ਰਿਹਾ ਸੀ। ਸੰਧਾਵਾਲੀਆ ਸਰਦਾਰ ਉਹਨੂੰ ਕਿਸੇ ਬਹਾਨੇ ਮਜਬੂਰ ਕਰਕੇ ਕਿਲ੍ਹੇ ਅੰਦਰ ਲੈ ਗਏ। ਕਿਲ੍ਹੇ ਅੰਦਰ ਉਹਦੇ ਦਾਖਲ ਹੁੰਦਿਆਂ ਹੀ ਪਿੱਛੋਂ ਇੱਕ ਸਾਜ਼ਿਸ਼ੀ ਨੇ 2 ਫਾਇਰ ਕੀਤੇ, ਜਿਨ੍ਹਾਂ ਨਾਲ ਰਾਜਾ ਧਿਆਨ ਸਿੰਘ ਅਤੇ ਉਹਦੇ ਦੋਵੇਂ ਰੱਖਿਅਕ ਉੱਥੇ ਹੀ ਢੇਰੀ ਹੋ ਗਏ। ਰਾਜਾ ਧਿਆਨ ਸਿੰਘ
ਲੋਕਾਂ ਦੇ ਮਨ ਵਿੱਚ ਆਮ ਇਹ ਗੱਲ ਬੈਠੀ ਹੋਈ ਹੈ ਕਿ ਸਿੱਖ ਰਾਜ ਦੇ ਪਤਨ ਵਿੱਚ ਡੋਗਰਿਆਂ ਦਾ ਬਹੁਤ ਵੱਡਾ ਹੱਥ ਹੈ। ਕਿਸੇ ਹੱਦ ਤੱਕ ਇਹ ਠੀਕ ਵੀ ਹੈ। ਰਾਜਾ ਗੁਲਾਬ ਸਿੰਘ, ਹੀਰਾ ਸਿੰਘ, ਲਾਲ ਸਿੰਘ ਅਤੇ ਤੇਜ ਸਿੰਘ ਜੇ ਡੋਗਰਿਆਂ ਵਿਸਾਖਘਾਤ ਕਰਕੇ ਰਾਜ ਉੱਤੇ ਆਈਆਂ ਮੁਸ਼ਕਿਲਾਂ ਸਮੇਂ ਰਾਜ ਦੀ ਪਿੱਠ ਵਿੱਚ ਛੁਰਾ ਮਾਰਦੇ ਰਹੇ ਅਤੇ ਨਿੱਜੀ ਲਾਭ ਲਈ ਰਾਜ ਦੇ ਵਿਦੇਸ਼ੀ ਵੈਰੀਆਂ ਖਾਸ ਕਰਕੇ ਅੰਗਰੇਜ਼ਾਂ ਦਾ ਸਾਥ ਦਿੰਦੇ ਰਹੇ। ਪਰ ਰਾਜ ਦੇ ਪਤਨ ਦਾ ਅਸਲੀ ਕਾਰਨ ਸਿੱਖ ਸਰਦਾਰਾਂ ਦੀ ਆਪੋ ਵਿੱਚ ਫੁੱਟ, ਨਿਕਟ ਦ੍ਰਿਸ਼ਟੀ ਅਤੇ ਬਦਲਾ ਲਊ ਨੀਤੀ ਸੀ। ਇਸ ਦੁਖਦਾਈ ਨਾਟਕ ਵਿੱਚ ਕੇਵਲ ਦੋ ਵਿਅਕਤੀਆਂ ਨੇ ਕਾਫੀ ਹੱਦ ਤੱਕ ਉਸਾਰੂ ਨੀਤੀ ਨੂੰ ਅਪਣਾਇਆ ਅਤੇ ਇਹਨਾਂ ਵਿੱਚ ਇੱਕ ਕੰਵਰ ਨੌਨਿਹਾਲ ਸਿੰਘ ਅਤੇ ਦੂਜਾ ਰਾਜਾ ਧਿਆਨ ਸਿੰਘ ਡੋਗਰਾ ਸੀ। ਰਾਜਾ ਧਿਆਨ ਸਿੰਘ ਇੱਕ ਸੁਲਝਿਆ ਹੋਇਆ, ਦੂਰ ਅੰਦੇਸ਼, ਨੀਤੀਵਾਨ ਅਤੇ ਦਲੇਰ ਨੇਤਾ ਸੀ ਜੋ ਨਾ ਕੇਵਲ ਸਿੱਖ ਸਰਦਾਰਾਂ ਦੀਆਂ ਕੌਮ ਘਾਤਕ ਸਾਜ਼ਿਸ਼ਾਂ ਨੂੰ ਵੇਲੇ ਸਿਰ ਦਬਾਉਂਦਾ ਰਿਹਾ, ਬਲਕਿ ਜਦ ਤੱਕ ਉਹ ਜਿਉਂਦਾ ਰਿਹਾ ਉਹਨੇ ਅੰਗਰੇਜ਼ਾਂ ਦੀ ਵੀ ਪੇਸ਼ ਨਾ ਚੱਲਣ ਦਿੱਤੀ। ਇਹੋ ਕਾਰਨ ਸੀ ਕਿ ਅੰਗਰੇਜ਼ਾਂ ਨੇ ਸੰਧਾਂ ਵਾਲੀਆਂ ਸਰਦਾਰਾਂ ਨੂੰ ਉਸ ਦੇ ਵਿਰੁੱਧ ਉਕਸਾ ਕੇ ਉਹਨੂੰ ਜਾਨੋਂ ਮਰਵਾ ਦਿੱਤਾ। ਉਹਦੇ ਮੁਕਾਬਲੇ ਦਾ ਹੋਰ ਕੋਈ ਸਮਝਦਾਰ ਨੇਤਾ ਨਾ ਹੋਣ ਕਰਕੇ ਅੰਗਰੇਜ਼ਾਂ ਨੇ ਉਹਦੀ ਮੌਤ ਪਿੱਛੋਂ ਜਲਦੀ ਹੀ ਕੁਟਲਤਾ ਵਰਤ ਕੇ ਨਾ ਕੇਵਲ ਸਿੱਖ ਸੈਨਾ ਦੀ ਸ਼ਕਤੀ ਨੂੰ ਕੁਚਲ ਦਿੱਤਾ, ਬਲਕਿ ਨਾਲ ਹੀ ਪੰਜਾਬ ਨੂੰ ਵੀ ਹੜੱਪ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਨੂੰ ਰਾਜਾ ਧਿਆਨ ਸਿੰਘ ਦੀ ਸਿਆਣਪ ਤੇ ਪੂਰਨ ਭਰੋਸਾ ਸੀ ਅਤੇ ਉਹ ਰਾਜ ਦੇ ਹਰ ਗੁੰਝਲਦਾਰ ਮਾਮਲੇ ਵਿੱਚ ਉਹਦੀ ਸਲਾਹ 'ਤੇ ਚੱਲਦੇ ਸਨ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਜੋ ਵੀ ਪਾਰਟ ਰਾਜਾ ਧਿਆਨ ਸਿੰਘ ਨੇ ਅਦਾ ਕੀਤਾ ਉਹ ਸ਼ਲਾਘਾਯੋਗ ਹੈ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ, ਮਹਾਰਾਜਾ ਖੜਕ ਸਿੰਘ ਦੇ ਗੱਦੀ 'ਤੇ ਬੈਠਦਿਆਂ ਹੀ ਕੰਵਰ ਸ਼ੇਰ ਸਿੰਘ ਨੇ ਉਹਦੇ ਵਿਰੁੱਧ ਬਗਾਵਤ ਦਾ ਝੰਡਾ ਖੜਾ ਕਰ ਦਿੱਤਾ। ਉਹ ਕਾਂਗੜੇ ਦੇ ਕਿਲ੍ਹੇ 'ਤੇ ਕਬਜ਼ਾ ਕਰਕੇ ਅਤੇ ਅੰਗਰੇਜ਼ਾਂ ਦੀ ਮਦਦ ਨਾਲ ਸਥਾਪਤ ਸਰਕਾਰ ਨੂੰ ਤਾਕਤ ਨਾਲ ਖਤਮ ਕਰਕੇ ਰਾਜ ਸਿੰਘਾਸਨ 'ਤੇ ਆਪ ਬੈਠਣਾ ਚਾਹੁੰਦਾ ਸੀ। ਰਾਜਾ ਧਿਆਨ ਸਿੰਘ ਨੇ ਮਹਾਰਾਜਾ ਖੜਕ ਸਿੰਘ ਦੀ ਸਥਾਪਤ ਸਰਕਾਰ ਦਾ ਪੂਰੀ ਵਫਾਦਾਰੀ ਨਾਲ ਸਾਥ ਦਿੱਤਾ ਅਤੇ ਸ਼ੇਰ ਸਿੰਘ ਦੀਆਂ ਚਾਲਾਂ ਨੂੰ ਪਛਾੜਿਆ। ਉਹਨੂੰ ਪਤਾ ਸੀ ਕਿ ਜੇ ਗੱਦੀ ਬਾਰੇ ਝਗੜਾ ਵੱਧ ਗਿਆ ਤਾਂ ਅੰਗਰੇਜ਼ ਇਸ ਝਗੜੇ ਵਿੱਚ ਦਖਲ ਦੇ ਕੇ ਇਸ ਨੂੰ ਆਪਣੇ ਲਾਭਾਂ ਲਈ ਵਰਤਣਗੇ। ਉਹਨੇ ਇੱਕ ਤਾਂ ਕਾਂਗੜੇ ਦੇ ਕਿਲ੍ਹੇਦਾਰਾਂ ਨੂੰ ਤਾੜਨਾ ਕੀਤੀ ਕਿ ਉਹ ਸ਼ੇਰ ਸਿੰਘ ਦੇ ਕਿਸੇ ਝਾਂਸੇ ਵਿੱਚ ਨਾ ਆਉਣ। ਦੂਜੇ, ਉਹਨੇ ਸ਼ੇਰ ਸਿੰਘ ਨੂੰ ਉਹਦੀ ਜਾਨ ਮਾਲ ਦੀ ਰੱਖਿਆ ਦਾ ਯਕੀਨ ਦਿਵਾਉਂਦੇ ਹੋਏ ਲਾਹੌਰ ਆਪਣੇ ਪਿਤਾ ਦੇ ਸੋਗ ਵਿੱਚ ਹਿੱਸਾ ਲੈਣ ਲਈ ਆਉਣ ਦਾ ਸੱਦਾ ਦਿੱਤਾ। ਆਪਣੀ ਚਾਲ ਕਾਮਯਾਬ ਨਾ ਹੁੰਦਿਆਂ ਵੇਖ ਕੇ ਸ਼ੇਰ ਸਿੰਘ ਨੂੰ ਲਾਹੌਰ ਆਉਣਾ ਪਿਆ। ਧਿਆਨ ਸਿੰਘ ਨੇ ਉਹਨੂੰ ਦਰਬਾਰ ਵਿੱਚ ਇੱਕ ਉੱਚਾ ਅਹੁਦਾ ਦਿਵਾ ਕੇ ਉਸ ਤੋਂ ਵਿਰੋਧ ਦਾ ਖਤਰਾ ਸਦਾ ਲਈ ਟਾਲ ਦਿੱਤਾ। ਮਹਾਰਾਜਾ ਖੜਕ ਸਿੰਘ ਆਪਣੇ ਇੱਕ ਮਿੱਤਰ ਚੇਤ ਸਿੰਘ ਦੀ ਸੰਗਤ ਵਿੱਚ ਪੈ ਕੇ ਵਿਲਾਸੀ ਜੀਵਨ ਬਤੀਤ ਕਰਨ ਲੱਗ ਪਿਆ। ਨਤੀਜਾ ਇਹ ਹੋਇਆ ਕਿ ਉਹਨੇ ਰਾਜਸੀ ਮਾਮਲਿਆਂ ਵਿੱਚ ਦਿਲਚਸਪੀ ਲੈਣੀ ਬਿਲਕੁਲ ਛੱਡ ਦਿੱਤੀ। ਉਹ ਚਰਿੱਤਰਹੀਨ ਚੇਤ ਸਿੰਘ ਦੇ ਇਤਨਾ ਟੇਟੇ ਚੜ੍ਹਿਆ ਹੋਇਆ ਸੀ ਕਿ ਉਹ ਤਜਰਬੇਕਾਰ ਦਰਬਾਰੀਆਂ ਦੇ ਥਾਂ ਆਪਣੇ ਮਿੱਤਰ ਦੀ ਸਲਾਹ ਨੂੰ ਜ਼ਿਆਦਾ ਪਸੰਦ ਕਰਦਾ ਸੀ। ਅਹਿਲਕਾਰਾਂ ਨੂੰ ਪਤਾ ਸੀ ਕਿ ਚੇਤ ਸਿੰਘ ਉਹਨਾਂ ਦੀਆਂ ਜੜ੍ਹਾਂ ਵਿੱਚ ਤੇਲ ਦੇ ਰਿਹਾ ਹੈ, ਸੋ ਧਿਆਨ ਸਿੰਘ ਦੀ ਅਗਵਾਈ ਹੇਠ ਉਹਨਾਂ ਦੇ ਚੇਤਕਾਰ ਦੀਆਂ ਬਦਕਾਰੀਆਂ ਵੱਲ ਧਿਆਨ ਦਿਵਾਇਆ। ਇਸ ਪਿੱਛੋਂ ਧਿਆਨ ਸਿੰਘ ਨੇ ਮਹੱਲ ਦੇ ਆਲੇ ਦੁਆਲੇ ਪਹਿਰੇਦਾਰ ਖੜੇ ਕਰਕੇ ਆਪ ਕੁਝ ਸਾਥੀਆਂ ਸਮੇਤ ਅੰਦਰ ਜਾ ਕੇ ਮਹਾਰਾਜੇ ਲਾਗੇ ਸੁੱਤੇ ਹੋਏ ਚੇਤ ਸਿੰਘ ਨੂੰ ਕਤਲ ਕਰ ਦਿੱਤਾ ਅਤੇ ਖੜਕ ਸਿੰਘ ਨੂੰ ਰਾਜਗੱਦੀ ਤੋਂ ਬਰਤਰਫ ਹੋਣ ਲਈ ਮਜਬੂਰ ਕਰ ਦਿੱਤਾ ਅਤੇ ਰਾਜ ਦੀ ਵਾਗਡੋਰ ਇਸ ਘਟੀਆ ਹੁਕਮਰਾਨ ਦੇ ਹੱਥੋਂ ਖੋਹ ਕੇ ਸਿਆਣੇ ਅਤੇ ਮੁਦੱਬਰ ਕੰਵਰ ਨੌਨਿਹਾਲ ਸਿੰਘ ਦੇ ਹੱਥ ਦੇ ਦਿੱਤੀ। ਧਿਆਨ ਸਿੰਘ ਦਾ ਇਹ ਇੱਕ ਐਸਾ ਕਦਮ ਸੀ ਜਿਸ ਨਾਲ ਡਾਵਾਂਡੋਲ ਹੋ ਰਿਹਾ ਰਾਜ ਫਿਰ ਸਥਿਰਤਾ 'ਤੇ ਆ ਗਿਆ। ਅੰਗਰੇਜ਼ ਰੂਸ ਦਾ ਅਫਗਾਨਿਸਤਾਨ 'ਤੇ ਦਬਦਬਾ ਹਟਾਉਣ ਲਈ ਉਸ ਦੇਸ਼ ਦੇ ਘਰੇਲੂ ਮਾਮਲਿਆਂ ਵਿੱਚ ਦਖਲ ਦੇ ਰਹੇ ਸਨ। ਇਸ ਕੰਮ ਲਈ ਉਹਨਾਂ ਨੂੰ ਆਪਣੀ ਫੌਜ ਅਤੇ ਹੋਰ ਜੰਗੀ ਸਮਾਨ ਉੱਥੇ ਪਹੁੰਚਾਉਣਾ ਪੈਂਦਾ ਸੀ। ਇਸ ਲਈ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਵਿੱਚੋਂ ਰਾਹ ਦੇਣ ਦੀ ਬੇਨਤੀ ਕੀਤੀ ਸੀ, ਪਰ ਉਹ ਨਹੀਂ ਸਨ ਮੰਨੇ। ਅੰਗਰੇਜ਼ਾਂ ਨੇ ਹੁਣ ਫਿਰ ਕੰਵਰ ਨੌਨਿਹਾਲ ਸਿੰਘ ਕੋਲੋਂ ਆਪਣੀਆਂ ਫੌਜਾਂ ਦੇ ਲੰਘਣ ਲਈ ਰਾਹ ਮੰਗਿਆ, ਪਰ ਧਿਆਨ ਸਿੰਘ ਦੀ ਸਲਾਹ 'ਤੇ ਕੰਵਰ ਨੇ ਫਿਰ ਵੀ ਉਹਨਾਂ ਦੀ ਇਹ ਪੇਸ਼ਕਸ਼ ਠੁਕਰਾ ਦਿੱਤੀ। ਇਸ 'ਤੇ ਅੰਗਰੇਜ਼ਾਂ ਨੇ ਧਿਆਨ ਸਿੰਘ 'ਤੇ ਦਬਾਅ ਪਾਉਣ ਲਈ ਉਹਨੂੰ ਤੜੀ ਦਿੱਤੀ ਕਿ ਉਹ ਗੱਦੀ ਲਈ ਨੌਨਿਹਾਲ ਸਿੰਘ ਦੀ ਥਾਂ ਸ਼ੇਰ ਸਿੰਘ ਦੀ ਮਦਦ ਕਰਨਗੇ। ਧਿਆਨ ਸਿੰਘ ਨੂੰ ਲਾਚਾਰ ਹੋ ਕੇ ਅੰਗਰੇਜ਼ਾਂ ਦੀ ਗੱਲ ਮੰਨਣੀ ਪਈ। ਮਹਾਰਾਜਾ ਖੜਕ ਸਿੰਘ ਅਤੇ ਕੰਵਰ ਨੌਨਿਹਾਲ ਸਿੰਘ ਦੀ ਇੱਕ ਦੂਜੇ ਪਿੱਛੋਂ ਅਚਾਨਕ ਮੌਤਾਂ ਕਾਰਨ ਇੱਕ ਖਲਾਅ ਪੈਦਾ ਹੋ ਗਿਆ। ਧਿਆਨ ਸਿੰਘ ਤੋਂ ਬਿਨਾਂ ਰਾਜ ਵਿੱਚ ਹੋਰ ਕੋਈ ਐਸਾ ਯੋਗ ਬੰਦਾ ਨਹੀਂ ਸੀ ਜੋ ਕਿ ਆਰਜ਼ੀ ਤੌਰ 'ਤੇ ਇਸ ਖਲਾਅ ਨੂੰ ਭਰ ਸਕਦਾ। ਇਸ ਲਈ ਦਰਬਾਰ ਦੇ ਸਭ ਮੁਖੀਆਂ ਨੇ, ਭਾਵੇਂ ਉਹ ਧਿਆਨ ਸਿੰਘ ਦੇ ਵਿਰੋਧੀ ਸਨ ਜਾਂ ਉਹਦੇ ਪੱਖ ਵਿੱਚ, ਧਿਆਨ ਸਿੰਘ ਨੂੰ ਇਸ ਆਰਜ਼ੀ ਸਮੇਂ ਲਈ ਰਾਜ ਪ੍ਰਬੰਧ ਦੇ ਪੂਰਨ ਅਧਿਕਾਰ ਸੌਂਪ ਦਿੱਤੇ। ਤਾਂ ਵੀ ਕਈ ਬੰਦੇ ਐਸੇ ਸਨ ਜੋ ਧਿਆਨ ਸਿੰਘ ਨਾਲ ਈਰਖਾ ਕਰਦੇ ਸਨ। ਉਹਨਾਂ ਨੇ ਧਿਆਨ ਸਿੰਘ ਨੂੰ ਬਦਨਾਮ ਕਰਨ ਲਈ ਇਹ ਅਫਵਾਹ ਉਡਾ ਦਿੱਤੀ ਕਿ ਕੰਵਰ ਨੌਨਿਹਾਲ ਸਿੰਘ ਅਤੇ ਛੱਜਾ ਧਿਆਨ ਸਿੰਘ ਦੀ ਗਿਣੀ ਮਿੱਥੀ ਸਾਜ਼ਿਸ਼ ਨਾਲ ਡੇਗਿਆ ਗਿਆ ਸੀ, ਪਰ ਇਸ ਗੱਲ ਨਾਲ ਭਰੋਸੇਯੋਗ ਕੋਈ ਵੀ ਸਬੂਤ ਨਾ ਹੋਣ ਕਰਕੇ ਕੋਈ ਵੀ ਇਸ ਨਾਲ ਸਹਿਮਤ ਨਹੀਂ ਸੀ।
ਉਹ ਲਿਖਦੇ ਹਨ ਕਿ ਦੁਰਘਟਨਾ ਕਿਸੇ ਗਿਣੀ ਮਿੱਥੀ ਸਾਜ਼ਿਸ਼ ਦਾ ਨਤੀਜਾ ਨਹੀਂ ਸੀ, ਬਲਕਿ ਕੁਦਰਤੀ ਕਾਰਨਾਂ ਕਰਕੇ ਹੋਈ ਸੀ ਤੇ ਛੱਜਾ ਇਤਨਾ ਪੁਰਾਣਾ ਸੀ ਕਿ ਉਹ ਕਿਸੇ ਵੇਲੇ ਵੀ ਡਿੱਗ ਸਕਦਾ ਸੀ। ਨੌ ਨਿਹਾਲ ਸਿੰਘ ਦੀ ਮੌਤ ਪਿੱਛੋਂ ਦਰਬਾਰੀਆਂ ਵਿੱਚ ਦੋ ਧੜੇ ਬਣ ਗਏ। ਇੱਕ ਧੜਾ ਰਾਜਾ ਕੰਵਰ ਸ਼ੇਰ ਸਿੰਘ ਨੂੰ ਗੱਦੀ 'ਤੇ ਬਿਠਾਉਣ ਦੇ ਪੱਖ ਵਿੱਚ ਸੀ, ਦੂਜਾ ਚੰਦ ਕੌਰ ਨੂੰ ਤਾਕਤ ਦੇਣ ਦੇ ਹੱਕ ਵਿੱਚ ਸੀ। ਹੋ ਸਕਦਾ ਸੀ ਕਿ ਇਹ ਧੜਾਬਾਜ਼ੀ ਭਿਆਨਕ ਰੂਪ ਧਾਰਨ ਕਰ ਲੈਂਦੀ ਤੇ ਗੱਦੀ ਲਈ ਘਰੇਲੂ ਯੁੱਧ ਸ਼ੁਰੂ ਹੋ ਜਾਂਦਾ। ਇਹ ਧਿਆਨ ਸਿੰਘ ਹੀ ਸੀ ਜਿਸ ਨੇ ਬੜੀ ਹੁਸ਼ਿਆਰੀ ਵਰਤ ਕੇ ਦੋਹਾਂ ਨੇ ਇੱਕ ਸਾਂਝੀ ਸਰਕਾਰ ਬਣਾਉਣ 'ਤੇ ਮਜਬੂਰ ਕੀਤਾ। ਜਦ ਫਿਰ ਵੀ ਕੰਮ ਠੀਕ ਬੰਦਾ ਨਾ ਦਿਸਿਆ ਤਾਂ ਉਹਨੇ ਸ਼ੇਰ ਸਿੰਘ ਨੂੰ ਤਾਕਤ ਚੰਦ ਕੌਰ ਦੇ ਹੱਥ ਦੇ ਕੇ ਇੱਕ ਪਾਸੇ ਹੋਣ ਲਈ ਮਨਾ ਲਿਆ। ਫਿਰ ਵੀ ਰਾਣੀ ਚੰਦ ਕੌਰ ਦੇ ਧੜੇ ਦੇ ਅਹਿਲਕਾਰ ਧਿਆਨ ਸਿੰਘ ਦੇ ਰਸਤੇ ਵਿੱਚ ਰੋੜਾ ਅਟਕਾਉਂਦੇ ਹੀ ਰਹੇ ਤੇ ਉਹ ਰਾਜ ਦਾ ਕੰਮ ਚੰਗੀ ਤਰ੍ਹਾਂ ਨਹੀਂ ਸਨ ਚੱਲਣ ਦਿੰਦੇ। ਧਿਆਨ ਸਿੰਘ ਉਹਨਾਂ ਦੇ ਵਤੀਰੇ ਤੋਂ ਇਤਨਾ ਤੰਗ ਆਇਆ ਕਿ ਉਹ ਛੁੱਟੀ ਲੈ ਕੇ ਜੰਮੂ ਵੱਲ ਚਲਾ ਗਿਆ, ਪਰ ਉਹਦੀ ਗੈਰ ਹਾਜ਼ਰੀ ਵਿੱਚ ਸਰਕਾਰੀ ਕੰਮ ਬਿਲਕੁਲ ਠੱਪ ਹੋ ਗਿਆ ਤੇ ਚੰਦ ਕੌਰ ਧਿਆਨ ਸਿੰਘ ਨੂੰ ਰਾਜਸੀ ਹਾਲਤ ਸੁਧਾਰਨ ਲਈ ਮੁੜ ਸੱਦਣ 'ਤੇ ਮਜਬੂਰ ਹੋਈ। ਚੰਦ ਕੌਰ ਅਧੀਨ ਰਾਜ ਪ੍ਰਬੰਧ ਦੀ ਹੋਈ ਦੁਰਦਸ਼ਾ ਵੇਖ ਕੇ ਧਿਆਨ ਸਿੰਘ ਨੂੰ ਯਕੀਨ ਹੋ ਗਿਆ ਕਿ ਰਾਜ ਦੀ ਵਾਗਡੋਰ ਚੰਦ ਕੌਰ ਵਰਗੀ ਸਾਜ਼ਿਸ਼ੀ ਖੁਦਗਰਜ਼ ਤੇ ਨਿਕਟ ਦ੍ਰਿਸ਼ਟ ਇਸਤਰੀ ਹੱਥ ਹੋਣੀ ਰਾਜ ਨੂੰ ਲੈ ਡੋਬੇਗੀ। ਇਸ ਲਈ ਉਹਨੇ ਰਾਜ ਦੀ ਬਿਹਤਰੀ ਲਈ ਫੌਜ ਦੀ ਸਹਾਇਤਾ ਨਾਲ ਸ਼ੇਰ ਸਿੰਘ ਨੂੰ ਗੱਦੀ 'ਤੇ ਮੁੜ ਬਹਾਲ ਕਰ ਦਿੱਤਾ ਤੇ ਚੰਦ ਕੌਰ ਨੂੰ ਗੁਜ਼ਾਰੇ ਲਈ ਖਾਸੀ ਜਗੀਰ ਦਵਾ ਕੇ ਇੱਕ ਪਾਸੇ ਹੋਣ ਲਈ ਮਜਬੂਰ ਕਰ ਦਿੱਤਾ। ਸ਼ੇਰ ਸਿੰਘ ਭਾਵੇਂ ਗੱਦੀ ਦੇ ਬਾਕੀ ਉਮੀਦਵਾਰਾਂ ਨਾਲੋਂ ਜ਼ਿਆਦਾ ਸੂਝ-ਬੂਝ ਰੱਖਦਾ ਸੀ, ਪਰ ਉਹਦੀਆਂ ਅੰਗਰੇਜ਼ਾਂ ਨਾਲ ਸਾਜ਼ਬਾਜ਼ ਕਰਨ ਦੀਆਂ ਪਿਛਲੀਆਂ ਕਰਤੂਤਾਂ ਦੱਸਦੀਆਂ ਹਨ ਕਿ ਉਹ ਇੱਕ ਦੂਰ ਅੰਦੇਸ਼ ਹੁਕਮਰਾਨ ਨਹੀਂ ਸੀ, ਬਲਕਿ ਗਿਰੇ ਹੋਏ ਚਰਿੱਤਰ ਦਾ ਬੰਦਾ ਸੀ। ਜਦ ਚੰਦ ਕੌਰ ਦੀ ਮੌਤ 'ਤੇ ਉਹਦਾ ਰਾਹ ਸਾਫ਼ ਹੋ ਗਿਆ ਤਾਂ ਉਹ ਧਿਆਨ ਸਿੰਘ ਦੇ ਵੀ ਵਿਰੁੱਧ ਹੋ ਗਿਆ ਤੇ ਆਪਣੇ ਪਿਛਲੇ ਵਿਰੋਧੀ ਸੰਧਾਵਾਲੀਆ ਸਰਦਾਰਾਂ ਨਾਲ ਉਹਨਾਂ ਨੂੰ ਖਤਮ ਕਰਨ ਦੇ ਮਨਸੂਬੇ ਘੜਨ ਲੱਗ ਪਿਆ। ਪੁਰਾਣੇ ਵੈਰੀ ਹੋਣ ਦੇ ਨਾਲ ਹਿਮਾਤੀ ਦੇ ਵਿਰੁੱਧ ਗੱਠਜੋੜ ਕਰਨਾ ਇੱਕ ਵੱਡਾ ਧਰੋਹ ਹੈ, ਜਿਵੇਂ ਕਿ ਆਮ ਹੁੰਦਾ ਹੈ। ਧਿਆਨ ਸਿੰਘ ਦੇ ਨਾਲ ਉਹ ਆਪ ਹੀ ਆਪਣੇ ਵਿਛਾਏ ਹੋਏ ਜਾਲ ਵਿੱਚ ਫਸ ਕੇ ਸੰਧਾਵਾਲੀਆ ਸਰਦਾਰਾਂ ਹੱਥੋਂ ਕਤਲ ਹੋ ਗਿਆ। ਭਾਵੇਂ ਰਾਜਾ ਧਿਆਨ ਸਿੰਘ ਬਾਰੇ ਵਿਰੋਧੀ ਰਾਵਾਂ ਹਨ, ਪਰ ਉੱਪਰ ਲਿਖੀਆਂ ਗੱਲਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਰਾਜ ਦਰਬਾਰ ਦੇ ਮੋਢੀਆਂ ਵਿੱਚ ਕੇਵਲ ਉਹੀ ਇੱਕ ਸੂਝਵਾਨ ਦੂਰ ਅੰਦੇਸ਼ ਅਤੇ ਰਾਜ ਦਾ ਖੈਰ ਖਾ ਨੇਤਾ ਸੀ, ਜੋ ਨਾ ਕੇਵਲ ਵਿਦੇਸ਼ੀ ਵੈਰੀਆਂ ਦੀਆਂ ਚਾਲਾਂ ਨੂੰ ਸਮਝਦਾ ਤੇ ਸਫਲਤਾ ਨਾਲ ਪਛਾੜਦਾ ਰਿਹਾ ਸੀ, ਬਲਕਿ ਖੁਦਗਰਜ਼ ਸਰਦਾਰਾਂ ਦੀਆਂ ਪੰਥ ਘਾਤਕ ਸਾਜ਼ਿਸ਼ਾਂ ਨੂੰ ਵੀ ਬੇਕਾਰ ਕਰਦਾ ਰਿਹਾ। ਧਿਆਨ ਸਿੰਘ ਦੀ ਮੌਤ ਨਾਲ ਰਾਜ ਦਾ ਢਾਂਚਾ, ਜੋ ਕੁੰਨ ਨਾਲ ਪਹਿਲਾਂ ਹੀ ਖਾਧਾ ਜਾ ਚੁੱਕਾ ਸੀ, ਸਦਾ ਲਈ ਥੇ ਹੋ ਗਿਆ। ਰਾਜਾ ਗੁਲਾਬ ਸਿੰਘ ਡੋਗਰਾ। ਰਾਜਾ ਗੁਲਾਬ ਸਿੰਘ ਡੋਗਰਾ ਧਿਆਨ ਸਿੰਘ ਦਾ ਭਰਾ ਸੀ। ਦੋਹਾਂ ਡੋਗਰਾ ਭਰਾਵਾਂ ਨੇ ਆਪਣੀ ਮਿਹਨਤ ਅਤੇ ਆਂਥਿਕ ਸੇਵਾ ਦੁਆਰਾ ਮਹਾਰਾਜਾ ਰਣਜੀਤ ਸਿੰਘ ਦੇ ਦਿਲ ਵਿੱਚ ਘਰ ਕਰ ਲਿਆ ਸੀ, ਪਰ ਦੋਹਾਂ ਭਰਾਵਾਂ ਵਿੱਚੋਂ ਰਾਜਾ ਗੁਲਾਬ ਸਿੰਘ ਬਾਅਦ ਵਿੱਚ ਘਟੀਆ ਪੱਧਰ ਦਾ ਬੰਦਾ ਸਾਬਤ ਹੋਇਆ। ਸ਼ਾਇਦ ਉਹਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਪੈਦਾ ਹੋਏ ਹਾਲਾਤ ਨੂੰ ਭਾਂਪ ਲਿਆ ਸੀ ਕਿ ਸਿੱਖ ਸਰਦਾਰਾਂ ਦੀ ਆਪਸ ਵਿੱਚ ਫੁੱਟ ਕਾਰਨ ਸਿੱਖ ਰਾਜ ਬਹੁਤ ਦੇਰ ਤੱਕ ਕਾਇਮ ਨਹੀਂ ਰਹਿ ਸਕੇਗਾ। ਇਸ ਲਈ ਜਿੱਥੇ ਧਿਆਨ ਸਿੰਘ ਨੇ ਰਾਜ ਨੂੰ ਢਹਿਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ, ਉੱਥੇ ਗੁਲਾਬ ਸਿੰਘ ਨੇ ਮਨ ਬਣਾ ਲਿਆ। ਲੱਗਦਾ ਹੈ ਕਿ ਆਪੋ ਤਾਪ ਵਿੱਚ ਜਾਂਦੇ ਚੋਰ ਦੀ ਲੰਗੋਟੀ ਵਾਂਗ ਹੇਰਾ ਫੇਰੀ ਨਾਲ ਜੋ ਵੀ ਜ਼ਾਤੀ ਲਾਭ ਪ੍ਰਾਪਤ ਹੋ ਸਕੇ ਉਚਿਤ ਹੈ। ਰਾਜਾ ਗੁਲਾਬ ਸਿੰਘ ਦੇ ਮਨ ਵਿੱਚ ਇਹ ਪਰਿਵਰਤਨ ਕੰਵਰ ਨੌ ਨਿਹਾਲ ਸਿੰਘ ਦੀ ਮੌਤ ਪਿੱਛੋਂ ਹੋਇਆ, ਜਦ ਰਾਜ ਦਰਬਾਰ ਦੋ ਧੜਿਆਂ ਵਿੱਚ ਵੰਡਿਆ ਗਿਆ ਸੀ। ਇੱਕ ਧੜਾ ਰਾਣੀ ਚੰਦ ਕੌਰ ਦੇ ਹੱਕ ਵਿੱਚ ਸੀ। ਇਸ ਧੜੇ ਦੇ ਮੋਹਰੀ ਸਨ ਸੰਧਾਵਾਲੀਆ ਸਰਦਾਰ ਜਮਾਂਦਾਰ ਖੁਸ਼ਹਾਲ ਸਿੰਘ, ਫਤਿਹ ਸਿੰਘ ਮਾਨ ਤੇ ਸ਼ੇਖ ਗੁਲਾਮ ਮੁਹੱਈਉਦੀਨ। ਸ਼ੇਰ ਸਿੰਘ ਦੇ ਹੱਕ ਵਿੱਚ ਧਿਆਨ ਸਿੰਘ ਡੋਗਰਾ, ਸ਼ਾਮ ਸਿੰਘ ਅਟਾਰੀ ਵਾਲਾ, ਜਰਨੈਲ ਧੰਨਾ ਸਿੰਘ ਮਲਵਈ ਤੇ ਫਕੀਰ ਅਜ਼ੀਜ਼ੁਦੀਨ ਸਨ। ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਾ ਹੈ, ਰਾਜਗੱਦੀ ਦੇ ਇਸ ਘੋਲ ਵਿੱਚ ਚੰਦ ਕੌਰ ਦਾ ਧੜਾ ਸਫਲ ਹੋ ਗਿਆ ਤੇ ਸ਼ੇਰ ਸਿੰਘ ਨੂੰ ਬਰਤਰਫ ਹੋਣਾ ਪਿਆ। ਗੁਲਾਬ ਸਿੰਘ ਤਾੜ ਗਿਆ ਕਿ ਸੰਧਾਵਾਲੀਆ ਸਰਦਾਰਾਂ ਦਾ ਪੱਲਾ ਭਾਰਾ ਹੈ ਤੇ ਉਸ ਨੂੰ ਜ਼ਾਤੀ ਲਾਭ ਲਈ ਉਹਨਾਂ ਦਾ ਸਾਥ ਦੇਣਾ ਹੀ ਮੁਨਾਸਬ ਹੈ। ਇਸ ਲਈ ਜਦ ਧਿਆਨ ਸਿੰਘ ਦੀ ਮਦਦ ਨਾਲ ਸ਼ੇਰ ਸਿੰਘ ਨੇ ਰਾਣੀ ਚੰਦ ਕੌਰ ਦੇ ਵਿਰੁੱਧ ਲਾਹੌਰ 'ਤੇ ਚੜ੍ਹਾਈ ਕੀਤੀ ਤਾਂ ਰਾਣੀ ਚੰਦ ਕੌਰ ਨਾਲ ਸੌਦਾਬਾਜ਼ੀ ਕਰ ਲਈ ਤੇ ਉਹਦਾ ਸਾਥ ਦੇਣ ਦਾ ਫੈਸਲਾ ਕਰ ਲਿਆ। ਬਾਅਦ ਵਿੱਚ ਜਦ ਚੰਦ ਕੌਰ ਅਤੇ ਗੁਲਾਬ ਸਿੰਘ ਕਿਲ੍ਹਾ ਖਾਲੀ ਕਰਨ 'ਤੇ ਮਜਬੂਰ ਹੋਏ ਤਾਂ ਦੋਵੇਂ ਚੋਰੀ ਛੁਪੇ ਸਾਰਾ ਖਜ਼ਾਨਾ ਨਾਲ ਲੈ ਜਾਣ ਵਿੱਚ ਕਾਮਯਾਬ ਹੋ ਗਏ। ਇਸ ਲੁੱਟ ਦਾ ਗੁਲਾਬ ਸਿੰਘ ਨੂੰ ਕਾਫੀ ਹਿੱਸਾ ਮਿਲਿਆ। ਇਹ ਹਿੱਸਾ ਲੈ ਕੇ ਉਹ ਜੰਮੂ ਵੱਲ ਚਲਾ ਗਿਆ। ਇਹਨਾਂ ਦਿਨਾਂ ਵਿੱਚ ਹੀ ਅੰਗਰੇਜ਼ਾਂ ਦਾ ਅਫਗਾਨਿਸਤਾਨ ਨਾਲ ਝਗੜਾ ਹੋ ਗਿਆ ਤੇ ਅਫਗਾਨੀਆਂ ਨੇ ਅੰਗਰੇਜ਼ਾਂ ਦੀ ਕਾਇਮ ਮੁਕਾਮ ਫੌਜ ਬਿਲਕੁਲ ਨਸ਼ਟ ਕਰ ਦਿੱਤੀ। ਅੰਗਰੇਜ਼ਾਂ ਨੂੰ ਸਖਤ ਨਮੋਸ਼ੀ ਹੋਈ ਤੇ ਉਹਨਾਂ ਨੂੰ ਸਖਤ ਧੱਕਾ ਲੱਗਾ। ਆਪਣੇ ਇਕਤਦਾਰ ਨੂੰ ਮੁੜ ਕੰਮ ਕਰਨ ਲਈ ਉਹਨਾਂ ਨੂੰ ਸਿੱਖਾਂ ਪਾਸੋਂ ਮਦਦ ਮੰਗਣੀ ਪਈ। ਲਾਹੌਰ ਦਰਬਾਰ ਦੇ ਗੁਲਾਬ ਸਿੰਘ ਨੂੰ ਅੰਗਰੇਜ਼ਾਂ ਦੀ ਮਦਦ ਲਈ ਨਿਯਤ ਕੀਤਾ ਗਿਆ, ਪਰ ਗੁਲਾਬ ਸਿੰਘ ਨੇ ਬੜੀ ਹੁਸ਼ਿਆਰੀ ਨਾਲ ਅੰਗਰੇਜ਼ਾਂ ਦੇ ਮਨ ਵਿੱਚ ਇਹ ਗੱਲ ਬਿਠਾ ਦਿੱਤੀ ਕਿ ਇਸ ਮਦਦ ਦਾ ਸਿਹਰਾ ਉਹਦੇ ਸਿਰ ਹੈ, ਨਾ ਕਿ ਦਰਬਾਰ ਦੇ। ਇਸ ਮਦਦ ਦੇ ਬਦਲੇ ਵਿੱਚ ਉਹਨੇ ਅੰਗਰੇਜ਼ਾਂ ਨਾਲ ਇਹ ਸੌਦਾਬਾਜ਼ੀ ਕੀਤੀ ਕਿ ਉਹ ਜੰਮੂ ਵਾਲੀ ਜਾਗੀਰ ਮੁਕੰਮਲ ਤੌਰ 'ਤੇ ਉਹਦੇ ਹਵਾਲੇ ਕੀਤੀ ਜਾਵੇ।
ਗੁਲਾਬ ਸਿੰਘ ਦੀ ਕਮਾਨ ਹੇਠ ਸਿੱਖ ਫੌਜਾਂ ਨੇ ਅੰਗਰੇਜ਼ਾਂ ਨੂੰ ਪੂਰੀ ਸਹਾਇਤਾ ਦਿੱਤੀ, ਜਿਸ ਦਾ ਨਤੀਜਾ ਇਹ ਹੋਇਆ ਕਿ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਅਤੇ ਲੋਕਾਂ ਦੇ ਮਨ 'ਤੇ ਅੰਗਰੇਜ਼ਾਂ ਦਾ ਦਬਦਬਾ ਮੁੜ ਬੈਠ ਗਿਆ। ਬਜਾਏ ਕਿ ਸਿੱਖਾਂ ਵੱਲੋਂ ਦਿੱਤੀ ਗਈ ਇਸ ਸਹਾਇਤਾ ਦੇ ਬਦਲੇ ਅੰਗਰੇਜ਼ ਸਿੱਖਾਂ ਨਾਲ ਮਿੱਤਰਤਾ ਦਾ ਦਮ ਭਰਦੇ, ਉਹਨਾਂ ਨੇ ਪੰਜਾਬ ਨੂੰ ਕਾਬੂ ਕਰਨ ਦੀਆਂ ਕਾਰਵਾਈਆਂ ਹੋਰ ਵੀ ਤੇਜ਼ ਕਰ ਦਿੱਤੀਆਂ। ਇਹਨਾਂ ਕਾਰਵਾਈਆਂ ਵਿੱਚ ਇੱਕ ਤਾਂ ਅੰਗਰੇਜ਼ਾਂ ਨੂੰ ਸਿੱਖ ਫੌਜ ਦੇ ਵਿਦੇਸ਼ੀ ਜਰਨੈਲਾਂ ਵੈਂਤੂਰਾ ਅਤੇ ਐਲਰਟ ਦੀ ਅਤੇ ਦੂਜੇ ਰਾਜਾ ਗੁਲਾਬ ਸਿੰਘ ਦੀ ਹਮਾਇਤ ਹਾਸਲ ਸੀ, ਕਿਉਂਕਿ ਉਹਨੂੰ ਅੰਗਰੇਜ਼ਾਂ ਨੇ ਯਕੀਨ ਦਿਵਾਇਆ ਸੀ ਕਿ ਜਿਸ ਵੇਲੇ ਸਿੱਖ ਰਾਜ ਦੇ ਅਧੀਨ ਇਲਾਕਿਆਂ ਦੀ ਵੰਡ ਕੀਤੀ ਗਈ ਤਾਂ ਜੰਮੂ ਦਾ ਉਹਨੂੰ ਖੁਦ ਮੁਖਤਿਆਰ ਹਾਕਮ ਬਣਾ ਦਿੱਤਾ ਜਾਏ। ਇਹ ਇਕਰਾਰ ਅੰਗਰੇਜ਼ਾਂ ਨੇ ਪੂਰਾ ਕਰ ਦਿੱਤਾ। ਬਾਅਦ ਵਿੱਚ ਜਦ ਧਿਆਨ ਸਿੰਘ ਦਾ ਲੜਕਾ ਹੀਰਾ ਸਿੰਘ ਪ੍ਰਧਾਨ ਮੰਤਰੀ ਬਣਿਆ ਤਾਂ ਉਹਦੇ ਨਾਲ ਮਿਲ ਕੇ ਗੁਲਾਬ ਸਿੰਘ ਨੇ ਸਿਆਲਕੋਟ ਦਾ ਇਲਾਕਾ ਵੀ ਸਾਂਭ ਲਿਆ ਅਤੇ ਅੰਤ ਨੂੰ ਕਸ਼ਮੀਰ, ਹਜ਼ਾਰਾ, ਲਦਾਖ ਅਤੇ ਗਿਲਗਿਤ ਦੇ ਇਲਾਕੇ ਵੀ ਹੌਲੀ ਹੌਲੀ ਕਾਬੂ ਕਰ ਲਏ। ਕੁਝ ਚਿਰ ਬਾਅਦ ਜਦ ਅੰਗਰੇਜ਼ਾਂ ਨੇ ਸਿੱਖਾਂ ਦੇ ਸੰਬੰਧ ਅਤੇ ਇਹ ਸੰਭਾਵਨਾ ਹੋ ਗਈ ਕਿ ਉਹਨਾਂ ਦੀ ਆਪਸ ਵਿੱਚ ਟੱਕਰ ਕਿਸੇ ਵੇਲੇ ਵੀ ਹੋ ਸਕਦੀ ਹੈ, ਤਾਂ ਗੁਲਾਬ ਸਿੰਘ ਨੇ ਅੰਗਰੇਜ਼ਾਂ ਦੀ ਸ਼ਹਿ 'ਤੇ ਉੱਤਰ ਪੱਛਮੀ ਸਰਹੱਦੀ ਇਲਾਕਿਆਂ ਵਿੱਚ ਜਾਣ ਬੁੱਝ ਕੇ ਗੜਬੜ ਕਰਾਉਣੀ ਸ਼ੁਰੂ ਕਰ ਦਿੱਤੀ, ਤਾਂ ਜੋ ਸਿੱਖਾਂ ਦਾ ਧਿਆਨ ਦੂਜੇ ਪਾਸੇ ਪਾ ਕੇ ਅੰਗਰੇਜ਼ਾਂ ਵਾਲੇ ਪਾਸਿਓਂ ਉਹਨਾਂ ਦੀ ਸ਼ਕਤੀ ਕਮਜ਼ੋਰ ਕੀਤੀ ਜਾ ਸਕੇ। ਜਲਦੀ ਹੀ ਜਦ ਸਿੱਖਾਂ ਨੂੰ ਗੁਲਾਬ ਦੀਆਂ ਕੂਟਨੀਤੀਆਂ, ਅੰਗਰੇਜ਼ਾਂ ਨਾਲ ਅੰਦਰਗਤੀ ਗੱਠਜੋੜ ਅਤੇ ਆਪਣੇ ਭਤੀਜੇ ਹੀਰਾ ਸਿੰਘ ਦੀ ਜਾਇਦਾਦ 'ਤੇ ਹੱਥ ਫੇਰਨ ਬਾਰੇ ਪਤਾ ਲੱਗ ਗਿਆ, ਤਾਂ ਰਾਣੀ ਜਿੰਦਾ ਨੇ ਜਰਨੈਲ ਫਤਿਹ ਸਿੰਘ ਮਾਨ ਦੀ ਕਮਾਨ ਹੇਠ ਇੱਕ ਤਕੜਾ ਫੌਜੀ ਦਸਤਾ ਉਸ ਨੂੰ ਕਾਬੂ ਕਰਨ ਲਈ ਭੇਜਿਆ। ਗੁਲਾਬ ਸਿੰਘ ਨੇ ਉਸ ਸਮੇਂ ਬੜੀ ਹਲੀਮੀ ਦਾ ਵਿਖਾਵਾ ਕੀਤਾ ਅਤੇ ਆਪਣੀ ਤਲਵਾਰ ਅਤੇ ਢਾਲ ਸਿੱਖ ਫੌਜਾਂ ਦੇ ਸਾਹਮਣੇ ਰੱਖਦਿਆਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਜੋ ਵੀ ਜਾਇਦਾਦ ਉਹਦੇ ਪਾਸ ਹੈ ਉਹ ਖਾਲਸੇ ਵੱਲੋਂ ਹੀ ਉਹਦੀ ਦੇਸ਼ ਨੂੰ ਸੇਵਾਵਾਂ ਮੁੱਖ ਰੱਖ ਕੇ ਬਖਸ਼ਿਸ਼ ਵਜੋਂ ਮਿਲੀ ਹੈ ਅਤੇ ਉਹ ਖਾਲਸੇ ਦੇ ਹਵਾਲੇ ਕਰਨ ਵਿੱਚ ਉਹਨੂੰ ਕੋਈ ਸੰਕੋਚ ਨਹੀਂ। ਇਸ ਪਿੱਛੋਂ ਉਹਨੇ ਫੌਜ ਵਿੱਚ ਹਫ਼ਤਾ ਭਰ ਖੂਬ ਖਾਤਰ ਕੀਤੀ ਅਤੇ ਉਸ ਵਿੱਚ ਖੂਬ ਦੌਲਤ ਵੰਡੀ। ਇਸ ਮੌਜ ਮੇਲੇ ਵਿੱਚ ਖਾਲਸਾ ਫੌਜ ਜਿਸ ਮਕਸਦ ਲਈ ਗੁਲਾਬ ਸਿੰਘ 'ਤੇ ਚੜ੍ਹਾਈ ਕਰਕੇ ਆਈ ਸੀ, ਬਿਲਕੁਲ ਭੁੱਲ ਭੁਲਾ ਗਈ ਅਤੇ ਪਿਛਲੇ ਹਿਸਾਬ ਵਿੱਚੋਂ 2 ਲੱਖ ਰੁਪਇਆ ਬਕਾਇਆ ਲੈ ਕੇ ਗੁਲਾਬ ਸਿੰਘ ਦੇ ਗੁਣ ਗਾਉਂਦਿਆਂ ਅਤੇ ਰਾਣੀ ਜਿੰਦਾ ਨੂੰ ਕੋਸਦਿਆਂ ਵਾਪਸ ਮੁੜ ਆਈ। ਇਸ 'ਤੇ ਮਹਿਤਾਬ ਸਿੰਘ ਨੇ ਆਪਣੇ ਕੁਝ ਆਦਮੀਆਂ ਨੂੰ ਹੁਕਮ ਦਿੱਤਾ ਕਿ ਉਹ ਫਤਿਹ ਸਿੰਘ ਨੂੰ ਉਹ ਜੋ ਰਕਮ ਲੈ ਕੇ ਆਪਣੀ ਫੌਜ ਸਮੇਤ ਮੁੜ ਰਿਹਾ ਸੀ, ਜੰਮੂਓਂ ਕੁਝ ਦੂਰ ਰਾਹ ਵਿੱਚ ਹੀ ਗੋਲੀ ਦਾ ਨਿਸ਼ਾਨਾ ਬਣਾ ਦੇਣ ਅਤੇ ਰਕਮ ਖੋਹ ਕੇ ਵਾਪਸ ਲੈ ਆਉਣ। ਉਹਦੀ ਸਾਜ਼ਿਸ਼ ਸਫਲ ਹੋ ਗਈ। ਇਹੋ ਰਕਮ ਉਹਨੇ ਸਿੱਖ ਫੌਜ ਵਿੱਚ ਮੁੜ ਵੰਡ ਕੇ ਉਹਨਾਂ ਦੀ ਖੁਸ਼ਨਸੀਬੀ ਹਾਸਲ ਕਰ ਲਈ। ਅਗਲੇ ਸਾਲ ਜਦ ਰਾਜਾ ਗੁਲਾਬ ਸਿੰਘ ਨੇ ਆਪਣੇ ਇਲਾਕਿਆਂ ਦਾ ਮਾਲੀਆ ਭੇਜਣ ਵਿੱਚ ਟਾਲ ਮਟੋਲ ਕੀਤੀ, ਤਾਂ ਰਾਣੀ ਨੇ ਫਿਰ ਇੱਕ ਫੌਜੀ ਦਸਤਾ ਉਸ ਪਾਸੋਂ ਜ਼ਬਰਦਸਤੀ ਉਗਰਾਹੀ ਵਸੂਲ ਕਰਨ ਲਈ ਭੇਜਿਆ। ਇਸ ਸਥਿਤੀ 'ਤੇ ਕਾਬੂ ਪਾਉਣ ਲਈ ਗੁਲਾਬ ਸਿੰਘ ਨੇ ਅੰਗਰੇਜ਼ਾਂ ਅੱਗੇ ਮਦਦ ਲਈ ਪੁਕਾਰ ਕੀਤੀ। ਉਹਨਾਂ ਦਿਨਾਂ ਵਿੱਚ ਅੰਗਰੇਜ਼ ਅਤੇ ਸਿੱਖਾਂ ਵਿਚਕਾਰ ਲੜਾਈ ਹੋਣ ਦੀ ਖਬਰ ਗਰਮ ਸੀ। ਗੁਲਾਮ ਸਿੰਘ ਨੇ ਅੰਗਰੇਜ਼ਾਂ ਨੂੰ ਕਿਹਾ ਕਿ ਉਹ ਸਿੱਖਾਂ ਅਤੇ ਅੰਗਰੇਜ਼ਾਂ ਦੀ ਲੜਾਈ ਵਿੱਚ ਉਹਨਾਂ ਨੂੰ ਪੂਰੀ ਮਦਦ ਦੇਵੇਗਾ ਅਤੇ ਜਦ ਸਿੱਖ ਅੰਗਰੇਜ਼ਾਂ ਨਾਲ ਲੜ ਰਹੇ ਹੋਣਗੇ ਤਾਂ ਉਹ ਪਿੱਛੋਂ ਇੱਕ ਭਾਰੀ ਡੋਗਰਾ ਫੌਜ ਲੈ ਕੇ ਅੰਗਰੇਜ਼ਾਂ ਲਈ ਲਾਹੌਰ ਕਾਬੂ ਕਰ ਲਵੇਗਾ ਅਤੇ ਆਪ ਅੰਗਰੇਜ਼ਾਂ ਦੀ ਅਧੀਨਗੀ ਕਬੂਲ ਕਰ ਲਵੇਗਾ। ਇਸ ਦੇ ਬਦਲੇ ਵਿੱਚ ਉਹਨੇ ਇਹ ਮੰਗ ਦੁਹਰਾਈ ਕਿ ਜੰਮੂ ਅਤੇ ਉਸਦੇ ਆਸ-ਪਾਸ ਦੇ ਇਲਾਕੇ ਦਾ ਉਹ ਖੁਦ ਮੁਖਤਿਆਰ ਹਾਕਮ ਬਣਾ ਦਿੱਤਾ ਜਾਏ। ਅੰਗਰੇਜ਼ਾਂ ਨਾਲ ਪਹਿਲੀਆਂ 2-3 ਲੜਾਈਆਂ ਵਿੱਚ ਡੋਗਰੇ ਜਰਨੈਲਾਂ ਲਾਲ ਸਿੰਘ ਅਤੇ ਤੇਜ ਸਿੰਘ ਨੇ ਅੰਗਰੇਜ਼ਾਂ ਨਾਲ ਮਿਲ ਕੇ ਜਿੱਤੀਆਂ ਹੋਈਆਂ ਸਿੱਖ ਫੌਜਾਂ ਨੂੰ ਹਰਾਇਆ। ਹੁਣ ਖਾਲਸਾ ਫੌਜ ਨੂੰ ਉਹਨਾਂ ਦੀ ਇਸ ਬਦਕਾਰੀ ਦਾ ਪਤਾ ਲੱਗ ਗਿਆ। ਮੌਕੇ ਨੂੰ ਸਾਂਭਣ ਲਈ ਰਾਣੀ ਜਿੰਦ ਕੌਰ ਨੇ ਦਗੇਬਾਜ਼ ਗੁਲਾਬ ਸਿੰਘ ਨੂੰ ਫੌਜ ਦੀ ਕਮਾਨ ਸਵੀਕਾਰ ਕਰਨ ਲਈ ਸੱਦ ਭੇਜਿਆ। ਡੋਗਰਾ ਸਰਦਾਰ ਬੜਾ ਚਾਲਬਾਜ਼ ਸੀ। ਆਪਣੀ ਸੱਚਾਈ ਅਤੇ ਵਫਾਦਾਰੀ ਦਾ ਸਿੱਖਾਂ 'ਤੇ ਪ੍ਰਭਾਵ ਪਾਉਣ ਲਈ ਉਹਨੇ ਉੱਤਰ ਦਿੱਤਾ, ਇਹ ਉਹ ਬੇਨਤੀ ਤਦ ਹੀ ਕਬੂਲ ਕਰੇਗਾ ਜੇ ਪੇਸ਼ਕਸ਼ ਦਰਬਾਰ ਦੀ ਥਾਂ ਸਿੱਖ ਫੌਜ ਵੱਲੋਂ ਹੋਵੇ। ਸਿੱਖ ਫੌਜ ਇੱਕ ਵਾਰ ਫਿਰ ਇਸ ਚਾਲਬਾਜ਼ ਦੇ ਝਾਂਸੇ ਵਿੱਚ ਆ ਗਈ ਅਤੇ ਸ਼ਾਮ ਸਿੰਘ ਅਟਾਰੀ ਵਾਲੇ ਅਤੇ ਹੋਰ ਉੱਘੇ ਜਰਨੈਲਾਂ ਦੇ ਹੁੰਦਿਆਂ ਸੁੰਦਿਆਂ ਵੀ ਉਹ ਆਪਣੀ ਜਾਨ ਇਸ ਗਦਾਰ ਦੇ ਹਵਾਲੇ ਕਰਨ 'ਤੇ ਮਜਬੂਰ ਹੋ ਗਈ। ਗੁਲਾਬ ਸਿੰਘ ਨੇ ਲਾਹੌਰ ਆਉਂਦਿਆਂ ਹੀ ਅੰਦਰੋਂ ਅੰਦਰ ਅੰਗਰੇਜ਼ਾਂ ਨਾਲ ਸਲਾਹ ਕੀਤੀ ਕਿ ਉਹ ਸਿੱਖਾਂ ਨੂੰ ਅੰਗਰੇਜ਼ਾਂ ਨਾਲ ਲੜਨ ਲਈ ਭੜਕਾਏਗਾ ਅਤੇ ਲੜਾਈ ਸਮੇਂ ਉਹ ਪਿੱਛੋਂ ਕਿਸੇ ਕਿਸਮ ਦੀ ਮਦਦ ਨਹੀਂ ਭੇਜਣ ਦੇਵੇਗਾ। ਇਸ ਨਾਲ ਸਿੱਖ ਹਾਰ ਜਾਣਗੇ ਅਤੇ ਅੰਗਰੇਜ਼ਾਂ ਲਈ ਲਾਹੌਰ 'ਤੇ ਕਬਜ਼ਾ ਕਰਨ ਦਾ ਰਾਹ ਖੁੱਲ੍ਹ ਜਾਵੇਗਾ। ਗੁਲਾਬ ਸਿੰਘ ਨੇ ਇਸੇ ਤਰ੍ਹਾਂ ਕੀਤਾ। ਉਹਨੇ ਗਦਾਰ ਲਾਲ ਸਿੰਘ ਡੋਗਰਾ ਨੂੰ ਸਮਝਾ ਬੁਝਾ ਕੇ ਫੌਜ ਦੀ ਕਮਾਨ ਮੁੜ ਉਹਨੂੰ ਸੌਂਪ ਦਿੱਤੀ। ਲਾਲ ਸਿੰਘ ਦੇ ਅੰਗਰੇਜ਼ਾਂ ਨਾਲ ਮਿਲੇ ਹੋਣ ਦੇ ਬਾਵਜੂਦ ਵੀ ਸਿੱਖ ਫੌਜ ਨੇ ਸਭਰਾਓਂ ਦੀ ਲੜਾਈ ਵਿੱਚ ਅੰਗਰੇਜ਼ਾਂ ਦੇ ਛੱਕੇ ਛੁਡਾ ਦਿੱਤੇ, ਪਰ ਪਿੱਛੋਂ ਰਸਦ ਅਤੇ ਗੋਲਾ ਬਰੂਦ ਨਾ ਮਿਲਣ ਕਰਕੇ ਸਿੱਖਾਂ ਨੂੰ ਪਿਛਾਂਹ ਹਟਣਾ ਪਿਆ। ਉਧਰੋਂ ਲਾਲ ਸਿੰਘ ਨੇ ਦਰਿਆ ਦਾ ਪੁੱਲ ਉਡਵਾ ਦਿੱਤਾ ਅਤੇ ਪਿਛਾਂਹ ਹਟ ਰਹੀ ਅਤੇ ਸਤਲੁਜ ਪਾਰ ਕਰ ਰਹੀ ਫੌਜ ਦਾ ਕਾਫੀ ਹਿੱਸਾ ਅੰਗਰੇਜ਼ੀ ਗੋਲਾਬਾਰੀ ਦਾ ਸ਼ਿਕਾਰ ਬਣਿਆ। ਇਸ ਲੜਾਈ ਪਿੱਛੋਂ ਲਾਹੌਰ ਵਿੱਚ ਸੁਲਹਨਾਮਾ ਹੋਇਆ, ਜਿਸ ਦੇ ਅਨੁਸਾਰ ਮਹਾਰਾਜਾ ਦਲੀਪ ਸਿੰਘ ਦੀ ਰਾਣੀ ਜਿੰਦਾ ਦੀ ਸਰਪ੍ਰਸਤੀ ਹੇਠ ਲਾਹੌਰ ਵਿੱਚ ਇੱਕ ਕਠਪੁਤਲੀ ਸਰਕਾਰ ਕਾਇਮ ਕੀਤੀ ਗਈ, ਜਿਸ ਦੀ ਵਾਗਡੋਰ ਅੰਦਰਗਤੀ ਅੰਗਰੇਜ਼ਾਂ ਦੇ ਹੱਥ ਵਿੱਚ ਸੀ।
ਰਾਜਾ ਹੀਰਾ ਸਿੰਘ। ਹੀਰਾ ਸਿੰਘ ਰਾਜਾ ਧਿਆਨ ਸਿੰਘ ਦਾ ਲੜਕਾ ਸੀ। ਮਹਾਰਾਜਾ ਰਣਜੀਤ ਸਿੰਘ ਦਾ ਇਸ ਨਾਲ ਸ਼ੁਰੂ ਤੋਂ ਹੀ ਇਤਨਾ ਪਿਆਰ ਸੀ ਕਿ ਉਹ ਇਹਨੂੰ ਆਪਣੇ ਪੁੱਤਰਾਂ ਵਾਂਗ ਪਿਆਰ ਕਰਦੇ ਸਨ। ਉਹ ਵੀ ਮਹਾਰਾਜਾ ਸਾਹਿਬ ਨੂੰ ਬਾਪੂ ਕਹਿ ਕੇ ਬੁਲਾਉਂਦਾ ਸੀ। ਹੀਰਾ ਸਿੰਘ ਆਪਣੇ ਪਿਤਾ ਵਾਂਗ ਇੱਕ ਯੋਗ ਅਤੇ ਦ੍ਰਿੜ ਹਿਰਦੇ ਵਾਲਾ ਅਧਿਕਾਰੀ ਸੀ। ਜਦ ਇਸ ਨੂੰ ਆਪਣੇ ਪਿਤਾ ਦੇ ਕਤਲ ਹੋਣ ਬਾਰੇ ਖਬਰ ਮਿਲੀ ਤਾਂ ਇਹਨੇ ਫੈਸਲਾ ਕਰ ਲਿਆ ਕਿ ਉਹ ਸੰਧਾ ਵਾਲੀਆ ਸਰਦਾਰਾਂ ਕੋਲੋਂ ਆਪਣੇ ਪਿਤਾ ਦਾ ਬਦਲਾ ਲੈ ਕੇ ਹੀ ਸਾਹ ਲਵੇਗਾ। ਉਹ ਉਸੇ ਵੇਲੇ ਤਿਆਰ ਹੋ ਕੇ ਛਾਉਣੀ ਵੱਲ ਗਿਆ ਅਤੇ ਅੰਗਰੇਜ਼ ਕਮਾਂਡਰਾਂ ਦੀ ਕਮਾਨ ਹੇਠਲੀਆਂ ਸਿੱਖ ਫੌਜਾਂ ਨੂੰ ਇਕੱਠਿਆਂ ਕਰਕੇ ਉਹਨਾਂ ਸਾਹਮਣੇ ਆਪਣਾ ਰੋਣਾ ਰੋਇਆ। ਉਹ ਆਪਣੀ ਤਲਵਾਰ ਸਿੱਖ ਫੌਜੀਆਂ ਸਾਹਮਣੇ ਰੱਖ ਕੇ ਅਤੇ ਆਪਣੀ ਗਰਦਨ ਅਗਾਂਹ ਕਰਦਿਆਂ ਉਹਨਾਂ ਨੂੰ ਕਹਿਣ ਲੱਗਾ, ਮੇਰੇ ਪਿਤਾ ਦੇ ਕਤਲ ਨੇ ਮੈਨੂੰ ਨਿਹੱਥਾ ਕਰ ਦਿੱਤਾ ਹੈ। ਇਸ ਤਲਵਾਰ ਨਾਲ ਤੁਸੀਂ ਜਾਂ ਤਾਂ ਮੈਨੂੰ ਵੀ ਖਤਮ ਕਰ ਦਿਓ ਜਾਂ ਮੇਰੇ ਪਿਤਾ ਦੇ ਦੁਸ਼ਮਣਾਂ ਸੰਧਾ ਵਾਲੀਆਂ ਨੂੰ, ਜੋ ਅੰਗਰੇਜ਼ਾਂ ਨਾਲ ਰਲ ਕੇ ਰਾਜ ਨੂੰ ਗਹਿਣੇ ਪਾਉਣ 'ਤੇ ਤੁਲੇ ਹੋਏ ਹਨ, ਜੇ ਤੁਸੀਂ ਅਣਗੌਲਿਆ ਕੀਤਾ ਤਾਂ ਜਲਦੀ ਹੀ ਰਾਜ ਭਾਗ ਤੋਂ ਹੱਥ ਧੋ ਬੈਠੋਗੇ। ਸਿੱਖ ਸੈਨਿਕਾਂ 'ਤੇ ਹੀਰਾ ਸਿੰਘ ਦੀ ਇਸ ਫਰਿਆਦ ਦਾ ਬੜਾ ਡੂੰਘਾ ਅਸਰ ਹੋਇਆ ਅਤੇ ਉਹਨਾਂ ਨੇ ਰਾਜਾ ਹੀਰਾ ਸਿੰਘ ਦਾ ਸਾਥ ਦੇਣ ਦਾ ਫੈਸਲਾ ਕਰ ਲਿਆ ਅਤੇ ਕਿਲ੍ਹੇ 'ਤੇ ਧਾਵਾ ਬੋਲਣ ਲਈ ਤਿਆਰ ਹੋ ਗਏ। ਰਾਤੋਂ ਰਾਤ 40,000 ਫੌਜ ਨੇ ਕਿਲ੍ਹੇ ਨੂੰ ਜਾ ਘੇਰਿਆ। ਸਵੇਰ ਤੋਂ ਪਹਿਲਾਂ ਹੀ ਉਹ ਕਿਲ੍ਹੇ ਦੀਆਂ ਕੰਧਾਂ ਤੋੜ ਕੇ ਅੰਦਰ ਦਾਖਲ ਹੋ ਗਈ ਅਤੇ ਸੰਧਾ ਵਾਲੀਆ ਸਰਦਾਰਾਂ ਸਮੇਤ ਸਾਰੀ ਘਿਰੀ ਹੋਈ ਫੌਜ ਨੂੰ ਮਾਰ ਮੁਕਾਇਆ। ਇਸ ਪਿੱਛੋਂ ਹੀਰਾ ਸਿੰਘ ਨੇ ਆਪਣੇ ਪਿਤਾ ਅਤੇ ਸ਼ੇਰ ਸਿੰਘ ਦੀਆਂ ਲਾਸ਼ਾਂ ਨੂੰ ਲੱਭ ਕੇ ਉਹਨਾਂ ਦਾ ਪੂਰੇ ਸਨਮਾਨ ਨਾਲ ਸੰਸਕਾਰ ਕੀਤਾ। ਉਸੇ ਦਿਨ ਉਹਨੇ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਲੜਕੇ ਕੰਵਰ ਦਲੀਪ ਸਿੰਘ ਨੂੰ, ਜੋ ਉਸ ਵੇਲੇ ਕੇਵਲ 5 ਸਾਲਾਂ ਦਾ ਹੀ ਸੀ, ਉਹਦੀ ਮਾਤਾ ਮਹਾਰਾਣੀ ਜਿੰਦ ਕੌਰ ਦੀ ਸਰਪ੍ਰਸਤੀ ਹੇਠ ਗੱਦੀ 'ਤੇ ਬਿਠਾਇਆ। ਨਾਬਾਲਗ ਮਹਾਰਾਜਾ ਦਲੀਪ ਸਿੰਘ ਦੀ ਪੜ੍ਹਾਈ ਲਿਖਾਈ ਅਤੇ ਰਾਜਨੀਤਿਕ ਸਿੱਖਿਆ ਉਹਦੇ ਮਾਮੇ ਜਵਾਹਰ ਸਿੰਘ ਦੇ ਸਪੁਰਦ ਕਰ ਦਿੱਤੀ ਗਈ। ਜਵਾਹਰ ਸਿੰਘ ਬੜਾ ਚਰਿੱਤਰਹੀਣ ਅਤੇ ਨਾਸ਼ੁਕਰਾ ਸਾਬਤ ਹੋਇਆ। ਉਹਨੇ ਜਿੰਦ ਕੌਰ ਦੀ ਮਦਦ ਨਾਲ ਆਪ ਪ੍ਰਧਾਨ ਮੰਤਰੀ ਬਣਨ ਲਈ ਹੀਰਾ ਸਿੰਘ ਦੇ ਵਿਰੁੱਧ ਇੱਕ ਸਾਜ਼ਿਸ਼ ਘੜੀ। ਉਹ ਮਹਾਰਾਜਾ ਦਲੀਪ ਸਿੰਘ ਨੂੰ ਹਾਥੀ 'ਤੇ ਚੜ੍ਹਾ ਕੇ ਸ਼ਹਿਰੋਂ ਬਾਹਰ ਫੌਜੀ ਛਾਉਣੀ ਵਿੱਚ ਇਹ ਕਹਿ ਦਿੱਤਾ ਕਿ ਫੌਜਾਂ ਨੂੰ ਹੀਰਾ ਸਿੰਘ ਦੇ ਵਿਰੁੱਧ ਭੜਕਾਉਣ ਦੀ ਹੀਰਾ ਸਿੰਘ ਦੇ ਹੱਥ ਮਹਾਰਾਜਾ ਦਲੀਪ ਸਿੰਘ ਦੀ ਜਾਨ ਸੁਰੱਖਿਅਤ ਨਹੀਂ, ਪਰ ਫੌਜਾਂ ਨੇ ਉਹਦੀ ਗੱਲ ਮੰਨੋ ਬਿਲਕੁਲ ਇਨਕਾਰ ਕਰ ਦਿੱਤਾ। ਉਧਰ ਜਦ ਹੀਰਾ ਸਿੰਘ ਨੂੰ ਜਵਾਹਰ ਸਿੰਘ ਦੀ ਇਸ ਕਰਤੂਤ ਦਾ ਪਤਾ ਲੱਗਾ ਤਾਂ ਉਹਨੇ ਫੌਜ ਨੂੰ ਵਫਾਦਾਰੀ ਦਾ ਇਹ ਸਬੂਤ ਦੇਣ ਅਤੇ ਖੁੱਲ੍ਹੇ ਦਿਲ ਨਾਲ ਇਨਾਮ ਇਕਰਾਮ ਦਿੱਤਾ ਅਤੇ ਹੀਰਾ ਸਿੰਘ ਨੂੰ ਹੱਥਕੜੀਆਂ ਅਤੇ ਬੇੜੀਆਂ ਵਿੱਚ ਜਕੜ ਕੇ ਕੈਦ ਵਿੱਚ ਸੁੱਟ ਦਿੱਤਾ। ਰਾਜਾ ਧਿਆਨ ਸਿੰਘ ਜਿਉਂਦੇ ਜੀ ਅੰਗਰੇਜ਼ਾਂ ਦੇ ਵੱਲੋਂ ਪੰਜਾਬ ਦੇ ਘਰੇਲੂ ਮਾਮਲਿਆਂ ਵਿੱਚ ਦਖਲ ਦੇਣ ਦੇ ਸਭ ਮਨਸੂਬੇ ਪਛਾੜਦਾ ਰਿਹਾ। ਹੀਰਾ ਸਿੰਘ ਵੀ ਆਪਣੇ ਪਿਤਾ ਦੀਆਂ ਲੀਹਾਂ 'ਤੇ ਚੱਲਦਾ ਰਿਹਾ। ਅੰਗਰੇਜ਼ਾਂ ਨੇ ਫਿਰੋਜ਼ਪੁਰ ਛਾਉਣੀ ਵਿੱਚ ਆਪਣੀ ਫੌਜੀ ਤਾਕਤ ਵਧਾ ਲਈ। ਉਹਨਾਂ ਬਹਾਨਾ ਇਹ ਬਣਾਇਆ ਕਿ ਇਹ ਫੌਜਾਂ ਸਿੰਧ ਨੂੰ ਜਾਣ ਲਈ ਇਕੱਠੀਆਂ ਕੀਤੀਆਂ ਗਈਆਂ ਹਨ। ਹੀਰਾ ਸਿੰਘ ਨੂੰ ਇਸ ਗੱਲ 'ਤੇ ਯਕੀਨ ਨਾ ਆਇਆ ਅਤੇ ਉਹਨੇ ਵੀ ਸਿੱਖ ਫੌਜਾਂ ਕਸੂਰ ਲਾਗੇ ਇਕੱਠੀਆਂ ਕਰ ਲਈਆਂ। ਅੰਗਰੇਜ਼ ਅਧਿਕਾਰੀਆਂ ਨੇ ਇਸ ਦਾ ਇਤਰਾਜ਼ ਕੀਤਾ ਅਤੇ ਕਿਹਾ ਕਿ ਜੇ ਇੱਕ ਸਿੱਖ ਸੈਨਿਕ ਵੀ ਦਰਿਆ ਸਤਲੁਜ ਟੱਪਿਆ ਤਾਂ ਅੰਗਰੇਜ਼ ਬਰਦਾਸ਼ਤ ਨਹੀਂ ਕਰਨਗੇ। ਪਰ ਹੀਰਾ ਸਿੰਘ ਡਰਨ ਵਾਲਾ ਬੰਦਾ ਨਹੀਂ ਸੀ। ਉਹਨੇ ਅੱਗੋਂ ਠੋਕਵਾਂ ਉੱਤਰ ਦਿੱਤਾ ਕਿ ਉਹ ਤਦ ਹੀ ਆਪਣੀਆਂ ਫੌਜਾਂ ਨੂੰ ਵਾਪਸ ਬੁਲਾਉਣ ਦੀ ਤਜਵੀਜ਼ 'ਤੇ ਗੌਰ ਕਰੇਗਾ ਜਦੋਂ ਅੰਗਰੇਜ਼ ਆਪਣੀਆਂ ਫੌਜਾਂ ਸਿੰਧ ਵੱਲ ਭੇਜ ਦੇਣਗੇ। ਇਸ ਤੋਂ ਇਲਾਵਾ ਉਹਨੇ ਕਈ ਗੁੰਝਲਦਾਰ ਮਾਮਲਿਆਂ ਨੂੰ ਸਿਆਣਪ ਅਤੇ ਦ੍ਰਿੜਤਾ ਨਾਲ ਨਜਿੱਠਿਆ। ਉਹਨੇ ਕੰਵਰ ਪਿਸ਼ੌਰਾ ਸਿੰਘ ਅਤੇ ਕਸ਼ਮੀਰਾ ਸਿੰਘ ਦੇ ਵਿਦਰੋਹ ਨੂੰ ਸਖਤੀ ਨਾਲ ਦਬਾਇਆ। ਆਪਣੇ ਚਾਚੇ ਸੁਚੇਤ ਸਿੰਘ ਦੀ ਥਾਂ ਉਹ ਪ੍ਰਧਾਨ ਮੰਤਰੀ ਬਣਨ ਦੀ ਸਾਜ਼ਿਸ਼ ਨੂੰ ਵੀ ਕੁਚਲ ਦਿੱਤਾ। ਹੀਰਾ ਸਿੰਘ ਨੇ ਪੰਡਤ ਜੱਲਾ ਨਾਮੀ ਇੱਕ ਅਧਿਕਾਰੀ ਨੂੰ ਤੋਸ਼ੇਖਾਨੇ ਦਾ ਪ੍ਰਬੰਧ ਸੌਂਪਿਆ ਹੋਇਆ ਸੀ। ਉਹ ਖਜ਼ਾਨੇ ਦੇ ਪੈਸੇ 'ਤੇ ਕੜੀ ਨਿਗਰਾਨੀ ਰੱਖਦਾ ਸੀ ਅਤੇ ਇੱਕ ਪੈਸਾ ਵੀ ਫਜ਼ੂਲ ਖਰਚ ਨਹੀਂ ਸੀ ਹੋਣ ਦਿੰਦਾ, ਕਿਉਂਕਿ ਉਹਨੂੰ ਪਤਾ ਸੀ ਕਿ ਪੈਸੇ ਬਿਨਾਂ ਕੋਈ ਵੀ ਸਰਕਾਰ ਬਹੁਤ ਚਿਰ ਤੱਕ ਨਹੀਂ ਚੱਲ ਸਕਦੀ। ਇੱਕ ਵਾਰੀ ਰਾਣੀ ਜਿੰਦ ਕੌਰ ਨੇ ਤੋਸ਼ੇਖਾਨੇ ਵਿੱਚੋਂ ਬਹੁਤ ਸਾਰਾ ਧਨ ਕਢਵਾ ਕੇ ਦਾਨ ਦੇ ਰੂਪ ਵਿੱਚ ਗਰੀਬ ਗੁਰਬਿਆਂ ਵਿੱਚ ਵੰਡਣਾ ਚਾਹਿਆ। ਪੰਡਤ ਜੱਲੇ ਨੇ ਇਤਨਾ ਧਨ ਦੇਣ 'ਤੇ ਇਤਰਾਜ਼ ਕਰਦਿਆਂ ਰਾਣੀ ਨੂੰ ਬੁਰਾ ਭਲਾ ਕਿਹਾ ਅਤੇ ਵਿੱਚ ਆ ਕੇ ਜੱਲੇ ਦੇ ਵਿਰੁੱਧ ਫੌਜ ਨੂੰ ਭੜਕਾਇਆ। ਉੱਧਰ ਕੁਝ ਦਿਨ ਪਹਿਲਾਂ ਹੀਰਾ ਸਿੰਘ ਦੇ ਹੁਕਮ ਅਦੂਲੀ ਦੇ ਦੋਸ਼ ਵਿੱਚ 500 ਸਿਪਾਹੀਆਂ ਨੂੰ ਬਰਖਾਸਤ ਕਰਨ ਦਾ ਹੁਕਮ ਦੇ ਦਿੱਤਾ। ਇਸ 'ਤੇ ਸਿੱਖ ਸੈਨਾ ਉਸ ਨਾਲ ਕੁਝ ਨਾਰਾਜ਼ ਸੀ। ਰਾਣੀ ਦੀ ਸ਼ਿਕਾਇਤ ਨੇ ਬਲਦੀ ਤੇ ਤੇਲ ਦਾ ਕੰਮ ਕੀਤਾ ਅਤੇ ਫੌਜ ਨੇ ਖੁੱਲ੍ਹਮ ਖੁੱਲ੍ਹਾ ਬਗਾਵਤ ਕਰ ਦਿੱਤੀ। ਹੀਰਾ ਸਿੰਘ ਖਜ਼ਾਨੇ ਦਾ ਕੁਝ ਹਿੱਸਾ ਹਾਥੀ 'ਤੇ ਲੱਦ ਕੇ ਚੋਰੀ ਸ਼ਹਿਰੋਂ ਖਿਸਕ ਗਿਆ। ਇਸ ਗੱਲ ਦੀ ਖਬਰ ਜਦ ਫੌਜ ਵਿੱਚ ਪਹੁੰਚੀ ਤਾਂ ਸ਼ਾਮ ਸਿੰਘ ਅਟਾਰੀ ਵਾਲੇ ਨੇ ਫੌਜ ਦੇ ਇੱਕ ਤਕੜੇ ਦਸਤੇ ਨੂੰ ਨਾਲ ਲੈ ਕੇ ਹੀਰਾ ਸਿੰਘ ਦਾ ਪਿੱਛਾ ਕੀਤਾ। ਇੱਕ ਛੋਟੀ ਜਿਹੀ ਝੜਪ ਹੋਈ ਜਿਸ ਵਿੱਚ ਹੀਰਾ ਸਿੰਘ ਤੇ ਜੱਲਾ ਦੋਵੇਂ ਮਾਰੇ ਗਏ ਅਤੇ ਉਹਨਾਂ ਦੇ ਸਿਰ ਕੱਟ ਕੇ ਸ਼ਹਿਰ ਦੇ ਵੱਡੇ ਦਰਵਾਜ਼ੇ 'ਤੇ ਟੰਗ ਦਿੱਤੇ ਗਏ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਵਾਲੇ 10 ਸਾਲਾਂ ਦੀ ਹਨੇਰੀ ਰਾਤ ਵਿੱਚ ਖਾਲਸਾ ਫੌਜ ਦੇ ਸਿਰਲੱਥ ਸਿਪਾਹੀਆਂ ਦੇ ਕਾਰਨਾਮੇ ਇੱਕ ਚਾਨਣ ਮੁਨਾਰਾ ਹਨ। ਖਾਲਸਾ ਫੌਜ ਨੇ ਆਪਣੀ ਜ਼ੋਰ ਵਿਖਾ ਕੇ ਨਾ ਕੇਵਲ ਵੈਰੀ ਨੂੰ ਹੱਕਾ ਬੱਕਾ ਕਰ ਦਿੱਤਾ, ਬਲਕਿ ਸਾਰੇ ਸੰਸਾਰ ਵਿੱਚ ਆਪਣੀ ਬਹਾਦਰੀ ਦਾ ਸਿੱਕਾ ਜਮਾ ਦਿੱਤਾ। ਐਨਸਾਈਕਲੋਪੀਡੀਆ ਬ੍ਰਿਟੈਨਿਕਾ ਵਿੱਚ ਖਾਲਸਾ ਸਿਪਾਹੀ ਦੀ ਤਾਰੀਫ ਵਿੱਚ ਲਿਖਿਆ ਹੈ, ਸਿੱਖ ਸਿਪਾਹੀ ਮੈਦਾਨੇ ਜੰਗ ਵਿੱਚ
ਆਪਣੀ ਬਹਾਦਰੀ ਦੇ ਕਾਰਨਾਮਿਆਂ ਕਰਕੇ ਸਾਰੇ ਜਗਤ ਵਿੱਚ ਪ੍ਰਸਿੱਧ ਹੈ। ਇਹ ਗੱਲ ਮੁਦਕੀ ਅਤੇ ਜਲਿਆਂਵਾਲਾ ਦੀਆਂ ਪ੍ਰਸਿੱਧ ਲੜਾਈਆਂ ਵਿੱਚ ਅਤੇ ਉਹਨਾਂ ਪਿੱਛੋਂ 2 ਵਿਸ਼ਵ ਯੁੱਧਾਂ ਵਿੱਚ ਸਾਬਤ ਹੁੰਦੀ ਹੈ। ਪਹਿਲੀ ਵਿਸ਼ਵ ਯੁੱਧ ਵਿੱਚ ਜਰਮਨ ਕੈਸਰ ਵਿਲਹੈਲਮ ਨੇ ਕਿਹਾ ਸੀ, ਕੇਵਲ ਸਿੱਖ ਘੋੜਸਵਾਰ ਸੈਨਾ ਹੀ ਮੇਰੇ ਜਰਮਨ ਘੋੜਸਵਾਰਾਂ ਨੂੰ ਥੱਲੇ ਲਾ ਸਕਦੀ ਹੈ। ਮੁਦਕੀ ਦੀ ਲੜਾਈ ਇਹ ਸਿੱਖਾਂ ਅਤੇ ਅੰਗਰੇਜ਼ਾਂ ਵਿੱਚ ਪਹਿਲੀ ਲੜਾਈ ਸੀ। ਇਸ ਵਿੱਚ ਭਾਵੇਂ ਖਾਲਸਾ ਫੌਜ ਦੇ ਡੋਗਰੇ ਜਰਨੈਲ ਅੰਗਰੇਜ਼ਾਂ ਨਾਲ ਮਿਲੇ ਹੋਏ ਸਨ, ਫਿਰ ਵੀ ਖਾਲਸਾ ਫੌਜ ਨੇ ਅੰਗਰੇਜ਼ਾਂ ਨੂੰ ਲੋਹੇ ਦੇ ਚਣੇ ਚਬਾ ਦਿੱਤੇ। ਸਿੱਖਾਂ ਦੀ ਬਹਾਦਰੀ ਬਾਰੇ ਇੱਕ ਅੰਗਰੇਜ਼ ਕਮਾਂਡਰ ਲਿਖਦਾ ਹੈ, ਇਸ ਜੰਗ ਵਿੱਚ ਸਿੱਖ ਇਸ ਜੋਸ਼ ਨਾਲ ਲੜੇ ਕਿ ਇਹ ਉਹਨਾਂ ਦੀ ਜ਼ਿੰਦਗੀ ਮੌਤ ਦਾ ਸਵਾਲ ਹੁੰਦਾ ਹੈ। ਇਸ ਬਾਰੇ ਅੰਗਰੇਜ਼ ਜਰਨੈਲ ਹੈਵਲੌਕ ਲਿਖਦਾ ਹੈ ਕਿ ਇਹੋ ਜਿਹੀ ਇੱਕ ਹੋਰ ਲੜਾਈ ਹੋਈ ਤਾਂ ਬਰਤਾਨਵੀ ਸਾਮਰਾਜ ਦੀਆਂ ਨੀਹਾਂ ਹਿੱਲ ਜਾਣਗੀਆਂ। ਜਲਿਆਂਵਾਲਾ ਦੀ ਲੜਾਈ ਇਹ ਸਿੱਖਾਂ ਅਤੇ ਅੰਗਰੇਜ਼ਾਂ ਦੀ ਵਿੱਚ ਆਖਰੀ ਲੜਾਈ ਸੀ। ਇਸ ਵਿੱਚ ਖਾਲਸਾ ਫੌਜ ਦੇ ਅੰਗਰੇਜ਼ਾਂ ਦੇ ਆਹੂ ਲਾਹ ਸੁੱਟੇ 24ਵੀਂ ਅੰਗਰੇਜ਼ ਰੈਜੀਮੈਂਟ ਦਾ ਇੱਕ ਅਫਸਰ ਲਿਖਦਾ ਹੈ, ਸਿੱਖ ਸਾਡੇ 'ਤੇ ਸ਼ੇਰਾਂ ਵਾਂਗ ਟੁੱਟ ਕੇ ਪਏ। ਸਾਡੀਆਂ ਸੰਗੀਨਾਂ ਉਹਨਾਂ ਦੇ ਪੇਟ ਵਿੱਚ ਖੁੱਭ ਜਾਣ 'ਤੇ ਵੀ ਉਹ ਸਾਡੇ ਸਿਪਾਹੀਆਂ ਨੂੰ ਮਾਰ ਕੇ ਹੀ ਦਮ ਤੋੜਦੇ ਸਨ। ਇਸ ਲੜਾਈ ਵਿੱਚ ਹਾਰ ਹੋਣ 'ਤੇ ਅੰਗਰੇਜ਼ ਇਤਨੇ ਪਰੇਸ਼ਾਨ ਹੋਏ ਕਿ ਉਹਨਾਂ ਨੇ ਆਪਣੇ ਜਰਨੈਲ ਗਾਫ ਨੂੰ ਬਰਤਰਫ ਕਰਕੇ ਜਰਨੈਲ ਨੇਪੀਅਰ ਨੂੰ ਅੰਗਰੇਜ਼ੀ ਫੌਜ ਦੀ ਕਮਾਨ ਸੰਭਾਲਣ ਲਈ ਇੰਗਲੈਂਡ ਤੋਂ ਸੱਦ ਲਿਆ। ਪਰ ਡੋਗਰੇ ਜਰਨੈਲਾਂ ਦੀ ਦਗੇਬਾਜ਼ੀ ਕਰਕੇ ਇਹ ਸਭ ਜਿੱਤਾਂ ਹਾਰਾਂ ਵਿੱਚ ਬਦਲਦੀਆਂ ਰਹੀਆਂ। ਤਦੇ ਹੀ ਸ਼ਾਹ ਮੁਹੰਮਦ ਲਿਖਦਾ ਹੈ, ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਅੰਤ ਵਿੱਚ ਸ਼ਾਹ ਮੁਹੰਮਦ ਦੇ ਜੰਗਨਾਮੇ ਦੀਆਂ ਕੁਝ ਮਹੱਤਵਪੂਰਨ ਸਤਰਾਂ ਸਾਂਝੀਆਂ ਕਰ ਰਹੀ ਹਾਂ। ਅਵਲ ਹਮਦ ਜਨਾਬ ਅੱਲਾ ਦੀ ਨੂੰ, ਅਵਲ ਹਮਦ ਜਨਾਬ ਅੱਲਾ ਦੀ ਨੂੰ, ਜਿਹੜਾ ਕੁਦਰਤੀ ਖੇਲ ਬਣਾਵਦਾ ਈ, 14 ਤਬਕਾਂ ਦਾ ਨਕਸ਼ ਨਿਗਾਰ ਕਰਕੇ ਰੰਗਾ ਰੰਗ ਦੇ ਪੇਗ ਰਚਾਉਂਦਾ ਈ। ਸਫਾਂ ਪਿਛਲੀਆਂ ਸਭ ਸਮੇਟ ਲੈਂਦਾ, ਸਫਾਂ ਪਿਛਲੀਆਂ ਸਭ ਸਮੇਟ ਲੈਂਦਾ, ਅੱਗੇ ਹੋਰ ਹੀ ਹੋਰ ਵਿਛਾਉਂਦਾ ਈ। ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ, ਬਾਦਸ਼ਾਹਾਂ ਥੀ ਭੀਖ ਮੰਗਾਉਂਦਾ ਈ। ਸ਼ਾਹ ਮੁਹੰਮਦਾ ਉਸ ਤੋਂ ਸਦਾ ਡਰੀਏ, ਬਾਦਸ਼ਾਹ ਥੀ ਭੀਖ ਮੰਗਾਉਂਦਾ ਈ। ਇਹ ਤੇ ਜੀਆਂ ਨੂੰ ਪਕੜ ਕੇ ਮੋਹ ਲੈਂਦੀ, ਦੁਨੀਆ ਵੇਸਵਾ ਦਾ ਰੱਖੇ ਭੇਸ ਮੀਆਂ। ਸਦਾ ਨਹੀਂ ਜਵਾਨੀ ਤੇ ਐਸ਼ ਮਾਪੇ, ਸਦਾ ਨਹੀਂ ਜੇ ਬਾਲ ਵਰੇਸ ਮੀਆਂ। ਸਦਾ ਨਹੀਂ ਜੇ ਦੌਲਤਾਂ ਫੀਲ ਕੋੜੇ, ਸਦਾ ਨਹੀਂ ਜੇ ਰਾਜਿਆਂ ਦੇਸ਼ ਮੀਆਂ। ਸ਼ਾਹ ਮੁਹੰਮਦਾ ਸਦਾ ਨਹੀਂ ਰੂਪ ਦੁਨੀਆ, ਸਦਾ ਨਹੀਂ ਜੇ ਕਾਲੜੇ ਕੇਸ ਮੀਆਂ। ਸ਼ਾਹ ਮੁਹੰਮਦਾ ਸਦਾ ਨਹੀਂ ਰੂਪ ਦੁਨੀਆ, ਸਦਾ ਨਹੀਂ ਜੇ ਕਾਲੜੇ ਕੇਸ ਮੀਆਂ। ਸੰਮਤ 1902 ਵਰਤਦਾ ਸੀ, ਜਦੋਂ ਹੋਇਆ ਫਿਰੰਗੀ ਦਾ ਜੰਗ ਮੀਆਂ। ਹੈਸੀ ਖੂਨ ਦੀ ਇਹ ਜ਼ਮੀਨ ਪਿਆਸੀ, ਹੋਈ ਸੁਰਖ ਸ਼ਰਾਬ ਦੇ ਰੰਗ ਮੀਆਂ। ਧਰਤੀ ਉੱਡ ਕੇ ਧੂੜ ਦੇ ਬਣੇ ਬੱਦਲ, ਜੈਸੇ ਚੜੇ ਆਕਾਸ਼ ਪਤੰਗ ਮੀਆਂ। ਸ਼ਾਹ ਮੁਹੰਮਦਾ ਦਾ ਸਿਰ ਦੀ ਲਾਏ ਬਾਜੀ, ਨਹੀਂ ਮੋੜਦੇ ਸੂਰਮੇ ਅੰਗ ਮੀਆਂ। ਜਦੋਂ ਹੋਏ ਸਰਕਾਰ ਦੇ ਸਾਹਸ ਪੂਰੇ, ਜਮ੍ਹਾਂ ਹੋਏ ਨੀ ਸਭ ਸਰਦਾਰ ਮੀਆਂ। ਚੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ, ਸ਼ੁਰੂ ਹੋਈ ਦਰਬਾਰ ਤਲਵਾਰ ਮੀਆਂ। ਖੜਕ ਸਿੰਘ ਮਹਾਰਾਜ ਨੇ ਢਾਹ ਮਾਰੀ, ਮੋਇਆ ਮੁੱਢ ਕਦੀਮ ਦਾ ਯਾਰ ਮੀਆਂ। ਸ਼ਾਹ ਮੁਹੰਮਦਾ ਦਾ ਅਸਾਂ ਵੀ ਨਾਲ ਮਰਨਾ, ਸਾਡਾ ਇਹ ਸੀ ਕੌਲ ਕਰਾਰ ਮੀਆਂ, ਸਾਡਾ ਇਹ ਸੀ ਕੌਲ ਕਰਾਰ ਮੀਆਂ। ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਦੋਵੇਂ ਪਾਤਸ਼ੀ ਫੌਜਾਂ ਭਾਰੀਆਂ ਨੀ, ਅੱਜ ਹੋਵੇ ਤਾਂ ਸਰਕਾਰ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ। ਘੋੜੇ ਆਦਮੀਆਂ ਗੋਲਿਆਂ ਨਾਲ ਉੱਡਣ, ਹਾਥੀ ਟਹਿੰਦੇ ਸਣੇ ਅੰਬਾਰੀਆਂ ਨੀ। ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ। ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ। ਸ਼ੁਭ ਇਛਾਵਾਂ ਸਹਿਤ ਧੰਨਵਾਦ। ਹਰਜੀਤ ਬਮਰਾ।